ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਸ ਕਲਾਸਿਸ 'ਤੇ। ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਅੱਜ ਆਪਾਂ ਪੋਲੀਟੀਕਲ ਦੀ ਇੱਕ ਸੁਪਰ ਸਪੈਸ਼ਲ ਕਲਾਸ ਲੈ ਕੇ ਆਏ ਹਾਂ, ਜੋ ਕਿ ਫੁੱਲੀ NCERT ਬੇਸਡ ਕਲਾਸ ਹੈਗੀ। NCERT ਬੇਸਡ ਹੀ MCQs ਹੈਗੇ, ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ, ਜੋ ਕਿ ਵਾਰ-ਵਾਰ ਰਿਪੀਟ ਹੁੰਦੇ ਆ ਰਹੇ ਹੈਗੇ। ਸੋ ਮੋਸਟ ਇੰਪੋਰਟੈਂਟ ਇਹ ਸਾਰੇ MCQ ਆ। ਤੁਸੀਂ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਜੀ, ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਅਤੇ ਦੇਖਦੇ ਹਾਂ ਪਹਿਲੇ ਪ੍ਰਸ਼ਨ ਦੇ ਵੱਲ। ਕੀ ਹੈ, ਕਹਿੰਦਾ ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ ਕਿਸ ਤਾਰੀਖ ਨੂੰ ਪਾਸ ਅਤੇ ਅਪਣਾਇਆ ਗਿਆ ਸੀਗਾ। ਸੋ ਕਦੋਂ ਅਪਣਾਇਆ ਅਤੇ ਪਾਸ ਕੀਤਾ ਗਿਆ ਸੀਗਾ ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨ ਸਭਾ ਦੇ ਦੁਆਰਾ? 29 ਅਗਸਤ 1947 ਨੂੰ, 26 ਨਵੰਬਰ 1950 ਨੂੰ, 26 ਨਵੰਬਰ 1949 ਨੂੰ ਜਾਂ 26 ਨਵੰਬਰ 1950 ਨੂੰ। ਸੋ ਜੋ ਭਾਰਤ ਦਾ ਸੰਵਿਧਾਨ ਸੀਗਾ ਸੰਵਿਧਾਨ ਸਭਾ ਦੇ ਦੁਆਰਾ ਇਹ 26 ਨਵੰਬਰ 1949 ਨੂੰ ਕੀ ਸੀਗਾ, ਇਹ ਅਪਣਾਇਆ ਅਤੇ ਪਾਸ ਕੀਤਾ ਗਿਆ ਸੀਗਾ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ 9 ਦਸੰਬਰ 1946 ਨੂੰ ਸੀਗੀ ਜੋ ਇਹ ਭਾਰਤ ਦੀ ਸੰਵਿਧਾਨ ਸਭਾ ਬਣ ਕੇ ਸੰਵਿਧਾਨ ਸਭਾ ਬਣੀ ਸੀਗੀ। ਸੋ ਉਹ ਸੰਵਿਧਾਨ ਸਭਾ ਦਾ ਜੋ ਕਿ ਪਹਿਲਾ ਪ੍ਰਧਾਨ ਸੀਗਾ, ਚੇਅਰਮੈਨ, ਉਹ ਸੀ ਡਾਕਟਰ ਰਜਿੰਦਰ ਪ੍ਰਸਾਦ। ਸੋ ਇਹ ਸੰਵਿਧਾਨ ਸਭਾ ਦੇ ਦੁਆਰਾ ਹੀ ਸੰਵਿਧਾਨ ਨੂੰ ਅਪਣਾਇਆ ਅਤੇ ਪਾਸ ਕੀਤਾ ਗਿਆ ਸੀਗਾ 26 ਨਵੰਬਰ 1949 ਨੂੰ। ਸੋ 26 ਜਨਵਰੀ 1950 ਨੂੰ ਇਹ ਪੂਰੇ ਦੇਸ਼ ਦੇ ਵਿੱਚ ਸੰਵਿਧਾਨ ਕੀ ਹੋ ਗਿਆ ਸੀਗਾ, ਪਾਸ ਹੋਇਆ ਸੀਗਾ। ਨੈਕਸਟ, ਭਾਰਤ ਦੀ ਸੰਸਦ ਵਿੱਚ ਪੇਸ਼ ਕੀਤਾ ਗਿਆ ਬਿੱਲ ਮਨੀ ਬਿੱਲ ਹੈ ਜਾਂ ਨਹੀਂ, ਇਹ ਕੌਣ ਤੈਅ ਕਰਦਾ ਗਾ? ਸੋ ਭਾਰਤ ਦੀ ਸੰਸਦ ਦੇ ਵਿੱਚ ਜੋ ਇੱਕ ਬਿੱਲ ਹੁੰਦਾ ਗਾ ਉਹ ਮਨੀ ਬਿੱਲ ਹੈ ਜਾਂ ਨਹੀਂ, ਇਹ ਕੌਣ ਤੈਅ ਕਰਦਾ ਗਾ? ਚੇਅਰਮੈਨ ਕਰਦਾ ਰਾਜ ਸਭਾ ਦਾ, ਭਾਰਤ ਦਾ ਰਾਸ਼ਟਰਪਤੀ ਕਰਦਾ, ਪ੍ਰਧਾਨ ਮੰਤਰੀ ਕਰਦਾ ਜਾਂ ਲੋਕ ਸਭਾ ਦਾ ਸਪੀਕਰ? ਸੋ ਇਹ ਜੋ ਤੈਅ ਕਰਦਾ ਗਾ ਇਹ ਕਰਦਾ ਗਾ ਲੋਕ ਸਭਾ ਦਾ ਸਪੀਕਰ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਇਹ ਤੈਅ ਕਰਦਾ ਗਾ ਜਦੋਂ ਭਾਰਤ ਦੀ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਵੀ ਇਹ ਬਜਟ ਆ ਜਾਂ ਮਨੀ ਬਿੱਲ ਹੈਗਾ। ਸੋ ਲੋਕ ਸਭਾ ਦਾ ਸਪੀਕਰ ਇਹ ਤੈਅ ਕਰਦਾ ਗਾ। ਸੋ ਜੋ ਮਨੀ ਬਿੱਲ ਨਾਲ ਰਿਲੇਟਡ ਹੁਣ ਆਰਟੀਕਲ ਕਿਹੜਾ ਹੁੰਦਾ, ਕਈ ਵਾਰ ਇਹ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਗਾ। ਸੋ ਮਨੀ ਬਿੱਲ ਨਾਲ ਰਿਲੇਟਡ ਜੋ ਆਰਟੀਕਲ ਆਉਂਦਾ ਗਾ ਉਹ ਆਉਂਦਾ ਗਾ 110 ਆਰਟੀਕਲ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ। ਸੋ ਲੋਕ ਸਭਾ ਦਾ ਸਪੀਕਰ, ਲੋਕ ਸਭਾ ਦਾ ਕਰੰਟ ਦੇ ਵਿੱਚ ਸਪੀਕਰ ਕੌਣ ਹੈਗਾ? ਓਮ ਬਿਰਲਾ। ਸੋ ਪਹਿਲਾ ਲੋਕ ਸਭਾ ਦਾ ਸਪੀਕਰ ਕੌਣ ਸੀਗਾ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੇਕਰ ਤੁਹਾਨੂੰ ਪਤਾ ਹੈ ਤਾਂ। ਨੈਕਸਟ, ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀਆਂ ਧਾਰਾਵਾਂ ਯੂਨੀਅਨ ਕੇਂਦਰ ਨੂੰ ਇਹ ਫਰਜ਼ ਸੌਂਪਦੀਆਂ ਹਨ ਕਿ ਰਾਜਾਂ ਨੂੰ ਬਾਹਰੀ ਹਮਲੇ ਅਤੇ ਅੰਦਰੂਨੀ ਗੜਬੜ ਤੋਂ ਬਚਾਉਣਾ, ਤਾਂ ਕਿ ਹਰ ਰਾਜ ਦੀ ਸਰਕਾਰ ਸੰਵਿਧਾਨ ਦੇ ਉਪਬੰਧ ਅਨੁਸਾਰ ਚੱਲਦੀ ਹੈ? ਕਹਿਣ ਦਾ ਮਤਲਬ ਕੀ ਹੈਗਾ ਕਿ ਇਹ ਜਿਹਾ ਕਿਹੜਾ ਆਰਟੀਕਲ ਹੈਗਾ ਜਿਹੜਾ ਕੇਂਦਰ ਸਰਕਾਰ ਨੂੰ ਇਹ ਫਰਜ਼ ਦਿੰਦੀ ਹੈ ਕਿ ਉਹ ਹਰ ਇੱਕ ਰਾਜ ਨੂੰ ਕੋਈ ਵੀ ਬਾਹਰੀ ਹਮਲੇ ਜਾਂ ਕੋਈ ਵੀ ਅੰਦਰੂਨੀ ਗੜਬੜ ਤੋਂ ਬਚਾਉਣਾ ਉਹਨਾਂ ਦਾ ਇੱਕ ਫਰਜ਼ ਹੈਗਾ, ਇੱਕ ਕਾਨੂੰਨੀ ਤੌਰ 'ਤੇ ਫਰਜ਼ ਆ। ਉਹ ਕਿਹੜਾ ਆਰਟੀਕਲ ਹੈਗਾ? ਆਰਟੀਕਲ 352, 55, 56 ਜਾਂ 60? ਇੱਥੇ ਜੇ ਕਿਸੇ ਨੇ ਰਾਸ਼ਟਰਪਤੀ ਦੇ ਬਾਰੇ ਪੜ੍ਹਿਆ ਹੋਵੇ ਤਾਂ ਉਹ ਕੀ ਹੈਗਾ, ਆਰਟੀਕਲ 352, 56 ਅਤੇ 60। ਇਹ ਉਹਦੇ ਤਿੰਨੇ ਉਹਦੇ ਕੋਲ ਇੱਕ ਪਾਵਰਾਂ ਗੀਆਂ ਜਿਹਦੇ ਨਾਲ ਉਹ ਐਮਰਜੈਂਸੀ ਲਗਾ ਸਕਦਾ ਗਾ। ਆਰਟੀਕਲ 352 ਦੇ ਅਨੁਸਾਰ ਰਾਸ਼ਟਰਪਤੀ ਕੀ ਹੈਗਾ, ਨੈਸ਼ਨਲ ਐਮਰਜੈਂਸੀ ਦੇਸ਼ ਦੇ ਵਿੱਚ ਲਾ ਸਕਦਾ ਗਾ। ਜੇਕਰ ਉਸ ਨੂੰ ਲੱਗੇ ਕੋਈ ਬਾਹਰੋਂ ਗੜਬੜੀ ਜਾਂ ਬਾਹਰੋਂ ਹਮਲਾ ਹੋਇਆ ਗਾ ਤਾਂ ਇਸ ਮਸਲੇ ਦੇ ਵਿੱਚ ਉਹ ਕੀ ਹੈਗਾ, ਨੈਸ਼ਨਲ ਐਮਰਜੈਂਸੀ ਦੇਸ਼ ਦੇ ਵਿੱਚ ਘੋਸ਼ਿਤ ਕਰ ਸਕਦਾ ਗਾ। ਆਰਟੀਕਲ 356 ਦੇ ਅਨੁਸਾਰ ਉਹ ਕਿਸੇ ਵੀ ਰਾਜ ਦੇ ਵਿੱਚ ਸਟੇਟ ਐਮਰਜੈਂਸੀ ਲਗਾ ਸਕਦਾ ਗਾ। ਸੋ ਆਰਟੀਕਲ 360 ਦੇ ਅਨੁਸਾਰ ਜੇਕਰ ਦੇਸ਼ ਦੇ ਵਿੱਚ ਕੋਈ ਵਿੱਤੀ ਸੰਕਟ ਆਉਂਦਾ ਗਾ ਤਾਂ ਉਹ ਫਾਈਨੈਂਸ਼ੀਅਲੀ ਐਮਰਜੈਂਸੀ
ਲਗਾ ਸਕਦਾ ਗਾ। ਸੋ ਹੁਣ ਬਚਿਆ ਕਿਹੜਾ ਆਰਟੀਕਲ, ਆਰਟੀਕਲ 355। ਸੋ ਇਹੀ ਆਪਣਾ ਕੀ ਹੈਗਾ ਆਨਸਰ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਆਰਟੀਕਲ 355 ਦੇ ਅਨੁਸਾਰ ਕੇਂਦਰ ਸਰਕਾਰ ਦਾ ਇਹ ਫਰਜ਼ ਬਣਦਾ ਗਾ ਕਿ ਰਾਜ ਸਰਕਾਰ ਨੂੰ ਕਿਸੇ ਵੀ ਬਾਹਰੀ ਹਮਲੇ ਜਾਂ ਕੋਈ ਵੀ ਰਾਜ ਦੇ ਵਿੱਚ ਅੰਦਰੂਨੀ ਗੜਬੜ ਨੂੰ ਬਚਾਉਣਾ ਇੱਕ ਫਰਜ਼ ਹੈਗਾ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਖੇਤਰ ਰਾਜ ਸੂਚੀ ਦੇ ਵਿੱਚ ਸ਼ਾਮਲ ਹੈਗਾ। ਸੋ ਇਹ ਵੀ ਬਹੁਤ ਇੰਪੋਰਟੈਂਟ ਹੈਗਾ। ਖੇਤੀਬਾੜੀ ਆ, ਬੈਂਕਿੰਗ ਆ, ਮੁਦਰਾ ਜਾਂ ਰੱਖਿਆ। ਸੋ ਸੰਵਿਧਾਨ ਦੇ ਵਿੱਚ ਕੀ ਹੈਗਾ, ਇੱਕ ਅਨੁਸੂਚੀਆਂ ਆਈਆਂ 12। ਸੋ 12 ਅਨੁਸੂਚੀਆਂ ਦੇ ਵਿੱਚੋਂ ਅਨੁਸੂਚੀ ਹੈਗੀ, ਉਹਦੇ ਵਿੱਚ ਕੀ ਹੈਗਾ 3 ਸੂਚੀਆਂ ਆਉਂਦੀਆਂ ਹੈਗੀਆਂ, ਸਮਵਰਤੀ ਸੂਚੀ, ਕੇਂਦਰੀ ਸੂਚੀ ਅਤੇ ਰਾਜ ਸੂਚੀ। ਅਲੱਗ ਅਲੱਗ ਕੀ ਹੈਗਾ ਕੰਮ ਵੰਡੇ ਹੋਏ ਹੈਗੇ। ਕੇਂਦਰੀ ਸੂਚੀ ਦੇ ਵਿੱਚ ਜੋ ਵੀ ਦੇਸ਼ ਦੇ ਪ੍ਰਤੀ ਕੰਮ ਕਰਦੀ ਹੈਗੀ, ਦੇਸ਼ ਦੀ ਖਾਤਰ ਉਹ ਕਰਦੀ ਹੈ। ਕੇਂਦਰ ਦੇ ਸਰਕਾਰ ਦੇ ਦੁਆਰਾ ਕੋਈ ਵੀ ਚੀਜ਼ ਬਣਾਈ ਜਾਂਦੀ ਹੈਗੀ, ਉਹ ਕੇਂਦਰ ਸਰਕਾਰ ਉਸਦੇ ਵਿੱਚ ਕੰਮ ਕਰਦੀ ਹੈਗੀ, ਜਿਹਦੇ ਵਿੱਚ ਅਲੱਗ ਅਲੱਗ ਵਿਸ਼ੇ ਦਿੱਤੇ ਹੋਏ ਹੈਗੇ, ਜਿਵੇਂ ਕਿ ਰੱਖਿਆ ਹੋ ਗਿਆ, ਸਿਕਿਉਰਿਟੀ ਹੋ ਗਈ, ਬੈਂਕਾਂ ਹੋ ਗਈਆਂ, ਇਹ ਸਾਰੀਆਂ ਕੇਂਦਰ ਸੂਚੀ ਦੇ ਵਿੱਚ ਆਉਂਦੀਆਂ। ਰਾਜ ਸੂਚੀ ਦੇ ਵਿੱਚ ਕੀ ਆ ਗਿਆ, ਜਿਵੇਂ ਕਿ ਖੇਤੀਬਾੜੀ ਆ ਗਈ, ਕੋਈ ਵੀ ਚੀਜ਼ ਆ ਗਈ, ਇਹ ਸਾਰੀ ਕੀ ਹੈਗਾ ਰਾਜ ਸੂਚੀ ਦੇ ਵਿੱਚ ਆਉਂਦੀ ਹੈਗੀ। ਸੋ ਸਮਵਰਤੀ ਸੂਚੀ ਦੇ ਵਿੱਚ ਜਿਵੇਂ ਕਿ ਐਜੂਕੇਸ਼ਨ ਹੋ ਗਈ, ਜਿਹਦੇ ਦੇ ਵਿੱਚ ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਇਹੋ ਜਿਹੀਆਂ ਇਹਨੂੰ ਕੀ ਬੋਲਦਾ ਕਿ ਸਮਵਰਤੀ ਸੂਚੀ। ਇਹ ਅਨੁਸੂਚੀਆਂ ਬਹੁਤ ਜ਼ਰੂਰੀ ਹਨ। ਸੋ ਨੈਕਸਟ ਵੀਡੀਓ ਆਪਾਂ ਇਹਦੇ ਉੱਪਰ ਹੀ ਲੈ ਕੇ ਆਵਾਂਗੇ। ਇਹਦੇ ਵਿੱਚੋਂ ਕੀ ਆਪਣੇ 1 ਜਾਂ 2 ਨੰਬਰ ਜ਼ਰੂਰ ਬਣਦੇ ਹੈਗੇ। ਸੋ ਹੁਣ ਖੇਤਰ ਰਾਜ ਸੂਚੀ ਵਿੱਚ ਕਿਹੜਾ ਸ਼ਾਮਲ ਹੈਗਾ। ਸੋ ਇਹਦੇ ਵਿੱਚ ਆ ਗਿਆ ਖੇਤੀਬਾੜੀ, ਆਪਸ਼ਨ ਏ ਇਸ ਦਾ ਰਾਈਟ ਆਨਸਰ। ਸੋ ਰਾਜ ਸੂਚੀ ਦੇ ਵਿੱਚ ਜੋ ਸ਼ਾਮਲ ਹੋਊਗਾ ਖੇਤੀਬਾੜੀ। ਬੈਂਕਾਂ ਹੋ ਗਈਆਂ, ਪੈਸੇ ਨਾਲ ਰਿਲੇਟਡ ਹੋ ਗਿਆ, ਰੱਖਿਆ ਹੋ ਗਈ, ਇਹ ਸਾਰੀਆਂ ਕਿਹਦੇ ਦੇ ਵਿੱਚ ਆ ਗਏ ਕੇਂਦਰੀ ਰਾਜ ਸੂਚੀ ਦੇ ਵਿੱਚ ਇਹ ਆ ਗਈਆਂ। ਇਹਦੇ ਦੇ ਉੱਪਰ ਜੋ ਵੀ ਕਾਨੂੰਨ ਵਗੈਰਾ ਬਣਾਉਣਾ ਉਹ ਕੇਂਦਰ ਸਰਕਾਰ ਦੇ ਦੁਆਰਾ ਹੀ ਬਣਾਇਆ ਜਾਂਦਾ ਹੈਗਾ। ਨੈਕਸਟ, ਭਾਰਤੀ ਸੰਵਿਧਾਨ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨੂੰ ਕਿਸ ਸਾਲ ਅਤੇ ਕਿਹੜੇ ਸੰਵਿਧਾਨਿਕ ਸੋਧ ਦੁਆਰਾ ਰਸਮੀ ਰੂਪ ਦਿੱਤਾ ਗਿਆ ਸੀਗਾ। ਬਹੁਤ ਇੰਪੋਰਟੈਂਟ ਹੈ ਇਹ, ਬਹੁਤ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਹੈਗਾ। ਭਾਰਤੀ ਸੰਵਿਧਾਨ ਦੇ ਵਿੱਚ ਵੀ ਪੰਚਾਇਤੀ ਰਾਜ ਪ੍ਰਣਾਲੀ ਕਦੋਂ ਸ਼ੁਰੂ ਹੋਈ ਸੀ ਅਤੇ ਕਿਹੜੀ ਅਮੈਂਡਮੈਂਟ ਦੇ ਦੁਆਰਾ ਇਹਨੂੰ ਰਸਮੀ ਰੂਪ ਦਿੱਤਾ ਗਿਆ ਸੀਗਾ। 36ਵੀਂ ਅਮੈਂਡਮੈਂਟ ਹੋਈ ਸੀ 1975 ਦੇ ਵਿੱਚ, ਉਸ ਦੇ ਵਿੱਚ 44ਵੀਂ ਅਮੈਂਡਮੈਂਟ 1978 ਦੇ ਵਿੱਚ, 61ਵੀਂ ਅਮੈਂਡਮੈਂਟ 1999 ਦੇ ਵਿੱਚ ਜਾਂ 73ਵੀਂ ਅਮੈਂਡਮੈਂਟ 1992 ਦੇ ਵਿੱਚ। ਸੋ ਇਹ ਜੋ ਸੰਵਿਧਾਨਿਕ ਸੋਧ ਹੋਈ ਸੀਗੀ ਇਹ ਹੋਈ ਸੀਗੀ 73ਵੀਂ ਅਮੈਂਡਮੈਂਟ ਹੋਈ ਸੀਗੀ 1992 ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਪੰਚਾਇਤਾਂ ਦਾ ਜ਼ਿਕਰ ਜੋ ਆਉਂਦਾ ਗਾ ਇਹ 11ਵੀਂ ਅਨੁਸੂਚੀ ਦੇ ਵਿੱਚ ਆਉਂਦਾ ਗਾ। 12 ਅਨੁਸੂਚੀਆਂ ਦੇ ਵਿੱਚੋਂ 11ਵੀਂ ਅਨੁਸੂਚੀ ਦੇ ਵਿੱਚ ਪੰਚਾਇਤਾਂ ਦਾ ਜ਼ਿਕਰ ਆਉਂਦਾ ਗਾ। ਉਹਦੇ ਅਨੁਸਾਰ ਹੀ 73ਵੀਂ ਅਮੈਂਡਮੈਂਟ ਹੋਈ ਸੀ 1992 ਦੇ ਵਿੱਚ। ਸੋ ਇਹ ਜੋ 11ਵੀਂ ਅਨੁਸੂਚੀ ਆ ਇਹਦੇ ਵਿੱਚ 29 ਵਿਸ਼ੇ ਲਏ ਗਏ ਹੈਗੇ ਕਿ ਪੰਚਾਇਤਾਂ 29 ਵਿਸ਼ਿਆਂ ਦੇ ਉੱਪਰ ਕੀ ਹੈਗਾ ਕੰਮ ਕਰਨਗੀਆਂ। ਸੋ ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਵੀ ਹੈਗਾ ਜੋ ਕੀ ਹੈਗਾ ਉਹ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਕਿਹਦੇ ਨਾਲ ਹੈਗਾ, ਇਹ ਵੀ ਪੰਚਾਇਤਾਂ ਦੇ ਨਾਲ ਹੀ ਆ, ਜੋ ਕਿ 1957 ਦੇ ਵਿੱਚ ਬਣੀ ਸੀਗੀ। ਸੋ ਇਸ ਕਮੇਟੀ ਦੇ ਆਧਾਰ 'ਤੇ ਹੀ ਕੀ ਹੋਇਆ ਸੀਗਾ 2 ਅਕਤੂਬਰ 1959 ਨੂੰ ਕੀ ਹੋਇਆ ਸੀਗਾ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਪਹਿਲੀਆਂ ਪੰਚਾਇਤ ਸਟਾਰਟ ਕੀਤੀ ਸੀਗੀ। ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਪੰਚਾਇਤਾਂ ਕਿੱਥੇ ਹੋਈਆਂ ਸਟਾਰਟ ਹੋਈਆਂ ਸੀਗੀਆਂ। ਸੋ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੇ ਵਿੱਚ ਇਹ ਕੀ ਹੋਇਆ ਸੀਗਾ ਸਟਾਰਟ ਹੋਇਆ ਸੀ ਪੰਚਾਇਤੀ ਸਿਸਟਮ। ਸੋ ਜੇਕਰ ਆਰਟੀਕਲ ਪੁੱਛਿਆ ਜਾਵੇ ਕਿ ਪੰਚਾਇਤਾਂ ਨਾਲ ਰਿਲੇਟਡ ਆਰਟੀਕਲ ਕਿਹੜਾ ਹੈਗਾ, ਸੋ ਆਰਟੀਕਲ ਹੈਗਾ ਗਾ 243 ਜੀ। ਇਹ ਵੀ ਪੰਚਾਇਤਾਂ ਨਾਲ ਰਿਲੇਟਡ ਆਰਟੀਕਲ ਹੈਗਾ। ਸੋ ਪਿੰਡ ਦੀ ਪੰਚਾਇਤ ਦੀ ਜੋ ਬੈਠਕ ਹੈਗੀ ਕਈ ਵਾਰ ਪੇਪਰ ਦੇ ਵਿੱਚ ਆਉਂਦਾ ਕਿ ਪਿੰਡ ਦੀ ਬੈਠਕ ਦੀ ਮਿਆਦ ਕਿੰਨੇ ਟਾਈਮ ਬਾਅਦ ਹੋਣੀ ਜ਼ਰੂਰੀ ਹੈਗੀ ਵੀ ਪਿੰਡ ਦੀ ਪੰਚਾਇਤ ਦੀ। ਸੋ 3 ਮਹੀਨਿਆਂ ਦੇ ਬਾਅਦ ਇੱਕ ਵਾਰੀ ਬੈਠਕ ਹੋਣੀ ਜ਼ਰੂਰੀ ਹੈਗੀ ਆ। ਤੁਸੀਂ ਦੇਖਿਓ ਪੰਚਾਇਤ ਜੋ ਪਿੰਡਾਂ ਦੇ ਵਿੱਚ ਮੋਸਟਲੀ ਰਹਿੰਦੇ ਆ ਆਪਣੇ ਪਿੰਡਾਂ ਦੇ ਵਿੱਚ ਕੀ ਹੈਗਾ 3 ਵਾਰੀ
ਪੰਚਾਇਤ ਸੈਕਟਰੀ ਆਉਂਦਾ ਗਾ। ਪੰਚਾਇਤ ਘਰ ਦੇ ਵਿੱਚ ਪਿੰਡ ਦੇ ਲੋਕ ਬੁਲਾਏ ਜਾਂਦੇ ਹੈਗੇ। ਉੱਥੇ ਪਿੰਡ ਦੇ ਪ੍ਰਤੀ ਕੀ ਹੈਗਾ ਹੱਕ ਦੇ ਵਿੱਚ ਫੈਸਲੇ ਲਏ ਜਾਂਦੇ ਹੈਗੇ ਕਿ ਕੀ ਪਿੰਡ ਦੇ ਵਿੱਚ ਕਰਨਾ ਗਾ ਕੀ ਨਹੀਂ ਕਰਨਾ ਗਾ। ਉਸ ਦੇ ਰਿਗਾਰਡਿੰਗ ਪਿੰਡ ਦਾ ਸਰਪੰਚ ਪਿੰਡ ਦੇ ਲੋਕਾਂ ਦੀ ਕੀ ਹੈਗਾ ਸਮੱਸਿਆਵਾਂ ਵੀ ਸੁਣਦਾ ਗਾ। ਸੋ ਜੋ ਕਿ ਇੱਕ ਪਾਵਰ ਹੁੰਦੀ ਆ, ਸਭ ਤੋਂ ਵੱਡੀ ਇਕਾਈ ਹੈਗੀ ਪੰਚਾਇਤ ਹੈਗੀ। ਪੰਚਾਇਤ ਅਜਿਹੀ ਚੀਜ਼ ਹੈਗੀ ਜਿਹਦੀ ਕੋਈ ਫੈਸਲਾ ਲਿਆ ਵਾ ਸੁਪਰੀਮ ਕੋਰਟ ਵੀ ਨਹੀਂ ਟਾਲ ਸਕਦੀ ਗੀ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕੇਸ ਸੁਪਰੀਮ ਕੋਰਟ ਦੇ ਵਿੱਚ ਸਿੱਧੇ ਤੌਰ 'ਤੇ ਫਾਈਲ ਨਹੀਂ ਕੀਤਾ ਜਾ ਸਕਦਾ ਗਾ। ਸੋ 2 ਜਾਂ 2 ਤੋਂ ਵੱਧ ਰਾਜਾਂ ਦੇ ਵਿਵਾਦ ਦੇ ਜੇਕਰ ਹੋ ਜੇ ਤਾਂ ਉਹ ਕੇਸ ਸੁਪਰੀਮ ਕੋਰਟ 'ਚ ਸਿੱਧਾ ਦਾਖਲ ਨਹੀਂ ਕੀਤਾ ਜਾ ਸਕਦਾ। ਮੌਲਿਕ ਅਧਿਕਾਰ ਦੇ ਉੱਤੇ ਅਯੋਗਤਾ ਦੇ ਵਿਰੁੱਧ ਕੇਸ ਦਰਜ ਜੇ ਕਿਸੇ ਦੀ ਜਾਇਦਾਦ ਨੂੰ ਕਿਸੇ ਦੂਜੇ ਦੇ ਵੱਲੋਂ ਜ਼ਬਰਦਸਤੀ ਕਬਜ਼ਾ ਕੀਤਾ ਜਾਂਦਾ ਹੈ ਜਾਂ A ਤੇ B ਦੋਨੋਂ। ਸੋ ਸੁਪਰੀਮ ਕੋਰਟ ਦੇ ਵਿੱਚ ਸਿੱਧਾ ਜੋ ਕੇਸ ਹੈਗਾ ਉਹ ਫਾਈਲ A ਤੇ B ਦੋਨੇ ਕੀਤੇ ਜਾ ਸਕਦੇ ਹੈਗੇ। ਸੋ ਆਪਸ਼ਨ D ਇਜ਼ ਦਾ ਰਾਈਟ ਆਨਸਰ, ਕਿਉਂਕਿ ਜੋ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸੁਪਰੀਮ ਕੋਰਟ ਦੇ ਵਿੱਚ ਸਿੱਧੇ ਤੌਰ 'ਤੇ ਦਾਖਲ ਨਹੀਂ ਕੀਤਾ ਜਾ ਸਕਦਾ। ਸੌਰੀ ਇਹਦੇ ਵਿੱਚ ਕੀ ਹੈਗਾ ਆਪਸ਼ਨ C ਆਊਗਾ ਜੋ ਕਿ ਸਿੱਧੇ ਤੌਰ 'ਤੇ ਦਾਖਲ ਨਹੀਂ ਕੀਤਾ ਜਾ ਸਕਦਾ। ਜੋ ਸਿੱਧੇ ਤੌਰ 'ਤੇ ਦਾਖਲ ਕੀਤੇ ਜਾ ਸਕਦੇ ਆ ਉਹ ਕੀਤੇ ਜਾ ਸਕਦੇ ਆ 2 ਜਾਂ 2 ਤੋਂ ਰਾਜਾਂ ਦੇ ਬਾਅਦ ਜੇਕਰ ਵਿਵਾਦ ਪੈਦਾ ਹੋ ਜੇ, ਜੇਕਰ ਆਪਣੇ ਕੋਈ ਮੌਲਿਕ ਅਧਿਕਾਰਾਂ ਨੂੰ ਅਯੋਗਤਾ ਪਹੁੰਚਾਉਂਦਾ ਤਾਂ ਉਹ ਆਪਾਂ ਆਰਟੀਕਲ 32 ਦੇ ਅਨੁਸਾਰ ਅਤੇ ਹਾਈ ਕੋਰਟ ਦੇ ਵਿੱਚ ਆਰਟੀਕਲ 226 ਦੇ ਅਨੁਸਾਰ ਰਿਟ ਦਾਇਰ ਕਰ ਸਕਦੇ ਹੈਗੇ। ਹਾਂ, ਜੇਕਰ ਤੁਹਾਡੇ ਕੋਈ ਜ਼ਮੀਨ ਜਾਇਦਾਦ, ਕਿਉਂਕਿ ਇਹ ਜ਼ਮੀਨ ਜਾਇਦਾਦ ਕੋਈ ਜ਼ਬਰਦਸਤੀ ਕਬਜ਼ਾ ਕਰਦਾ ਜਾਂ ਕੁਝ ਵੀ ਕਰਦਾ ਗਾ, ਇਹ ਛੋਟੀਆਂ ਅਦਾਲਤਾਂ ਦੇ ਵਿੱਚ ਕੇਸ, ਸਿਵਲ ਦੇ ਵਿੱਚ ਕੇਸ ਇਹ ਲਗਾਏ ਜਾ ਸਕਦੇ ਹੈਗੇ। ਸੋ ਆਪਸ਼ਨ C ਇਜ਼ ਦਾ ਰਾਈਟ ਆਨਸਰ। ਇਹਦੇ ਵਿੱਚ ਆਪਣਾ ਸਹੀ ਉੱਤਰ ਬਣੂਗਾ ਆਪਸ਼ਨ C। ਨੈਕਸਟ, ਭਾਰਤੀ ਸੰਵਿਧਾਨ ਦੀਆਂ ਕਿਹੜੀਆਂ ਸੋਧਾਂ ਨੂੰ ਛੋਟਾ ਸੰਵਿਧਾਨ ਜਾਂ ਮਿੰਨੀ ਕੌਂਸਟੀਟਿਊਸ਼ਨ ਮੰਨਿਆ ਜਾਂਦਾ ਗਾ। ਸੋ ਕਿਹੜੇ ਨੂੰ ਅਮੈਂਡਮੈਂਟ ਨੂੰ ਜਾਂ ਕਿਸ ਸੋਧ ਨੂੰ ਮਿੰਨੀ ਕੌਂਸਟੀਟਿਊਸ਼ਨ ਮੰਨਿਆ ਜਾਂਦਾ। 24ਵੀਂ ਸੋਧ ਨੂੰ, 42ਵੀਂ ਸੋਧ ਨੂੰ, 44ਵੀਂ ਸੋਧ ਨੂੰ ਜਾਂ 61ਵੀਂ ਸੋਧ ਨੂੰ। ਸੋ ਇਹ ਜੋ ਮੰਨਿਆ ਜਾਂਦਾ, ਇਹ ਮੰਨਿਆ ਜਾਂਦਾ ਗਾ 42ਵੀਂ ਸੋਧ ਨੂੰ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਸੋ ਇਹ 42ਵੀਂ ਸੋਧ ਹੋਈ ਸੀਗੀ 1976 ਦੇ ਵਿੱਚ। ਉਸ ਸਮੇਂ ਪ੍ਰਧਾਨ ਮੰਤਰੀ ਕੌਣ ਸੀਗੀ? ਸ਼੍ਰੀਮਤੀ ਇੰਦਰਾ ਗਾਂਧੀ। ਇੰਦਰਾ ਗਾਂਧੀ ਦੇ ਸਮੇਂ ਇਹ ਅਮੈਂਡਮੈਂਟ ਹੋਈ ਸੀਗੀ ਜਿਹਨੂੰ ਕਿ ਮਿੰਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈਗਾ। ਹੁਣ ਮਿੰਨੀ ਕੌਂਸਟੀਟਿਊਸ਼ਨ ਇਹਨੂੰ ਜਾਂ ਛੋਟਾ ਸੰਵਿਧਾਨ ਕਿਉਂ ਕਿਹਾ ਜਾਂਦਾ? ਕਿਉਂਕਿ ਇਸ 42ਵੀਂ ਸੰਵਿਧਾਨਿਕ ਸੋਧ ਦੇ ਵਿੱਚ ਇੰਨੀਆਂ ਕੁ ਅਮੈਂਡਮੈਂਟਾਂ ਹੋਈਆਂ ਸਨ ਜੋ ਕਿ ਇੱਕ ਕੌਂਸਟੀਟਿਊਸ਼ਨ ਦੀ ਤਰ੍ਹਾਂ ਲੱਗਦੀਆਂ ਸਨ। ਬਹੁਤ ਸਾਰੀਆਂ ਅਮੈਂਡਮੈਂਟਾਂ ਹੋਈਆਂ ਸੀਗੀਆਂ, ਜਿਵੇਂ ਕਿ ਤੁਹਾਨੂੰ ਥੋੜ੍ਹੀਆਂ ਜਿਹੀਆਂ ਦੱਸਦਾ ਹੀ ਹਾਂ ਕਿ ਉਦੋਂ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਸੀਗੀ, ਪ੍ਰੈਂਬਲ ਸੀ, ਉਹਦੇ ਵਿੱਚ 3 ਸ਼ਬਦ ਜੋੜੇ ਗਏ ਸੀਗੇ। ਕਿਹੜੇ? ਸਮਾਜਵਾਦੀ। ਇਹ ਵੀ ਚੀਜ਼ ਪੇਪਰ ਦੇ ਵਿੱਚ ਬਹੁਤ ਪੁੱਛੀ ਜਾਂਦੀ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ 3 ਸ਼ਬਦ ਕਦੋਂ ਜੋੜੇ ਗਏ ਸੀਗੇ। ਸੋ ਇਹ ਜੋੜੇ ਗਏ ਸੀਗੇ 42ਵੀਂ ਸੋਧ 1976 ਦੇ ਵਿੱਚ। ਕਿਹੜੇ ਜੋੜੇ ਗਏ ਸੀਗੇ? ਸਮਾਜਵਾਦੀ, ਧਰਮ ਨਿਰਪੱਖਤਾ ਅਤੇ ਅਖੰਡਤਾ। ਇਹ 3 ਸ਼ਬਦ ਭਾਰਤੀ ਸੰਵਿਧਾਨ ਦੇ ਪ੍ਰਸਤਾਵਨਾ ਦੇ ਵਿੱਚ, ਪ੍ਰੈਂਬਲ ਦੇ ਵਿੱਚ ਜੋੜੇ ਗਏ ਸੀ। ਸਮਾਜਵਾਦੀ, ਧਰਮ ਨਿਰਪੱਖਤਾ ਅਤੇ ਅਖੰਡਤਾ, ਇਹ 3 ਸ਼ਬਦ ਜੋੜੇ ਗਏ ਸੀਗੇ। ਅਤੇ ਹੋਰ ਭਾਗ 4 ਦੇ ਵਿੱਚ, ਜੋ ਕਿ ਭਾਗ ਚੌਥਾ ਸੰਵਿਧਾਨ ਦੇ 22 ਭਾਗ ਆ ਗਏ, ਭਾਗ 4 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਜੋੜੀਆਂ ਗਈਆਂ ਸੀਗੀਆਂ। ਸੋ ਇਹ ਵੀ ਇੱਕ ਇਹਦੇ ਵਿੱਚ ਸੋਧ ਦੇ ਵਿੱਚ ਲੈ ਕੇ ਆਏ ਸੀਗੇ ਅਤੇ ਰਾਸ਼ਟਰਪਤੀ ਲਈ ਇਹ ਜ਼ਰੂਰੀ ਕਰਤਾ ਸੀ ਕਿ ਉਹ ਮੰਤਰੀ ਮੰਡਲ ਦੀ ਸਲਾਹ ਦੇ ਅਨੁਸਾਰ ਹੀ ਕੰਮ ਕਰੇਗਾ। ਇਹ ਵੀ ਇੱਕ ਅਮੈਂਡਮੈਂਟ ਲੈ ਕੇ ਆਏ ਸੀ। ਇੱਕ ਸਭ ਤੋਂ ਵੱਡੀ ਹੋਰ ਗੱਲ ਲੈ ਕੇ ਆਏ ਸੀ ਕਿ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ, ਪਰ ਉਹ ਇਸ ਅਮੈਂਡਮੈਂਟ ਦੇ ਅਨੁਸਾਰ 5 ਸਾਲ ਤੋਂ ਵਧਾ ਕੇ
6 ਸਾਲ ਕਰਤਾ ਸੀਗਾ। ਇਹ ਕੁਝ ਕੁ ਖਾਸ ਅਮੈਂਡਮੈਂਟਾਂ ਸੀਗੀਆਂ, ਹੋਰ ਵੀ ਬਹੁਤ ਸਾਰੀਆਂ ਅਮੈਂਡਮੈਂਟਾਂ ਛੋਟੀਆਂ ਕੀਤੀਆਂ ਗਈਆਂ ਸੀਗੀਆਂ। ਕੀ ਸੀ, ਇੱਕ ਤਾਂ ਸਭ ਤੋਂ ਮੇਨ ਕੀ ਸੀ, ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ 3 ਸ਼ਬਦ ਜੋੜੇ ਗਏ ਸੀਗੇ, ਸਮਾਜਵਾਦੀ, ਧਰਮ ਨਿਰਪੱਖਤਾ ਅਤੇ ਅਖੰਡਤਾ। ਭਾਗ 4 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਜੋੜੀਆਂ ਗਈਆਂ ਸੀ। ਰਾਸ਼ਟਰਪਤੀ ਲਈ ਜ਼ਰੂਰੀ ਕਰਤਾ ਸੀ ਕਿ ਉਹ ਮੰਤਰੀ ਮੰਡਲ ਦੀ ਸਲਾਹ ਦੇ ਅਨੁਸਾਰ ਹੀ ਕੋਈ ਵੀ ਫੈਸਲਾ ਲਵੇਗਾ ਜਾਂ ਕੰਮ ਕਰੇਗਾ, ਅਤੇ ਲੋਕ ਸਭਾ ਦਾ ਕਾਰਜਕਾਲ 5 ਸਾਲ ਤੋਂ 6 ਸਾਲ ਲਈ ਕਰਤਾ ਸੀਗਾ। ਪਰ ਬਾਅਦ ਵਿੱਚ ਕੀ ਹੋਇਆ ਸੀਗਾ, 44ਵੀਂ ਅਮੈਂਡਮੈਂਟ ਦੇ ਵਿੱਚ ਕੀ ਕਰਤਾ ਸੀਗਾ, ਕੁਝ ਕੁ ਫੈਸਲਿਆਂ ਨੂੰ ਵਾਪਸ ਲਿਆ ਗਿਆ ਸੀਗਾ, ਜਿਵੇਂ ਕਿ ਲੋਕ ਸਭਾ ਦਾ ਕਾਰਜਕਾਲ ਫਿਰ 6 ਸਾਲ ਤੋਂ 5 ਸਾਲ ਕਰਤਾ ਸੀਗਾ। ਸੋ ਇਹ ਸੀ, ਇਸ ਕਰਕੇ ਹੀ ਇਹਨੂੰ ਮਿੰਨੀ ਕੌਂਸਟੀਟਿਊਸ਼ਨ ਜਾਂ ਛੋਟਾ ਸੰਵਿਧਾਨ ਕਿਹਾ ਜਾਂਦਾ ਗਾ। ਨੈਕਸਟ, ਸੰਸਦ ਦੀਆਂ ਕਿਹੜੀਆਂ 2 ਕਮੇਟੀਆਂ ਨੂੰ ਜੋੜੀਆਂ ਭੈਣਾਂ ਜਾਂ ਟਵਿਨ ਸਿਸਟਰ ਕਿਹਾ ਜਾਂਦਾ ਗਾ। ਸੋ ਕਿਹੜੀਆਂ 2 ਕਮੇਟੀਆਂ ਨੂੰ ਕਿਹਾ ਜਾਂਦਾ, ਪਬਲਿਕ ਅਕਾਊਂਟਸ ਕਮੇਟੀ ਐਂਡ ਐਸਟੀਮੇਟ ਕਮੇਟੀ, ਪਬਲਿਕ ਅਕਾਊਂਟ ਕਮੇਟੀ ਐਂਡ ਪਬਲਿਕ ਅੰਡਰਟੇਕਿੰਗਸ, ਲਾਅ ਕਮੇਟੀ ਐਂਡ ਲਾਅ ਕਮੇਟੀ, ਡੈਲੀਗੇਟਡ ਲੈਜੀਸਲੇਸ਼ਨ। ਸੋ ਕਮੇਟੀ ਔਨ ਪ੍ਰਿਵਿਲੇਜਸ ਐਂਡ ਕਮੇਟੀ ਇਨ ਪਟੀਸ਼ਨਸ। ਸੋ ਕਿਹੜੀਆਂ ਕਮੇਟੀਆਂ ਨੂੰ ਜੋੜੀਆਂ ਭੈਣਾਂ ਜਾਂ ਟਵਿਨ ਸਿਸਟਰ ਕਿਹਾ ਜਾਂਦਾ ਗਾ। ਸੋ ਇਹ ਕਿਹਾ ਜਾਂਦਾ ਗਾ ਪਬਲਿਕ ਅਕਾਊਂਟ ਐਂਡ ਐਸਟੀਮੇਟ ਕਮੇਟੀ ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਪਬਲਿਕ ਕਮੇਟੀ ਮੀਨਜ਼ ਲੋਕ ਲੇਖਾ ਕਮੇਟੀ। ਇਹ ਸੰਸਦ ਦੇ ਜਿਹੜੇ ਵੀ ਚੁਣੇ ਹੋਏ ਮੈਂਬਰ ਹੈਗੇ ਉਹਨਾਂ ਦੀ ਕਮੇਟੀ ਬਣਾਈ ਜਾਂਦੀ ਹੈਗੀ। ਇਹਦਾ ਗਠਨ ਜਿਹੜਾ ਗਾ, ਜਿਵੇਂ ਕਿ ਕਮੇਟੀ ਬਣਦੀ ਹੈ, ਇਹਦੀ ਭਾਰਤ ਦੀ ਸੰਸਦ ਦੇ ਦੁਆਰਾ ਹੀ ਬਣਾਇਆ ਜਾਂਦਾ ਗਾ। ਇਹਦਾ ਕੰਮ ਕੀ ਹੁੰਦਾ ਗਾ, ਜੋ ਵੀ ਸਰਕਾਰ ਦਾ ਮਾਲੀਆ ਹੁੰਦਾ ਜਾਂ ਖਰਚਾ ਹੁੰਦਾ ਗਾ, ਇਹਦਾ ਲੇਖਾ ਜੋਖਾ ਇਹ ਕਮੇਟੀ ਦੇ ਦੁਆਰਾ ਹੀ ਤਿਆਰ ਕੀਤਾ ਜਾਂਦਾ ਗਾ। ਸੋ ਹੁਣ ਜਿਹੜੀ ਐਸਟੀਮੇਟ ਕਮੇਟੀ ਹੈਗੀ ਜਾਂ ਅਨੁਮਾਨ ਕਮੇਟੀ ਵੀ ਕਹਿ ਦਿੰਦੇ, ਜਿਹਨੂੰ ਪੰਜਾਬੀ ਦੇ ਵਿੱਚ ਅਨੁਮਾਨ ਕਮੇਟੀ ਕਹਿ ਦੇਣਾ ਹੈਗਾ, ਅਤੇ ਪਬਲਿਕ ਅਕਾਊਂਟ ਨੂੰ ਕਮੇਟੀ ਨੂੰ ਕਹਿੰਦੇ ਲੋਕ ਲੇਖਾ ਕਮੇਟੀ। ਇਹ ਕਮੇਟੀ ਦੇ ਵਿੱਚ ਕੀ ਹੈ, ਐਸਟੀਮੇਟ ਕਮੇਟੀ ਦੇ ਵਿੱਚ, ਅਨੁਮਾਨ ਕਮੇਟੀ ਦੇ ਵਿੱਚ 30 ਮੈਂਬਰ ਹੁੰਦੇ ਹੈਗੇ। ਇਹ ਕੀ ਕਰਦੇ ਕਿ ਜੋ ਵੀ ਆਪਣਾ ਬਜਟ ਤਿਆਰ ਹੁੰਦਾ ਗਾ, ਉਹ ਬਜਟ ਦੇ ਅਨੁਮਾਨਾਂ ਦੇ ਬਾਰੇ ਜਾਂਚ ਕਰਦੀ ਹੈਗੀ ਕਿ ਕਿੰਨਾ ਹਰ ਇੱਕ ਚੀਜ਼ ਦਾ ਬਜਟ ਹੈਗਾ। ਸੋ ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ ਹੈਗਾ, ਐਸਟੀਮੇਟ ਜਾਂ ਅਨੁਮਾਨ ਕਮੇਟੀ। ਸੋ ਇਹ ਹੈਗਾ, ਇਹਨਾਂ ਨੂੰ ਟਵਿਨ ਸਿਸਟਰ ਜਾਂ ਜੋੜੀਆਂ ਭੈਣਾਂ ਕਿਹਾ ਜਾਂਦਾ ਹੈਗਾ। ਨੈਕਸਟ, ਸੋ ਹੇਠ ਲਿਖਿਆਂ ਵਿੱਚੋਂ ਭਾਰਤੀ ਸੰਵਿਧਾਨ ਦੀ ਅਨੁਸੂਚੀ ਸ਼ਡਿਊਲਸ ਆਫ ਕੌਂਸਟੀਟਿਊਸ਼ਨ ਬਾਰੇ ਕਿਹੜੀ ਗੱਲ ਗਲਤ ਆ ਗਈ। ਸੋ ਕਿਹੜੀ ਗੱਲ ਇਹਦੇ ਵਿੱਚੋਂ ਗਲਤ ਆ ਗਈ। ਸੰਵਿਧਾਨ ਦੇ ਵਿੱਚ ਕੁੱਲ 12 ਅਨੁਸੂਚੀਆਂ ਹਨ। ਅਨੁਸੂਚੀ 11ਵੀਂ ਅਤੇ 12ਵੀਂ ਵਿੱਚ 73ਵੀਂ ਅਤੇ 74ਵੀਂ ਸੋਧ ਰਾਹੀਂ ਜੋੜੀਆਂ ਗਈਆਂ ਸੀ। 9ਵੀਂ ਅਨੁਸੂਚੀ ਨੂੰ ਸੰਵਿਧਾਨ ਦੀ ਪਹਿਲੀ ਸੋਧ ਰਾਹੀਂ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀ। ਐਂਟੀ ਡਿਫੈਕਸ਼ਨ ਲਾਅ 10ਵੀਂ ਅਨੁਸੂਚੀ ਦੇ ਵਿੱਚ ਹੈ, ਅਤੇ ਇਹ 42ਵੀਂ ਸੋਧ ਰਾਹੀਂ ਸੰਵਿਧਾਨ ਦੇ ਵਿੱਚ ਜੋੜੀ ਗਈ ਸੀਗੀ। ਸੋ ਭਾਰਤੀ ਸੰਵਿਧਾਨ ਦੇ ਵਿੱਚ ਜੋ ਕਿ ਕੁੱਲ ਅਨੁਸੂਚੀਆਂ ਕਿੰਨੀਆਂ ਗਈਆਂ, 12। ਇਹ ਬਿਲਕੁਲ ਸਹੀ ਆ। ਅਨੁਸੂਚੀ 11ਵੀਂ ਅਤੇ 12ਵੀਂ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਰਾਹੀਂ ਜੋੜੀ ਗਈ ਹੈਗੀ। ਇਹ ਵੀ ਬਿਲਕੁਲ ਸਹੀ ਹੈਗੀ, ਕਿਉਂਕਿ 11ਵੀਂ ਅਨੁਸੂਚੀ ਦਾ ਸੰਬੰਧ ਪੰਚਾਇਤਾਂ ਨਾਲ ਅਤੇ 12ਵੀਂ ਦਾ ਸੰਬੰਧ ਮਿਊਨਿਸਪਲ ਕਮੇਟੀਆਂ ਦੇ ਨਾਲ ਹੈਗਾ ਗਾ। ਸੋ 9ਵੀਂ ਅਨੁਸੂਚੀ ਨੂੰ ਸੰਵਿਧਾਨ ਦੀ ਪਹਿਲੀ ਸੋਧ ਰਾਹੀਂ ਜੋੜਿਆ ਗਿਆ ਸੀ, ਬਿਲਕੁਲ ਸਹੀ ਹੈਗਾ, ਕਿਉਂਕਿ 9ਵੀਂ ਅਨੁਸੂਚੀ ਨੂੰ 1951 ਦੇ ਵਿੱਚ ਪਹਿਲੀ ਅਮੈਂਡਮੈਂਟ ਦੇ ਰਾਹੀਂ ਜੋੜਿਆ ਗਿਆ ਸੀਗਾ। ਸੋ ਐਂਟੀ ਡਿਫੈਕਸ਼ਨ ਲਾਅ 10ਵੀਂ ਅਨੁਸੂਚੀ ਦੇ ਵਿੱਚ ਸ਼ਾਮਲ ਹੈ, ਇਹ ਬਿਲਕੁਲ ਸਹੀ ਆ। ਪਰ ਇਹਦੇ ਵਿੱਚ ਕੀ ਗਲਤ ਆ, ਇਹ 42ਵੀਂ ਸੋਧ ਰਾਹੀਂ ਨਹੀਂ ਜੋੜਿਆ ਗਿਆ ਸੀ। ਇਹ ਜੋੜਿਆ ਗਿਆ ਸੀਗਾ ਕਿਹੜੀ ਰਾਹੀਂ, ਇਹ ਜੋੜਿਆ ਗਿਆ ਸੀਗਾ 52ਵੀਂ ਅਮੈਂਡਮੈਂਟ ਰਾਹੀਂ। ਸੋ ਇੱਥੇ ਕੀ ਹੈਗਾ, ਇਹ ਆਪਣਾ ਹੋ ਜਾਊਗਾ ਗਲਤ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਆਪਣਾ ਉੱਤਰ ਸਹੀ ਕੀ ਹੋਊਗਾ, ਆਪਸ਼ਨ ਡੀ, ਕਿਉਂਕਿ ਇਹ ਐਂਟੀ ਡਿਫੈਕਸ਼ਨ ਲਾਅ ਆ ਜੋ 10ਵੀਂ ਅਨੁਸੂਚੀ ਦੇ ਵਿੱਚ ਤਾਂ ਸ਼ਾਮਲ ਹੈ, ਪਰ ਇਹ 52ਵੀਂ ਅਮੈਂਡਮੈਂਟ ਦੇ ਰਾਹੀਂ ਇਹ 1985 ਦੇ ਵਿੱਚ ਜੋੜੀ ਗਈ ਸੀਗੀ। ਹੁਣ ਐਂਟੀ ਡਿਫੈਕਸ਼ਨ ਲਾਅ ਹੈ ਕੀ ਹੈਗਾ, ਮੀਨਜ਼ ਦਲ ਬਦਲ ਅਨੁਸੂਚੀ ਵਾਲਾ ਲਾਅ। ਮੀਨਜ਼ ਜੇਕਰ ਕੋਈ ਪਾਰਟੀ ਦੇ ਵਿੱਚ ਚੁਣਿਆ ਜਾਂਦਾ ਹੈ, ਪਹਿਲਾਂ ਤਾਂ ਮੰਨ ਕੇ ਚੱਲੋ, ਸਪੋਜ਼ ਕਰੋ
ਤੁਸੀਂ ਕਿਸੇ ਪਾਰਟੀ ਦੇ ਵਿੱਚ ਐਕਸ ਪਾਰਟੀ ਦੇ ਵਿੱਚ ਚੁਣੇ ਗਏ ਤਾਂ ਤੁਹਾਨੂੰ ਤੁਸੀਂ ਬਾਈ ਪਾਰਟੀ ਦੇ ਵਿੱਚ ਜਾਣਾ ਗਾ। ਤਾਂ ਪਹਿਲਾਂ ਕੀ ਆ, ਤੁਹਾਨੂੰ ਐਕਸ ਪਾਰਟੀ ਦੇ ਵਿੱਚੋਂ ਰਿਜ਼ਾਈਨ ਦੇਣਾ ਪਊਗਾ, ਪਾਰਟੀ ਵਿੱਚੋਂ ਤਿਆਗ ਪੱਤਰ ਦੇਣਾ ਪਊਗਾ, ਫਿਰ ਤੁਸੀਂ ਬਾਈ ਪਾਰਟੀ ਜੁਆਇਨ ਕਰ ਸਕਦੇ ਹੋ। ਪਹਿਲਾਂ ਕੀ ਹੁੰਦਾ ਸੀਗਾ, ਕੋਈ ਵੀ MLA ਜਿੱਤ ਕੇ ਜਾਂ ਕੋਈ ਵੀ MP ਜਿੱਤ ਕੇ ਕੀ ਕਰਦਾ ਸੀਗਾ, ਜਿਸ ਪਾਰਟੀ ਦੀ ਕੋਈ ਸੱਤਾ ਬਣਦੀ ਸੀ ਉਸ ਪਾਰਟੀ ਦੇ ਵਿੱਚ ਆਪਣੀ ਮਰਜ਼ੀ ਦੇ ਅਨੁਸਾਰ ਚਲਾ ਜਾਂਦਾ ਸੀ। ਪਰ ਇਸ ਲਾਅ ਦੇ ਅਕੋਰਡਿੰਗ ਕੀ ਹੋਇਆਗਾ, ਦਲ ਬਦਲੂ ਕਾਨੂੰਨ ਦੇ ਅਨੁਸਾਰ ਪਹਿਲਾਂ ਜੇਕਰ ਤੁਸੀਂ ਕਿਸੇ ਐਕਸ ਪਾਰਟੀ ਤੋਂ ਜਿੱਤਦੇ ਹੋ ਤਾਂ ਤੁਹਾਨੂੰ ਉਸ ਪਾਰਟੀ ਤੋਂ ਤਿਆਗ ਪੱਤਰ ਦੇਣਾ ਪਊਗਾ, ਰਿਜ਼ਾਈਨ ਦੇਣਾ ਪਊਗਾ ਆਪਣੇ ਜੋ ਵੀ ਤੁਸੀਂ ਅਹੁਦੇ ਦੇ ਉੱਪਰ ਹੈਗੇ ਹੋ, ਫਿਰ ਤੁਸੀਂ ਦੂਸਰੀ ਪਾਰਟੀ ਨੂੰ ਜੁਆਇਨ ਕਰ ਸਕਦੇ ਹੋ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। 52ਵੀਂ ਅਮੈਂਡਮੈਂਟ 1985 ਦੇ ਵਿੱਚ ਜੋੜੀ ਗਈ ਸੀ। ਨੈਕਸਟ, ਪੰਜਾਬ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ। ਸੋ ਇਹ ਵੀ ਕੀ ਹੈਗਾ, ਹੁਣ ਸਹੀ ਨਹੀਂ ਹੈ। ਬਹੁਤ ਸਵਾਲ ਪੇਪਰ ਦੇ ਵਿੱਚ ਇਸੇ ਤਰ੍ਹਾਂ ਆਉਂਦੇ ਆ ਪ੍ਰਸ਼ਨ, ਸਹੀ ਨਹੀਂ ਹੈ। ਆਪਾਂ ਕੀ ਕਰਦੇ ਹਾਂ, ਜਲਦਬਾਜ਼ੀ ਦੇ ਵਿੱਚ ਸਹੀ ਵਾਲਾ ਲਾ ਆਉਂਦੇ ਹੈਗੇ। ਸੋ ਇੱਥੇ ਆਪਾਂ 1 ਨੰਬਰ ਨਹੀਂ ਗਵਾਉਣਾ, ਪਹਿਲਾਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨਾ, ਫਿਰ ਹੀ ਉਹਦਾ ਆਨਸਰ ਦੇਣਾ ਗਾ। ਹੁਣ ਕੀ ਹੈਗਾ, ਕਿਹੜੀਆਂ ਇਹਦੇ ਪੰਚਾਇਤੀ ਰਾਜ ਪੰਚਾਇਤਾਂ ਦੇ ਬਾਰੇ ਕਿਹੜੀ ਗੱਲ ਸਹੀ ਨਹੀਂ ਹੈਗੀ। ਪਹਿਲਾਂ ਤਾਂ ਸਹੀ ਪੜ੍ਹੋ ਕਿਹੜੀ ਆ। ਹਰ ਪੱਧਰ ਉੱਪਰ ਪੰਚਾਇਤ ਦੀ ਮਿਆਦ 5 ਸਾਲ ਦੀ ਹੁੰਦੀ ਹੈ, ਬਿਲਕੁਲ ਸਹੀ ਹੈ। ਪੰਚਾਇਤਾਂ ਦਾ ਜੋ ਕਿ ਸਮਾਂ ਹੁੰਦਾ, ਟਰਮ ਹੁੰਦੀ ਉਹ 5 ਸਾਲ ਹੁੰਦੀ ਆ। ਵੋਟਰ ਸੂਚੀ ਬਣਾਉਣ ਸੰਬੰਧੀ ਸੇਧ ਅਤੇ ਕੰਟਰੋਲ ਅਤੇ ਸਾਰੀਆਂ ਪੰਚਾਇਤਾਂ ਕਰਾਉਣ ਦਾ ਜ਼ਿੰਮਾ ਭਾਰਤੀ ਚੋਣ ਕਮਿਸ਼ਨ ਦਾ ਹੁੰਦਾ। ਇਹ ਬਿਲਕੁਲ ਗਲਤ ਹੈਗਾ। ਪੰਚਾਇਤਾਂ ਜੋ ਕਿ ਚੋਣਾਂ ਭਾਰਤੀ ਚੋਣ ਕਮਿਸ਼ਨ ਦੇ ਦੁਆਰਾ ਨਹੀਂ ਕਰਾਈ ਜਾਂਦੀਆਂ, ਇਹ ਰਾਜ ਚੋਣ ਕਮਿਸ਼ਨ ਦੇ ਦੁਆਰਾ ਕਰਾਈ ਜਾਂਦੀ ਹੈ। ਇਹੀ ਆਪਣਾ ਆਪਸ਼ਨ ਕੀ ਹੋ ਗਿਆ, ਗਲਤ। ਭਾਰਤੀ ਚੋਣ ਕਮਿਸ਼ਨ ਇਸ ਦੀ ਚੋਣ ਨਹੀਂ ਕਰਵਾਉਂਦਾ, ਇਸ ਦੀ ਚੋਣ ਜੋ ਵੀ ਕਰਵਾਉਂਦਾ ਉਹ ਕਰਾਉਂਦਾ ਗਾ ਰਾਜ ਚੋਣ ਕਮਿਸ਼ਨ ਕਰਾਉਂਦਾ ਗਾ। ਕਿਉਂਕਿ ਜੋ ਵੀ ਇਹਨਾਂ ਚੁਣਾਵਾਂ ਦੀਆਂ ਤਿਆਰੀ ਕਰਾਉਂਦੀ ਹੈ ਜਾਂ ਕੋਈ ਵੀ ਆਉਂਦੀ ਹੈਗੀ ਤਾਂ ਉਹ ਕੀ ਕਰਦਾ ਗਾ, ਇਹਦੀ ਰਾਜ ਚੋਣ ਕਮਿਸ਼ਨ ਦੇ ਦੁਆਰਾ ਹੀ ਇਹਦੀ ਤਿਆਰੀ ਕਰਵਾਈ ਜਾਂਦੀ ਹੈਗੀ। ਰਾਜ ਚੋਣ ਕਮਿਸ਼ਨ ਦਾ ਜੋ ਕਿ ਆਰਟੀਕਲ ਆਉਂਦਾ ਗਾ, ਆਰਟੀਕਲ 243K ਦੇ ਵਿੱਚ ਆਉਂਦਾ ਗਾ। ਹੁਣ ਰਾਜ ਵਿਧਾਨ ਸਭਾ ਪੰਚਾਇਤੀ ਚੋਣਾਂ ਦੇ ਨਾਲ ਸੰਬੰਧਿਤ ਕਿਸੇ ਵੀ ਮਸਲੇ ਉੱਪਰ ਕੋਈ ਵੀ ਪ੍ਰੋਵੀਜ਼ਨ ਬਣਾ ਸਕਦੀ ਹੈਗੀ, ਬਿਲਕੁਲ ਸਹੀ ਹੈਗੀ। 73ਵੀਂ ਅਮੈਂਡਮੈਂਟ ਸੋਧ ਐਕਟ ਦੇ ਅਨੁਸਾਰ ਔਰਤਾਂ ਦੇ ਲਈ ਰਾਖਵਾਂਕਰਨ ਕੁੱਲ ਸੀਟਾਂ ਦਾ 1/3 ਤੋਂ ਘੱਟ ਨਹੀਂ ਆ, ਮਤਲਬ ਕਿ 1/3 ਹੈਗਾ ਗਾ। ਸੋ ਇਹਦੇ ਵਿੱਚ ਜੋ ਆਪਣਾ ਉੱਤਰ ਬਣ ਜਾਊਗਾ ਉਹ ਬਣ ਜਾਊਗਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਕਿਉਂਕਿ ਇਹ ਰਾਜ ਚੋਣ ਕਮਿਸ਼ਨ ਦੇ ਦੁਆਰਾ ਇਹ ਚੋਣਾਂ ਕਰਵਾਈਆਂ ਜਾਂਦੀਆਂ। ਪੰਜਾਬ ਦੇ ਵਿੱਚ ਵੀ ਚੋਣਾਂ ਹੋਣੀਆਂ ਹੈਗੀਆਂ ਪੰਚਾਇਤਾਂ ਦੀਆਂ, ਤੁਸੀਂ ਦੇਖਿਓ ਇਹ ਰਾਜ ਚੋਣ ਕਮਿਸ਼ਨ ਦੇ ਦੁਆਰਾ ਹੀ ਕਰਵਾਈਆਂ ਜਾਣਗੀਆਂ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ। ਸੋ ਇਹਦੇ ਵਿੱਚੋਂ ਹੁਣ ਕਿਹੜਾ ਕਥਨ ਗਲਤ ਹੈਗਾ, ਭਾਰਤ ਦੇ ਸੰਵਿਧਾਨ ਦਾ ਆਰਟੀਕਲ 61 ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਦਾ ਵਰਣਨ ਕਰਦਾ ਹੈ ਜਾਂ ਮਹਾਦੋਸ਼ ਪ੍ਰਸਤਾਵ ਸੰਸਦ ਦੇ ਕਿਸੇ ਵੀ ਸਦਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਮਹਾਦੋਸ਼ ਪ੍ਰਸਤਾਵ ਨੂੰ ਸਦਨ ਦੀ ਕੁੱਲ ਮੈਂਬਰਸ਼ਿਪ ਦੇ 2/3 ਤੋਂ ਵੱਧ ਦੇ ਬਹੁਮਤ ਨਾਲ ਪਾਸ ਕੀਤਾ ਜਾ ਸਕਦਾ। ਰਾਸ਼ਟਰਪਤੀ ਸੁਰੱਖਿਆ ਦੀ ਉਲੰਘਣਾ ਲਈ ਰਾਸ਼ਟਰਪਤੀ ਨੂੰ ਮਹਾਦੋਸ਼ ਕੀਤਾ ਜਾ ਸਕਦਾ ਗਾ। ਸੋ ਇਹਦੇ ਵਿੱਚੋਂ ਗਲਤ ਕਿਹੜਾ ਗਾ, ਹੁਣ ਆਪਸ਼ਨ ਡੀ ਇਸ ਦਾ ਰਾਈਟ ਆਨਸਰ। ਕਿਉਂਕਿ ਰਾਸ਼ਟਰਪਤੀ ਸੁਰੱਖਿਆ ਦੀ ਉਲੰਘਣਾ ਰਾਸ਼ਟਰਪਤੀ ਨੂੰ ਮਹਾਦੋਸ਼ ਕੀਤਾ ਜਿਹੜਾ ਜਾਣਾ ਗਾ ਉਹ ਬਿਲਕੁਲ ਗਲਤ ਹੈਗਾ। ਆ ਤਿੰਨੇ ਬਿਲਕੁਲ ਸਹੀ ਹੈ ਕਿ ਕਿਉਂਕਿ ਭਾਰਤ ਦੇ ਸੰਵਿਧਾਨ ਦਾ ਆਰਟੀਕਲ 61 ਇਹੀ ਕਹਿੰਦਾ ਕਿ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਦਾ ਵਰਣਨ ਕੀਤਾ ਗਿਆ ਗਾ। ਮਹਾਦੋਸ਼ ਦਾ ਜੋ ਪ੍ਰਸਤਾਵ ਆ ਸੰਸਦ ਦੇ ਚਾਹੇ ਕਿਸੇ ਵੀ ਸਦਨ, ਚਾਹੇ ਕੋਈ ਲੋਕ ਸਭਾ ਹੋਵੇ ਚਾਹੇ ਰਾਜ ਸਭਾ, ਚਾਹੇ ਲੋਕ ਸਭਾ 'ਚ ਪਹਿਲਾਂ ਸਟਾਰਟ ਕਰ ਲਓ ਚਾਹੇ ਰਾਜ ਸਭਾ 'ਚ, ਦੋਨਾਂ ਸਦਨਾਂ 'ਚੋਂ ਕਿਸੇ ਵੀ ਸਦਨ ਦੇ ਵਿੱਚ ਪਹਿਲਾਂ ਸਟਾਰਟ ਕੀਤਾ ਜਾ ਸਕਦਾ ਗਾ। ਸੋ ਇਹਦੀ ਜੋ 2/3 ਤੋਂ ਵੱਧ ਬਹੁਮਤ ਨਾਲ ਇਹ ਪਾਸ ਕੀਤਾ ਜਾ ਸਕਦਾ ਗਾ, ਇਹ ਵੀ ਬਿਲਕੁਲ ਸਹੀ ਹੈਗਾ। 2/3 ਦੇ ਨਾਲ ਮੀਨਜ਼ 3 ਦੇ ਵਿੱਚੋਂ 2 ਵੋਟਾਂ ਹੋਣੀਆਂ ਜ਼ਰੂਰੀ ਹਨ, ਫਿਰ ਹੀ ਇਸ ਮਹਾਦੋਸ਼ ਦੇ ਪ੍ਰਸਤਾਵ ਨੂੰ ਪਾਸ ਕੀਤਾ ਜਾ ਸਕਦਾ ਗਾ। ਸੋ ਰਾਸ਼ਟਰੀ ਸੁਰੱਖਿਆ ਦੀ ਉਲੰਘਣਾ ਕਰਨ ਲਈ ਰਾਸ਼ਟਰਪਤੀ ਉੱਪਰ ਮਹਾਦੋਸ਼ ਦਾ ਮੁਕੱਦਮਾ ਨਹੀਂ ਲਗਾਇਆ ਜਾ ਸਕਦਾ, ਇਹ ਬਿਲਕੁਲ ਗਲਤ ਆ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ,
ਹੇਠ ਲਿਖੇ ਵਿੱਚੋਂ ਭਾਰਤ ਦੇ ਕਿਸੇ ਰਾਜ ਦੇ ਰਾਜਪਾਲ ਦੀ ਨਿਯੁਕਤੀ ਦਾ ਅਧਿਕਾਰ ਕੌਣ ਕਰਦਾ ਹੈਗਾ। ਮੀਨਜ਼ ਕਿਸੇ ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਸ ਦੇ ਦੁਆਰਾ ਕੀਤੀ ਜਾਂਦੀ ਹੈਗੀ। ਕਿਹਦੇ ਕੋਲੇ ਪਾਵਰ ਹੈ? ਭਾਰਤ ਦੇ ਪ੍ਰਧਾਨ ਮੰਤਰੀ ਕੋਲ, ਰਾਸ਼ਟਰਪਤੀ ਕੋਲ, ਸੰਬੰਧਿਤ ਰਾਜ ਦਾ ਜੋ ਮੁੱਖ ਮੰਤਰੀ ਹੈਗਾ ਉਹਦੇ ਕੋਲੇ, ਜਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਕੋਲੇ। ਸੋ ਰਾਜਪਾਲ ਦੀ ਜੋ ਨਿਯੁਕਤੀ ਆ ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈਗੀ? ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈਗੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਪੰਜਾਬ ਦਾ ਮੌਜੂਦਾ ਰਾਜਪਾਲ ਕੌਣ ਹੈਗਾ? ਬਨਵਾਰੀ ਲਾਲ ਪੁਰੋਹਿਤ। ਕਈ ਵਾਰ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਗਾ, ਬਨਵਾਰੀ ਲਾਲ ਪੁਰੋਹਿਤ। ਸੋ ਆਪਣਾ ਜੋ ਸਹੀ ਉੱਤਰ ਬਣਦਾ ਗਾ ਉਹ ਬਣਦਾ ਗਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਭਾਰਤੀ ਸੰਵਿਧਾਨ ਦੀ ਹੇਠ ਲਿਖੀ ਧਾਰਾਵਾਂ ਵਿੱਚੋਂ ਕਿਹੜੀ ਇੱਕ ਕਾਨੂੰਨੀ ਸਮਾਨਤਾ ਨਾਲ ਸੰਬੰਧਿਤ ਹੈਗੀ। ਸੋ ਕਾਨੂੰਨ ਦੀ ਸਮਾਨਤਾ ਨਾਲ ਕਿਹੜਾ ਆਰਟੀਕਲ ਸੰਬੰਧਿਤ, ਅਰਥਾਤ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੈਗੇ। ਕਿਹੜਾ ਆਰਟੀਕਲ ਦੱਸਦਾ? ਆਰਟੀਕਲ 14 ਕਹਿੰਦਾ, 16 ਕਹਿੰਦਾ, 17 ਕਹਿੰਦਾ, ਜਾਂ ਆਰਟੀਕਲ 20 ਕਹਿੰਦਾ ਗਾ। ਸੋ ਮੌਲਿਕ ਅਧਿਕਾਰਾਂ ਦੇ ਵਿੱਚੋਂ ਰਿਲੇਟਡ ਇੱਕ ਜਾਂ ਦੋ ਪ੍ਰਸ਼ਨ ਜ਼ਰੂਰ ਪੁੱਛੇ ਜਾਂਦੇ ਹਨ। ਸੋ ਮੌਲਿਕ ਅਧਿਕਾਰਾਂ ਨਾਲ ਰਿਲੇਟਡ ਬਹੁਤ ਵਧੀਆ ਡਿਟੇਲ ਦੇ ਵਿੱਚ ਵੀਡੀਓ ਬਣਾਈ ਹੋਈ ਆ, ਤੁਸੀਂ ਉਹ ਵੀ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋਗੇ। ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਊਗਾ, ਉੱਥੇ ਜਾ ਕੇ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੈਗੇ ਮੌਲਿਕ ਅਧਿਕਾਰਾਂ ਨੂੰ। ਕਿਉਂਕਿ ਜੇਕਰ ਤੁਸੀਂ ਇਹ ਵੀਡੀਓ ਇੱਕ ਵਾਰ ਦੇਖ ਲਈ ਤਾਂ ਤੁਸੀਂ ਮੌਲਿਕ ਅਧਿਕਾਰ ਕਦੇ ਨਹੀਂ ਭੁੱਲਦੇਗੇ। ਅਤੇ ਨੰਬਰ 2 'ਤੇ ਤੁਸੀਂ 2 ਨੰਬਰ ਇਹਦੇ ਵਿੱਚੋਂ ਪੱਕੇ ਤੁਸੀਂ ਕਰ ਲੈਣੇ। ਤੁਸੀਂ ਕੋਈ ਵੀ ਪੇਪਰ ਮੰਨ ਕੇ ਚੱਲੋ ਦੇਣਾ ਹੋਵੇ ਤਾਂ ਤੁਸੀਂ ਮੌਲਿਕ ਅਧਿਕਾਰਾਂ ਨਾਲ ਰਿਲੇਟਡ ਆਪਣਾ ਨੰਬਰ ਨਹੀਂ ਗਵਾਉਂਦੇ ਫਿਰ। ਸੋ ਹੁਣ ਇੱਥੇ ਕੀ ਹੈਗਾ? ਸਮਾਨਤਾ ਦੇ ਅਧਿਕਾਰ ਨਾਲ ਜਾਂ ਕਾਨੂੰਨ ਦੇ ਸਾਹਮਣੇ ਕੀ ਬਰਾਬਰ ਆ, ਕਿਹੜਾ ਆਰਟੀਕਲ ਕਹਿੰਦਾ ਹੈਗਾ? ਇਹ ਕਹਿੰਦਾ ਆਰਟੀਕਲ 14। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਆਰਟੀਕਲ 14 ਦੇ ਅਨੁਸਾਰ ਕੀ ਹੈਗਾ? ਕਾਨੂੰਨ ਦੇ ਸਾਹਮਣੇ ਕੀ ਹੈ? ਕਹਿੰਦਾ ਸਾਰੇ ਬਰਾਬਰ ਹੈਗੇ। ਹੁਣ ਮੌਲਿਕ ਅਧਿਕਾਰਾਂ ਦਾ ਜ਼ਿਕਰ ਕਿਹੜੇ ਭਾਗ ਦੇ ਵਿੱਚ ਆਉਂਦਾ? ਸੰਵਿਧਾਨ ਦੇ। ਇਹ ਆਉਂਦਾ ਸੰਵਿਧਾਨ ਦੇ ਭਾਗ 3 ਦੇ ਵਿੱਚ ਇਹਦਾ ਜ਼ਿਕਰ ਆਉਂਦਾ ਗਾ। ਆਰਟੀਕਲ 12 ਤੋਂ ਲੈ ਕੇ 35 ਤੱਕ ਇਹਦਾ ਜ਼ਿਕਰ ਆਉਂਦਾ ਗਾ। ਸੋ ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਅਡੋਪਟ ਕੀਤੇ ਗਏ ਹੈਗੇ? USA ਮੀਨਜ਼ ਯੂਨਾਈਟਿਡ ਸਟੇਟ ਅਮਰੀਕਾ ਤੋਂ ਇਹ ਕੀ ਹੈਗਾ? ਆਪਣੇ ਮੌਲਿਕ ਅਧਿਕਾਰ ਅਡੋਪਟ ਕੀਤੇ ਗਏ ਹੈਗੇ। ਪਹਿਲਾਂ ਕਿੰਨੇ ਸੀਗੇ ਆਪਣੇ ਮੌਲਿਕ ਅਧਿਕਾਰ? 7 ਸੀ, ਪਰ ਹੁਣ ਕਰੰਟ ਦੇ ਵਿੱਚ ਕਿੰਨੇ ਰਹਿ ਗਏ? 6 ਰਹਿ ਗਏ। ਜਦੋਂ ਆਪਣਾ ਸੰਵਿਧਾਨ ਬਣਿਆ ਸੀਗਾ ਮੀਨਜ਼ ਮੂਲ ਸੰਵਿਧਾਨ ਸੀ ਉਹਦੇ ਵਿੱਚ 7 ਸੀ, ਪਰ ਹੁਣ ਕਰੰਟ ਦੇ ਵਿੱਚ 6 ਆ। ਕਿਉਂਕਿ ਕੀ ਹੋਇਆ ਸੀਗਾ, ਜੋ ਸੰਪੱਤੀ ਦਾ ਅਧਿਕਾਰ ਸੀਗਾ ਉਹਨੂੰ 44ਵੀਂ ਅਮੈਂਡਮੈਂਟ ਦੇ ਰਾਹੀਂ 1978 ਦੇ ਵਿੱਚ ਇੱਕ ਕਾਨੂੰਨੀ ਅਧਿਕਾਰ ਬਣਾਤਾ ਸੀਗਾ। ਹੁਣ ਆਪਾਂ ਬਾਕੀ ਆਰਟੀਕਲ ਦੇਖਦੇ ਹਾਂ ਕਿ 16, 17, 20। 16 ਕਾਹਦੇ ਲਈ ਹੈਗਾ? ਕਿ ਭਾਰਤ ਦੇ ਵਿੱਚ ਜੋ ਕਿ ਨੌਕਰੀਆਂ ਦੇ ਮੌਕੇ ਹੈਗੇ ਦਿੱਤੇ ਜਾਂਦੇ ਹੈਗੇ। ਮੀਨਜ਼ ਜੋ ਵੀ ਨੌਕਰੀ ਦੀ ਤਿਆਰੀ ਕਰਦਾ ਤੁਸੀਂ ਦੇਖਿਓ, ਕਦੇ ਬੈਂਕ ਦੀ ਨੌਕਰੀ ਨਿਕਲਦੀ ਹੈਗੀ, ਹਰ ਇੱਕ ਨੌਕਰੀ ਨਿਕਲਦੀ, SSC ਵੀ ਫੀਲਡ ਦੀ ਨੌਕਰੀ ਨਿਕਲਦੀ ਹੈਗੀ, ਕੋਈ ਵੀ ਨੌਕਰੀ ਨਿਕਲਦੀ ਹੈਗੀ। ਨੌਕਰੀਆਂ ਦੇ ਮੌਕੇ ਸਾਰਿਆਂ ਨੂੰ ਬਰਾਬਰ ਦਿੱਤੇ ਜਾਂਦੇ ਆ ਦੇਸ਼ ਦੇ ਵਿੱਚ। ਕੋਈ ਹੈ ਕਿਸੇ ਨੂੰ ਵੀ ਗੋਰੇ ਰੰਗ ਵਾਲੇ ਨੂੰ ਨੌਕਰੀ ਦੀ ਪਹਿਲ ਦਿੱਤੀ ਜਾਂਦੀ ਕਿ ਜਾਂ ਉਹ ਕਾਸਟ ਨੂੰ ਪਹਿਲਾਂ ਨੌਕਰੀ ਦੀ ਪਹਿਲ ਦਿੱਤੀ ਜਾਂਦੀ ਹੈ? ਹਰ ਇੱਕ ਨੂੰ ਬਰਾਬਰ ਹਿੱਸਿਆਂ ਦੇ ਵਿੱਚ ਨੌਕਰੀ ਦੀ ਪਹਿਲ, ਬਰਾਬਰ ਮੌਕੇ ਦਿੱਤੇ ਜਾਂਦੇ। ਇਹ ਆਰਟੀਕਲ 16 ਆਪਣਾ ਕਹਿੰਦਾ ਗਾ। ਆਰਟੀਕਲ 17 ਕੀ ਕਹਿੰਦਾ ਗਾ? ਇਹ ਛੂਆਛਾਤ ਦਾ ਖਾਤਮਾ ਕਰਦਾ ਗਾ। ਮੀਨਜ਼ ਕੋਈ ਵੀ ਛੂਆਛਾਤ, ਜੇਕਰ ਕੋਈ ਕਹਿੰਦਾ ਗਾ ਵੀ ਮੈਂ ਉਹ ਇੱਕ ਗਰੀਬ ਪਰਿਵਾਰ ਤੋਂ ਆ ਜਾਂ ਛੋਟੇ ਪਰਿਵਾਰ ਨਾਲ ਰਿਲੇਟਡ ਆ, ਮੈਂ ਉਸ ਨੂੰ ਛੂਹਣਾ ਇੱਕ ਪਾਪ ਸਮਝਦਾ, ਸੋ ਇਹ ਗੈਰ ਕਾਨੂੰਨੀ ਆ। ਆਰਟੀਕਲ 17 ਇਹ ਕਹਿੰਦਾ ਗਾ ਕਿ ਛੂਆਛਾਤ ਦਾ ਬਿਲਕੁਲ ਖਾਤਮਾ ਕਰੋ। ਆਰਟੀਕਲ 20 ਕੀ ਕਹਿੰਦਾ ਗਾ? ਅਪਰਾਧ ਦੇ ਦੋਸ਼ ਦੇ ਵਿਰੁੱਧ ਅਧਿਕਾਰ। ਮੀਨਜ਼ ਜੇਕਰ ਤੁਸੀਂ ਤੁਹਾਡੇ 'ਤੇ ਕੋਈ ਵੀ ਅਪਰਾਧ ਲਗਾ ਦਿੰਦਾ, ਸਪੋਜ਼ ਕਰੋ ਤਾਂ ਤੁਹਾਨੂੰ ਕਹਿ ਦਿਓ ਤੁਹਾਡੇ 'ਤੇ ਚੋਰੀ ਦਾ ਇਲਜ਼ਾਮ ਹੈਗਾ, ਹੈ ਨਹੀਂ ਗਾ, ਸਪੋਜ਼ ਕਰਨ ਨੂੰ ਕਿਹਾ ਗਾ। ਜਾਂ ਕੋਈ ਵੀ ਅਪਰਾਧ ਕਹਿ ਲਓ ਤੁਹਾਡੇ 'ਤੇ ਮਰਡਰ ਦਾ ਇਲਜ਼ਾਮ ਆ, ਜਾਂ ਕੋਈ ਵੀ ਤੁਸੀਂ ਮੰਨ ਥੋੜ੍ਹਾ ਲਓਗੇ ਵੀ ਤੁਸੀਂ ਮਰਡਰ ਕੀਤਾ ਗਾ। ਸੋ ਇਹ ਕਰਕੇ ਤੁਸੀਂ ਇਹ ਚੀਜ਼ ਦੇ ਵਿਰੁੱਧ ਕੀ ਆਪਣੀ ਆਵਾਜ਼ ਉਠਾ ਸਕਦੇ ਹੋ। ਇਹ ਆਰਟੀਕਲ 20 ਕਹਿੰਦਾ ਗਾ ਕਿ ਤੁਹਾਡੇ 'ਤੇ ਕੋਈ ਵੀ ਦੋਸ਼ ਇੱਦਾਂ ਦਾ ਨਹੀਂ ਲਗਾ ਸਕਦਾ ਗਾ। ਸੋ ਇਹ ਕੀ ਹੈ ਆਪਣੇ 16, 17 ਅਤੇ 20। ਇੱਕ ਹੋਰ ਬਹੁਤ ਹੀ ਇੰਪੋਰਟੈਂਟ ਆਪਣਾ ਆਰਟੀਕਲ 32, ਜਿਹਨੂੰ ਕਿ ਸੰਵਿਧਾਨ ਦੀ ਆਪਾਂ ਆਤਮਾ ਵੀ ਕਹਿੰਦੇ ਹਾਂ, ਮੌਲਿਕ ਅਧਿਕਾਰਾਂ ਦੀ ਆਤਮਾ ਕਹਿੰਦੇ ਹਾਂ। ਜੇਕਰ ਤੁਹਾਡੇ ਕੋਈ ਵੀ ਮੌਲਿਕ ਅਧਿਕਾਰਾਂ ਨੂੰ ਹਾਨੀ ਪਹੁੰਚਾਉਂਦਾ ਗਾ ਤਾਂ ਤੁਸੀਂ ਕੀ ਆਰਟੀਕਲ 32 ਦੇ ਅਨੁਸਾਰ ਸੰਵਿਧਾਨ ਦੇ ਵਿੱਚ ਆਪਣੀ ਰਿਟ ਦਾਇਰ ਕਰ ਸਕਦੇ ਹੋਗੇ।
ਸੋ ਇਹ ਸੀਗੀ ਮੌਲਿਕ ਅਧਿਕਾਰਾਂ ਦੇ ਨਾਲ ਛੋਟੀ ਜਿਹੀ ਕੁਝ ਕੁ ਜਾਣਕਾਰੀ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਰਾਸ਼ਟਰਪਤੀ ਲੋਕ ਸਭਾ ਦਾ ਸਪੀਕਰ ਵੀ ਰਿਹਾ ਗਾ? ਸੋ ਕਿਹੜਾ ਇਹਨਾਂ ਦੇ ਵਿੱਚੋਂ ਰਿਹਾ ਗਾ? ਨੀਲਮ ਸੰਜੀਵ ਰੈਡੀ ਰਿਹਾ, ਗਿਆਨੀ ਜੈਲ ਸਿੰਘ ਰਿਹਾ ਗਾ, ਸ਼ੰਕਰ ਦਿਆਲ ਸ਼ਰਮਾ ਰਿਹਾ, ਜਾਂ ਇਹਨਾਂ 'ਚੋਂ ਕੋਈ ਨਹੀਂ ਰਿਹਾ ਗਾ। ਸੋ ਲੋਕ ਸਭਾ ਦਾ ਸਪੀਕਰ ਵੀ ਰਿਹਾ ਰਾਸ਼ਟਰਪਤੀ ਹੋਣ ਦੇ ਨਾਲ ਨਾਲ। ਸੋ ਕਿਹੜਾ ਅਜਿਹਾ ਰਿਹਾ ਗਾ? ਇਹ ਰਿਹਾ ਗਾ ਨੀਲਮ ਸੰਜੀਵ ਰੈਡੀ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੀਲਮ ਸੰਜੀਵ ਰੈਡੀ 1977 ਤੋਂ ਲੈ ਕੇ 1982 ਤੱਕ ਭਾਰਤ ਦੇ 6ਵੇਂ ਰਾਸ਼ਟਰਪਤੀ ਰਹੇ ਹੈਗੇ। ਸੋ ਇਹ ਸਰਬਸੰਮਤੀ ਨਾਲ ਚੁਣੇ ਗਏ ਸੀ। ਸਰਬਸੰਮਤੀ ਨਾਲ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਭਾਰਤ ਦੇ ਅਜਿਹੇ ਕਿਹੜੇ ਰਾਸ਼ਟਰਪਤੀ ਜਿਹੜੇ ਸਰਬਸੰਮਤੀ ਨਾਲ ਚੁਣੇ ਗਏ, ਮੀਨਜ਼ ਬਿਨਾਂ ਵੋਟਾਂ ਤੋਂ ਚੁਣੇ ਗਏ ਹੈਗੇ। ਸੋ ਉਹ ਇਹੀ ਸੀਗੇ, ਨੀਲਮ ਸੰਜੀਵ ਰੈਡੀ 6ਵੇਂ ਰਾਸ਼ਟਰਪਤੀ ਸੀਗੇ। ਸੋ 1977 ਦੇ ਵਿੱਚ ਹੀ ਇਹ ਸੰਸਦ ਦੇ ਵਿੱਚ MP ਚੁਣੇ ਗਏ। ਸੋ 3 ਮਹੀਨਿਆਂ ਲਈ ਇਹ ਕੀ ਸੀਗੇ, ਲੋਕ ਸਭਾ ਦੇ ਸਪੀਕਰ ਬਣ ਗਏ। ਪਰ ਬਾਅਦ ਵਿੱਚ ਕੀ ਹੋਇਆ, ਇਹਨਾਂ ਨੂੰ ਸਾਰੇ ਲੋਕ ਸਭਾ ਦੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਰਾਸ਼ਟਰਪਤੀ ਬਣਾਤਾ ਸੀਗਾ। ਦੇਖੋ ਨੀਲਮ ਸੰਜੀਵ ਰੈਡੀ ਇੰਨੇ ਵਧੀਆ ਇਨਸਾਨ ਰਹੇ ਹੋਣਗੇ ਜੋ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਲੋਕ ਸਭਾ ਦਾ ਮੈਂਬਰ ਬਣਾਇਆ। ਪਹਿਲਾਂ ਲੋਕ ਸਭਾ ਦੇ ਸਪੀਕਰ ਰਹੇ 3 ਮਹੀਨੇ, ਫਿਰ ਇਹਨਾਂ ਨੂੰ ਕਿਸੇ ਸਰਬਸੰਮਤੀ ਦੇ ਨਾਲ ਰਾਸ਼ਟਰਪਤੀ ਚੁਣਿਆ ਗਿਆ। ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਸੋ ਨੈਕਸਟ, ਭਾਰਤੀ ਸੰਸਦ ਦੀਆਂ 2 ਬੈਠਕਾਂ ਸੈਸ਼ਨਜ਼ ਵੱਧ ਤੋਂ ਵੱਧ ਕਿੰਨਾ ਇੰਟਰਵਲ ਜਾਂ ਵਿੱਥ ਹੋ ਸਕਦੀ ਹੈਗੀ 2 ਬੈਠਕਾਂ ਦੇ ਵਿੱਚ? 8 ਮਹੀਨੇ ਦੀ, 6 ਮਹੀਨੇ ਦੀ, 3 ਮਹੀਨੇ ਦੀ, ਜਾਂ 6 ਹਫ਼ਤਿਆਂ ਦੀ? ਸੋ ਇਹ ਜੋ ਬੈਠਕ ਆ ਗਈ ਜਾਂ ਵਿੱਥ ਹੈਗੀ ਇਹ 6 ਮਹੀਨਿਆਂ ਦੀ ਹੋ ਸਕਦੀ ਹੈਗੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਆਪਸ਼ਨ 6 ਮਹੀਨਿਆਂ ਦੇ ਕੀ ਹੈਗਾ ਵਿੱਥ ਇਹ ਹੋ ਸਕਦੀ ਹੈਗੀ। ਹੁਣ ਸੰਸਦ ਦੇ ਵਿੱਚ 3 ਸੈਸ਼ਨ ਹੁੰਦੇ ਹੈਗੇ। ਕਿਹੜੇ ਕਿਹੜੇ 3 ਸੈਸ਼ਨ ਹੁੰਦੇ ਹੈਗੇ? ਇੱਕ ਤਾਂ ਹੁੰਦਾ ਗਾ ਬਜਟ ਸੈਸ਼ਨ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਗਾ ਕਿ ਸੰਸਦ ਦੇ ਕਿੰਨੇ ਸੈਸ਼ਨ ਹੁੰਦੇ ਹੈਗੇ? 2 3 4 5 ਆਪਸ਼ਨਾਂ ਦੇ ਦਿੱਤੀਆਂ ਜਾਂਦੀਆਂ, ਤਾਂ ਕਿੰਨੇ ਸੈਸ਼ਨ ਹੁੰਦੇ ਹੈਗੇ? 3। ਕਿਹੜੇ ਕਿਹੜੇ ਹੁੰਦੇ ਹੈਗੇ? ਬਜਟ ਸੈਸ਼ਨ, ਮਾਨਸੂਨ ਸੈਸ਼ਨ ਅਤੇ ਸਰਦੀਆਂ ਦਾ ਸੈਸ਼ਨ, ਜਾਂ ਜਿਹਨੂੰ ਆਪਾਂ ਬੋਲਦੇ ਹੈਗੇ ਵਿੰਟਰ ਸੈਸ਼ਨ। ਹੁਣ ਇਹ ਸੈਸ਼ਨ ਕਦੋਂ ਤੋਂ ਕਦੋਂ ਤੱਕ ਹੁੰਦਾ? ਜਿਹੜਾ ਬਜਟ ਦਾ ਸੈਸ਼ਨ ਹੁੰਦਾ ਗਾ ਇਹ ਫਰਵਰੀ ਤੋਂ ਮਈ ਦੇ ਤੱਕ ਵਿੱਚ ਹੁੰਦਾ ਗਾ, ਅਤੇ ਮਾਨਸੂਨ ਦਾ ਸੈਸ਼ਨ ਹੁੰਦਾ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਗਾ, ਅਤੇ ਵਿੰਟਰ ਸੈਸ਼ਨ ਜੋ ਸਰਦੀਆਂ ਦਾ ਸੈਸ਼ਨ ਹੁੰਦਾ ਇਹ ਹੁੰਦਾ ਨਵੰਬਰ ਤੋਂ ਦਸੰਬਰ ਤੱਕ ਹੁੰਦਾ ਗਾ। ਇਹ 3 ਸੈਸ਼ਨ ਹੁੰਦੇ ਹੈਗੇ। ਪੇਪਰ ਦੇ ਵਿੱਚ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤੀ ਸੰਸਦ ਦੇ ਵਿੱਚ ਕਿੰਨੇ ਸੈਸ਼ਨ ਹੁੰਦੇ ਹੈਗੇ ਤਾਂ ਇਹ ਕਿੰਨੇ ਹੁੰਦੇ ਹੈਗੇ? 3। ਅਤੇ ਕਿੰਨੇ ਸੈਸ਼ਨਾਂ ਦੇ ਵਿੱਚ ਬੈਠਕਾਂ ਕਿੰਨੀਆਂ ਹੋ ਸਕਦੀਆਂ, ਇੰਟਰਵਲ ਜਾਂ ਵਿੱਥ ਕਿੰਨੀ ਹੋ ਸਕਦੀ ਹੈਗੀ? 2 ਇਹ ਹੋ ਸਕਦੀ ਹੈਗੀ। ਨੈਕਸਟ, ਭਾਰਤ ਦਾ ਸਭ ਤੋਂ ਛੋਟੀ ਉਮਰ ਵਾਲਾ ਰਾਸ਼ਟਰਪਤੀ ਕੌਣ ਬਣਿਆ ਸੀਗਾ? ਸੋ ਕਿਹੜਾ ਬਣਿਆ ਸੀਗਾ ਜੋ ਸਭ ਤੋਂ ਛੋਟੀ ਉਮਰ ਦੇ ਵਿੱਚ ਬਣਿਆ ਸੀ? RK ਨਰੈਣ, ਗਿਆਨੀ ਜੈਲ ਸਿੰਘ, ਨੀਲਮ ਸੰਜੀਵ ਰੈਡੀ, ਜਾਂ ਸ਼ੰਕਰ ਦਿਆਲ ਸ਼ਰਮਾ? ਸੋ ਸਭ ਤੋਂ ਛੋਟੀ ਉਮਰ ਦਾ ਜੋ ਰਾਸ਼ਟਰਪਤੀ ਹੀ ਵੀ ਬਣਿਆ ਸੀ ਉਹ ਕੌਣ ਬਣਿਆ ਸੀਗਾ? ਨੀਲਮ ਸੰਜੀਵ ਰੈਡੀ ਹੀ ਬਣਿਆ ਸੀਗਾ, ਜੋ ਕਿ ਬਿਨਾਂ ਕਿਸੇ ਵਿਰੋਧ ਤੋਂ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਸੀਗਾ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੀਲਮ ਸੰਜੀਵ ਰੈਡੀ ਕੀ ਸੀਗਾ? ਇਹ ਲੋਕ ਸਭਾ ਦਾ ਸਪੀਕਰ ਵੀ ਰਿਹਾ ਸੀਗਾ। ਸੋ ਕਿੰਨੀ ਉਮਰ ਦੇ ਵਿੱਚ ਬਣਿਆ ਸੀਗਾ ਇਹ? 64 ਸਾਲ ਦੀ ਉਮਰ ਦਾ ਇਹ ਰਾਸ਼ਟਰਪਤੀ ਬਣ ਗਿਆ ਸੀਗਾ। ਦੇਖੋ ਕਿੰਨੀ ਕੁ ਛੋਟੀ ਉਮਰ ਦੇ ਵਿੱਚ ਰਾਸ਼ਟਰਪਤੀ ਬਣਿਆ ਗਾ। ਨੈਕਸਟ, ਜਦੋਂ ਭਾਰਤ ਦਾ ਉਪ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਾ ਤਾਂ ਉਹ ਕਾਹਦਾ ਹੱਕਦਾਰ ਹੁੰਦਾ ਗਾ? ਤਨਖਾਹ ਅਤੇ ਭੱਤਿਆਂ ਦਾ ਇੱਕ ਵਿਸ਼ੇਸ਼ ਪੈਕੇਜ ਮਿਲਦਾ ਉਹਨੂੰ, ਕੋਈ ਤਨਖਾਹ ਅਤੇ ਭੱਤੇ ਨਹੀਂ ਮਿਲਦੇ ਗੇ, ਮੀਨਜ਼ ਚੇਅਰਮੈਨ ਰਾਜ ਸਭਾ ਦੀ ਤਨਖਾਹ ਅਤੇ ਭੱਤੇ ਹੀ ਮਿਲਦੇ ਹੈਗੇ, ਜਾਂ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਅਤੇ ਭੱਤੇ ਮਿਲਦੇ ਹੈਗੇ। ਮੰਨ ਕੇ ਚਲੋ ਭਾਰਤ ਦਾ ਰਾਸ਼ਟਰਪਤੀ ਆਪਦੇ ਅਹੁਦੇ ਉੱਤੇ ਨਹੀਂ ਹੈ ਤਾਂ ਉਦੋਂ ਅਹੁਦਾ ਕੌਣ ਸੰਭਾਲਦਾ ਗਾ? ਭਾਰਤ ਦਾ ਉਪ ਰਾਸ਼ਟਰਪਤੀ। ਜੇਕਰ ਬਾਈ ਚਾਂਸ ਭਾਰਤ ਦਾ ਉਪ ਰਾਸ਼ਟਰਪਤੀ ਵੀ ਨਾ ਹੋਵੇ, ਰਾਸ਼ਟਰਪਤੀ ਵੀ ਨਾ ਹੋਵੇ, ਉਪ ਰਾਸ਼ਟਰਪਤੀ ਵੀ ਨਾ ਹੋਵੇ, ਤਾਂ ਫਿਰ ਕੌਣ ਅਹੁਦਾ ਸੰਭਾਲੂਗਾ? ਤਾਂ ਫਿਰ ਕੌਣ ਅਹੁਦਾ ਸੰਭਾਲਦਾ ਗਾ? ਭਾਰਤ ਦਾ ਜੋ ਕਿ ਸੁਪਰੀਮ ਕੋਰਟ ਦਾ ਮੁੱਖ ਜੱਜ ਹੁੰਦਾ ਗਾ ਉਹ ਸੰਭਾਲਦਾ। ਇੱਕ ਵਾਰੀ ਇੱਦਾਂ ਹੋਇਆ ਵੀ ਹੈਗਾ ਸੀਗਾ, M ਹਦਾਇਤੁੱਲਾ ਕੀ ਬਣਿਆ ਸੀਗਾ? ਭਾਰਤ ਦਾ ਸੁਪਰੀਮ ਕੋਰਟ ਦਾ ਮੁੱਖ ਜੱਜ ਸੀਗਾ। ਸੋ ਕੀ ਹੋਇਆ ਸੀਗਾ, ਜ਼ਾਕਿਰ ਹੁਸੈਨ ਜੀ ਦੀ ਹੋ ਗਈ ਸੀਗੀ ਡੈਥ,
ਤਾਂ ਇਦੋਂ ਬਾਅਦ ਉਪ ਰਾਸ਼ਟਰਪਤੀ ਬਣੇ। ਉਪ ਰਾਸ਼ਟਰਪਤੀ ਨੇ ਕੀ ਸੀਗਾ, ਆਪਦੇ ਅਹੁਦੇ ਦੇ ਉੱਤੇ ਅਸਤੀਫਾ ਦੇ ਦਿੱਤਾ ਸੀਗਾ। ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਲਈ ਤਿਆਰ ਹੋ ਗਏ ਸੀਗੇ, ਪਰ ਉਦੋਂ ਰਾਸ਼ਟਰਪਤੀ ਦੇ ਅਹੁਦੇ ਉੱਪਰ ਕੋਈ ਨਹੀਂ ਹੈਗਾ ਸੀ। ਸੋ ਇਸ ਕਰਕੇ ਕੀ ਫਿਰ ਸੀਗਾ, ਐਮ ਹਦਾਇਤੁੱਲਾ ਨੂੰ, ਜੋ ਕਿ ਸੁਪਰੀਮ ਕੋਰਟ ਦਾ ਮੁੱਖ ਜੱਜ ਸੀਗਾ, ਉਹਨੂੰ ਕੀ ਸੀਗਾ, ਭਾਰਤ ਦਾ ਰਾਸ਼ਟਰਪਤੀ ਬਣਿਆ ਸੀਗਾ। ਪਰ ਕੁਝ ਕੁ ਦਿਨਾਂ ਲਈ ਬਣਿਆ ਸੀਗਾ, ਜ਼ਿਆਦਾ ਸਮੇਂ ਲਈ ਨਹੀਂ ਬਣਿਆ ਸੀ। ਬਾਅਦ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਆਪਣੇ ਅਹੁਦੇ ਦੇ ਉੱਪਰ ਦੁਬਾਰਾ ਵਾਪਸ ਆ ਗਿਆ ਸੀਗਾ। ਸੋ ਹੁਣ ਜੇਕਰ ਕੋਈ ਵੀ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਪਰ ਕੰਮ ਕਰਦਾ ਤਾਂ ਉਹਦੇ ਹੱਕ ਦਾ ਉਹ ਜਿਹੜੀਆਂ ਰਾਸ਼ਟਰਪਤੀ ਨੂੰ ਸਹੂਲਤਾਂ ਮਿਲਦੀਆਂ ਉਹਦਾ ਹੀ ਹੱਕਦਾਰ ਹੈਗਾ। ਤਾਂ ਦੈਟ ਮੀਨਸ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਅਤੇ ਉਹਦੇ ਭੱਤੇ ਹੈਗੇ ਜਿਹੜੇ ਉਹ ਸਾਰੇ ਉਹਨੂੰ ਮਿਲਦੇ ਹੈਗੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਤਾਕਤ ਕਿਹਦੇ ਕੋਲ ਹੈਗੇ? ਜਿਹੜੇ ਆਪਾਂ ਨੂੰ ਮੌਲਿਕ ਅਧਿਕਾਰ ਮਿਲੇ ਹੋਏ ਹੈਗੇ, ਫੰਡਾਮੈਂਟਲ ਰਾਈਟਸ ਮਿਲੇ ਹੋਏ ਆ, ਆਰਟੀਕਲ 32 ਤੋਂ ਲੈ ਕੇ 35 ਕੱਲ USA ਤੋਂ ਅਡੋਪਟ ਕੀਤੇ ਗਏ ਹੈਗੇ, ਭਾਗ 3 ਦੇ ਵਿੱਚ ਆਉਂਦੇ ਹੈਗੇ। ਉਹ ਇਹਨਾਂ ਨੂੰ ਲਾਗੂ ਕਰਨ ਦੀ ਤਾਕਤ ਕਿਹਦੇ ਕੋਲ ਹੈ? ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਲ ਹੈਗੀ। ਭਾਰਤ ਦੀਆਂ ਸਾਰੀਆਂ ਜਿਹੜੀਆਂ ਲੋਕ ਅਦਾਲਤਾਂ ਭਾਰਤ ਦੀਆਂ ਸਾਰੀਆਂ ਅਦਾਲਤਾਂ ਮੀਨਜ਼ ਜਿਹੜੀਆਂ ਛੋਟੀਆਂ ਅਦਾਲਤਾਂ ਹੋ ਗਈਆਂ, ਸੈਸ਼ਨ ਅਦਾਲਤਾਂ ਹੋ ਗਈਆਂ, ਇਹਨਾਂ ਕੋਲ ਆ, ਸੰਸਦ ਦੇ ਕੋਲ ਆ, ਜਾਂ ਪ੍ਰਧਾਨ ਮੰਤਰੀ ਦੇ ਕੋਲ ਹੈਗੀ। ਸੋ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਤਾਕਤ ਕਿਹਦੇ ਕੋਲ ਹੈਗੀ? ਸੰਸਦ ਦੇ ਕੋਲੇ, ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਲੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਮੰਨ ਕੇ ਚੱਲੋ ਤੁਹਾਡੇ ਕੋਈ ਵੀ ਹਾਨੀ ਪਹੁੰਚਾਉਂਦਾ ਗਾ, ਜਾਂ ਕੋਈ ਵੀ ਤੁਹਾਡੇ ਮੌਲਿਕ ਅਧਿਕਾਰਾਂ ਨੂੰ ਕੋਈ ਵੀ ਚੀਜ਼ ਪਹੁੰਚਦੀ ਹੈਗੀ, ਹਾਨੀ ਪਹੁੰਚਦੀ ਹੈ, ਤਾਂ ਕੀ ਹੈਗਾ, ਆਰਟੀਕਲ 32 ਦੇ ਅਨੁਸਾਰ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ, ਅਤੇ ਆਰਟੀਕਲ 226 ਦੇ ਅਨੁਸਾਰ ਤੁਸੀਂ ਕੀ ਹੈਗਾ, ਹਾਈ ਕੋਰਟ ਦਾ ਦਰਵਾਜ਼ਾ ਖੜਖੜਾ ਸਕਦੇ ਹੋ ਸਿੱਧਾ। ਸੋ ਇਹਦੇ ਨਾਲ ਆਪਾਂ ਰਿਟ ਜਾਰੀ ਕਰ ਸਕਦੇ ਹਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ, ਆਰਟੀਕਲ 32 ਦੇ ਅਨੁਸਾਰ ਸੁਪਰੀਮ ਕੋਰਟ ਦੇ ਵਿੱਚ। ਸੋ ਆਰਟੀਕਲ 226 ਦੇ ਅਨੁਸਾਰ ਹਾਈ ਕੋਰਟ ਦੇ ਵਿੱਚ, ਜੇਕਰ ਆਪਣੇ ਕੋਈ ਮੌਲਿਕ ਅਧਿਕਾਰਾਂ ਨੂੰ ਹਾਨੀ ਪਹੁੰਚਾਉਂਦਾ ਗਾ। ਸੋ ਭਾਗ 3 ਨੂੰ ਕੀ ਕਹਿੰਦਾ, ਮੈਗਨਾ ਕਾਰਟਾ ਵੀ ਕਿਹਾ ਜਾਂਦਾ ਗਾ, ਕਿਉਂਕਿ ਇਹ ਮੌਲਿਕ ਅਧਿਕਾਰਾਂ ਨਾਲ ਰਿਲੇਟਡ ਆ ਗਏ। ਮੌਲਿਕ ਅਧਿਕਾਰ ਇਹਦੇ ਵਿੱਚ ਦਰਜ ਹੈਗੇ ਸੰਵਿਧਾਨ ਦੇ ਭਾਗ 3 ਦੇ ਵਿੱਚ। ਸੋ ਸੰਵਿਧਾਨ ਦੇ ਭਾਗ 3 ਨੂੰ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਗਾ। ਨੈਕਸਟ, 27 ਅਗਸਤ 2009 ਨੂੰ ਭਾਰਤ ਸਰਕਾਰ ਦੀ ਕੇਂਦਰੀ ਕੈਬਨਿਟ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਲਈ ਡੈਸ਼ ਆਰਕਸ਼ਣ ਦੀ ਮਨਜ਼ੂਰੀ ਦਿੱਤੀ ਸੀਗੀ। ਸੋ ਕਿੰਨੇ ਪ੍ਰਤੀਸ਼ਤ ਦਿੱਤੀ ਸੀ? 30, 40, 50 ਜਾਂ 60। ਸੋ ਇਹ ਜੋ ਮਨਜ਼ੂਰੀ ਦਿੱਤੀ ਸੀ, ਇਹ ਦਿੱਤੀ ਸੀਗੀ 50। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ 27 ਅਗਸਤ 2009 ਨੂੰ ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ ਕੀ ਕੀਤਾ ਸੀਗਾ, ਭਾਰਤ ਦੀਆਂ ਜੋ ਰਾਜ ਸੰਸਥਾਵਾਂ ਗੀਆਂ ਮਹਿਲਾਵਾਂ ਲਈ 50% ਆਰਕਸ਼ਣ ਦੀ ਮਨਜ਼ੂਰੀ ਦਾ ਪ੍ਰਸਤਾਵ ਜਾਂ ਉਦੇਸ਼ ਆਰਟੀਕਲ 243D ਦੇ ਵਿੱਚ ਸੰਬੰਧਿਤ ਹੈਗਾ, ਜੋ ਕਿ ਉਹਦੇ ਵਿੱਚ ਲੈ ਕੇ ਆਏ ਸੀਗੇ। ਸੋ ਪੰਚਾਇਤਾਂ ਦੀਆਂ ਮਹਿਲਾਵਾਂ ਦੇ ਵਿੱਚ ਕੀ ਹੈਗਾ, 1/3 ਜਾਂ ਮਤਲਬ ਕਿ 1/3 ਹਿੱਸਾ ਆਰਕਸ਼ਣ ਪ੍ਰਦਾਨ ਕਰਦਾ ਸੀਗਾ, ਪਰ ਜਿਹੜਾ ਕਿ ਬਾਅਦ ਵਿੱਚ ਵਧਾ ਕੇ ਇਹ 50% ਕਰਤਾ ਸੀਗਾ। ਸੋ ਇਹਦੇ ਵਿੱਚ ਆਪਣਾ ਸਹੀ ਉੱਤਰ ਹੈਗਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਹੁਣ ਪਿੰਡ ਦੀਆਂ ਪੰਚਾਇਤਾਂ ਗਾ, ਜੋ ਕਿ ਗ੍ਰਾਮ ਪੰਚਾਇਤ ਹੈਗੀ, 5 ਸਾਲ ਲਈ ਚੁਣੀ ਜਾਂਦੀ ਹੈਗੀ। ਥੋੜ੍ਹੀ ਜਿਹੀ ਪੰਚਾਇਤਾਂ ਨਾਲ ਰਿਲੇਟਡ, ਕਿਉਂਕਿ ਇਸ ਸਾਲ ਪੰਚਾਇਤਾਂ ਦੀਆਂ ਚੋਣਾਂ ਵੀ ਹੋਣੀਆਂ ਹਨ। ਸੋ ਇਸ ਨਾਲ ਰਿਲੇਟਡ ਪ੍ਰਸ਼ਨ ਪੇਪਰ ਦੇ ਵਿੱਚ ਜ਼ਰੂਰ ਪੁੱਛੇ ਜਾ ਸਕਦੇ ਹੈਗੇ। ਕੀ ਚੀਜ਼ਾਂ ਪੁੱਛੀਆਂ ਜਾ ਸਕਦੀਆਂ? ਮਿਆਦ ਕਿੰਨੀ ਹੁੰਦੀ ਹੈਗੀ? 5 ਸਾਲ ਦੀ ਹੁੰਦੀ ਹੈਗੀ। ਪੰਚਾਇਤੀ ਰਾਜ ਪ੍ਰਣਾਲੀ ਜੋ ਕਿ ਪਹਿਲੀ ਵਾਰ ਸਟਾਰਟ ਕੀਤੀ ਸੀਗੀ 2 ਅਕਤੂਬਰ 1959 ਨੂੰ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੇ ਵਿੱਚ ਸਟਾਰਟ ਹੋਈ ਸੀਗੀ, ਅਤੇ ਇਹ ਤਾਂ ਪਹਿਲੀ ਵਾਰ ਸਟਾਰਟ ਹੋਈ ਸੀ। ਜੇਕਰ ਪੁੱਛਿਆ ਜਾਵੇ ਦੂਜਾ ਰਾਜ ਕਿਹੜਾ ਸੀਗਾ ਪੰਚਾਇਤੀ ਰਾਜ ਸਟਾਰਟ ਕਰਨ ਵਾਲਾ, ਸੋ ਉਹ ਸੀਗਾ ਆਂਧਰਾ ਪ੍ਰਦੇਸ਼। ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈਗੀ। ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਕੀ ਹੋਇਆ ਸੀਗਾ, ਦੂਸਰਾ ਰਾਜ ਬਣਿਆ ਸੀਗਾ ਪੰਚਾਇਤੀ ਰਾਜ ਸਿਸਟਮ ਲਾਗੂ ਕਰਨ ਵਾਲਾ। ਹੁਣ ਪੰਚਾਇਤਾਂ ਆ ਜੋ ਕਿ ਸਿਸਟਮ ਆ, ਇਹਨਾਂ ਦੇ ਇਹਦੇ ਕਿੰਨੇ ਸਤਰ ਹੁੰਦੇ ਹੈਗੇ ਜਾਂ ਕਿੰਨੇ ਹੁੰਦੇ ਹੈਗੇ? 3 ਸਤਰ ਹੁੰਦੇ ਆ। 3 ਪੱਧਰਾਂ ਦੇ ਉੱਪਰ ਇਹਦੀਆਂ 3 ਪੱਧਰ ਹੁੰਦੇ ਹੈਗੇ। ਇਹ ਵੀ ਪੇਪਰ ਦੇ ਵਿੱਚ ਪੁੱਛਿਆ ਸਕਦਾ ਕਿਹੜੇ ਹੁੰਦੇ ਹੈਗੇ? ਗ੍ਰਾਮ ਪੰਚਾਇਤ ਹੋ ਗਈ, ਮੰਡਲ ਪਰਿਸ਼ਦ ਜਾਂ ਬਲਾਕ ਸੰਮਤੀ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ, ਉਹ ਹੋ ਗਈ, ਜਿਹਨੂੰ ਪੰਚਾਇਤ ਸਮਿਤੀ ਵੀ ਕਿਹਾ ਜਾਂਦਾ ਹੈਗਾ। ਸੋ ਤੀਜੀ ਹੋ ਗਈ ਜ਼ਿਲ੍ਹਾ ਪਰਿਸ਼ਦ। ਹੁਣ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਪੰਚਾਇਤ
ਸੰਸਥਾਵਾਂ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈਗੀ? ਸੋ ਕਿਹੜੀ ਹੈਗੀ? ਜ਼ਿਲ੍ਹਾ ਪ੍ਰੀਸ਼ਦ। ਆਪਸ਼ਨ ਦੇ ਵਿੱਚ ਦੇ ਦਿੱਤਾ ਜਾਂਦਾ ਹੈਗਾ ਗ੍ਰਾਮ ਪੰਚਾਇਤ, ਮੰਡਲ ਪ੍ਰੀਸ਼ਦ, ਪੰਚਾਇਤ ਸਮਿਤੀ ਜਾਂ ਜ਼ਿਲ੍ਹਾ ਪ੍ਰੀਸ਼ਦ। ਸੋ ਸਭ ਤੋਂ ਵੱਡੀ ਇਕਾਈ ਕਿਹੜੀ ਹੈਗੀ? ਜ਼ਿਲ੍ਹਾ ਪ੍ਰੀਸ਼ਦ। ਅਤੇ ਸਭ ਤੋਂ ਛੋਟੀ ਇਕਾਈ ਕਿਹੜੀ ਹੈਗੀ? ਗ੍ਰਾਮ ਪੰਚਾਇਤ। ਸੋ ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਨੈਕਸਟ, ਭਾਰਤ ਵਿੱਚ ਕਿਹੜਾ ਪਾਰਟੀ ਪ੍ਰਣਾਲੀ ਸਿਸਟਮ ਹੈਗਾ? ਸੋ ਭਾਰਤ ਦੇ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਚੱਲਦੀ ਹੈਗੀ? ਇੱਕ ਪਾਰਟੀ ਪ੍ਰਣਾਲੀ ਸਿਸਟਮ ਆ, ਦੋ ਪਾਰਟੀ ਸਿਸਟਮ ਆ, ਬਹੁ ਪਾਰਟੀ ਸਿਸਟਮ ਆ, ਜਾਂ ਕੋਈ ਪਾਰਟੀ ਸਿਸਟਮ ਹੈ ਨਹੀਂ। ਸੋ ਭਾਰਤ ਦੇ ਵਿੱਚ ਜੋ ਪਾਰਟੀ ਸਿਸਟਮ ਆ, ਦੋ ਬਹੁ ਪਾਰਟੀ ਸਿਸਟਮ ਹੈਗਾ ਗਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਭਾਰਤ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ, ਤੁਹਾਨੂੰ ਪਤਾ ਹੀ ਆ ਕਿੰਨੀਆਂ ਪਾਰਟੀਆਂ ਚੱਲਦੀਆਂ ਹੈਗੀਆਂ ਭਾਰਤ ਦੇ ਵਿੱਚ। ਇੱਕ ਪਾਰਟੀ ਨਹੀਂ ਹੈਗੀ। ਤੁਸੀਂ ਪੰਜਾਬ ਦੇ ਵਿੱਚ ਹੀ ਲਾ ਲਓ ਕਿੰਨੀਆਂ ਪਾਰਟੀਆਂ ਆ ਗਈਆਂ। ਅਕਾਲੀ ਦਲ ਆ ਗਈ, ਕਾਂਗਰਸ ਆ ਗਈ, ਆਮ ਆਦਮੀ ਪਾਰਟੀ ਆ ਗਈ, ਹੋਰ ਕਿੰਨੀਆਂ ਸਾਰੀਆਂ ਪਾਰਟੀਆਂ, ਬਹੁਜਨ ਸਮਾਜ ਪਾਰਟੀ ਹੈਗੀ, ਬਹੁਤ ਸਾਰੀਆਂ ਪਾਰਟੀਆਂ। ਅਤੇ ਤੁਸੀਂ ਇੰਡੀਆ ਦੇ ਵਿੱਚ ਹੀ ਲਾ ਲਓ, ਭਾਰਤ ਦੇਸ਼ ਦੇ ਵਿੱਚ ਕਿੰਨੀਆਂ ਸਾਰੀਆਂ ਪਾਰਟੀਆਂ ਹੈਗੀਆਂ ਗੀਆਂ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਕਿਸ ਨਾਲ ਹੈਗਾ? ਸੋ ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਕਿਹਦੇ ਨਾਲ ਆ? ਮੈਂ ਪਹਿਲਾਂ ਵੀ ਪਿਛਲੇ ਪ੍ਰਸ਼ਨ ਦੇ ਵਿੱਚ ਦੱਸ ਕੇ ਗਿਆ ਗਾ। ਕਿਹੜੇ ਦੇ ਨਾਲ ਹੈਗਾ? ਜੰਮੂ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨਾਲ ਆ, ਚੁਣਾਵੀ ਗਲਤੀਆਂ ਨਾਲ ਆ, ਰਾਜਨੀਤਿਕ ਭ੍ਰਿਸ਼ਟਾਚਾਰ ਨਾਲ ਆ, ਜਾਂ ਪੰਚਾਇਤੀ ਰਾਜ ਸੰਸਥਾਵਾਂ ਨਾਲ ਆ। ਸੋ ਬਲਵੰਤ ਰਾਏ ਮਹਿਤਾ ਕਮੇਟੀ ਦਾ ਸੰਬੰਧ ਕਿਹਦੇ ਨਾਲ ਹੈਗਾ? ਪੰਚਾਇਤੀ ਰਾਜ ਸੰਸਥਾਵਾਂ ਦੇ ਨਾਲ ਇਹਦਾ ਸੰਬੰਧ ਹੈਗਾ ਗਾ। ਇਹ ਕਮੇਟੀ 1957 ਦੇ ਵਿੱਚ ਬਣੀ ਸੀਗੀ। ਸੋ ਇਹ ਕਮੇਟੀ ਨੇ ਤਿੰਨ ਪੱਧਰੀ ਰਾਜ, ਮਤਲਬ ਕਿ ਤਿੰਨ ਪੱਧਰੀ ਸੀਗੀ ਕਮੇਟੀ ਬਣਾਈ ਸੀਗੀ ਪੰਚਾਇਤਾਂ ਨਾਲ ਰਿਲੇਟਡ। ਬਲਵੰਤ ਰਾਏ ਇਹਦੇ ਕਮੇਟੀ ਦੇ ਚੇਅਰਮੈਨ ਸੀਗੇ। ਸੋ ਇਸ ਕਮੇਟੀ ਨੇ ਤਿੰਨ ਪੱਧਰੀ ਪੰਚਾਇਤਾਂ ਦੀ ਵਿਵਸਥਾ ਕੀਤੀ ਸੀ। ਕਿਹੜੀ ਕਿਹੜੀ ਕੀਤੀ ਸੀਗੀ? ਗ੍ਰਾਮ ਪੰਚਾਇਤ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ। ਸੋ ਰਾਸ਼ਟਰੀ ਵਿਕਾਸ ਪ੍ਰੀਸ਼ਦ ਨੇ 1958 ਦੇ ਵਿੱਚ ਕੀ ਹੋਇਆ ਸੀਗਾ? ਇਹ ਸਿਫਾਰਸ਼ਾਂ ਨੂੰ, ਇਹਦੀਆਂ ਨੂੰ, ਬਲਵੰਤ ਰਾਏ ਮਹਿਤਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨ ਲਿਆ ਸੀਗਾ। ਸੋ ਇਸ ਦੇ ਆਧਾਰ 'ਤੇ 1959 ਦੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਨਗੌਰ ਦੇ ਵਿੱਚ ਪਹਿਲੀਆਂ ਪੰਚਾਇਤੀ ਚੋਣਾਂ ਹੋਈਆਂ ਸਨ। ਸੋ ਇਹ ਬਲਵੰਤ ਰਾਏ ਮਹਿਤਾ ਕਮੇਟੀ 1957 ਦੇ ਵਿੱਚ ਬਣੀ ਸੀਗੀ। ਕਿਹਦੇ ਨਾਲ ਰਿਲੇਟਡ ਆ? ਪੰਚਾਇਤੀ ਰਾਜ ਸੰਸਥਾਵਾਂ ਦੇ ਨਾਲ ਰਿਲੇਟਡ ਆਗੀ। ਨੈਕਸਟ, ਕਹਿੰਦਾ ਭਾਰਤ ਵਿੱਚ ਆਮ ਚੋਣਾਂ ਦਾ ਆਧਾਰ ਕੀ ਹੈਗਾ? ਜੋ ਭਾਰਤ ਦੇ ਵਿੱਚ ਵੋਟਾਂ ਪੈਂਦੀਆਂ, ਚੋਣਾਂ ਹੁੰਦੀਆਂ, ਉਹਦਾ ਆਧਾਰ ਕੀ ਹੈਗਾ? ਬਾਲਗ ਸਫਰੇਜ, ਯੂਨੀਵਰਸਲ ਬਾਲਗ ਸਫਰੇਜ, ਮਰਦ ਬਾਲਗ ਸਫਰੇਜ, ਜਾਂ ਸੀਮਤ ਸਫਰੇਜ। ਸੋ ਭਾਰਤ ਦੇ ਵਿੱਚ ਜੋ ਵੋਟਾਂ ਪੈਂਦੀਆਂ ਗਾ, ਉਹ ਕਿਹੜਾ ਆਧਾਰ ਹੈਗਾ? ਉਹ ਆਗਾ ਯੂਨੀਵਰਸਲ ਬਾਲਗ ਸਫਰੇਜ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਮੀਨਜ਼ ਕੀ ਹੈਗਾ? ਯੂਨੀਵਰਸਲ ਬਾਲਗ ਸਫਰੇਜ ਕੀ ਹੈਗਾ? ਇਹ ਪ੍ਰਭਾਸ਼ਿਤ ਕਰਦੇ, ਇਹ ਚੀਜ਼ ਕਹਿੰਦਾ ਹੈਗਾ ਕਿ ਜੇਕਰ ਤੁਹਾਡੀ ਉਮਰ 18 ਸਾਲ ਆ ਜਾਂ 18 ਸਾਲ ਤੋਂ ਵੱਧ ਹੈਗੀ, ਤਾਂ ਇਹ ਉਮਰ ਦੇ ਨਾਗਰਿਕ ਕੀ ਹੈਗਾ? ਆਪਣੀ ਜਾਤ, ਸਿੱਖਿਆ, ਧਰਮ, ਰੰਗ, ਨਸਲ ਅਤੇ ਆਰਥਿਕ ਦੀ ਸਥਿਤੀਆਂ ਦੀ ਪਰਵਾਹ ਨਾ ਕੀਤੇ ਬਿਨਾਂ ਕਿਸੇ ਵੀ ਵੋਟ ਪਾਉਣ ਲਈ ਸੁਤੰਤਰ ਹੈਗੇ। ਮੀਨਜ਼ ਇਹੀ ਚੀਜ਼ ਕਹਿੰਦਾ ਹੈਗਾ ਕਿ ਕੋਈ ਵੀ ਜਾਤ, ਧਰਮ, ਵੋਟ, ਧਰਮ, ਰੰਗ ਦੇ ਆਧਾਰ 'ਤੇ ਨਹੀਂ ਪਾਈ ਜਾਂਦੀ। ਇਹ ਜ਼ਰੂਰੀ ਨਹੀਂ ਹੈਗਾ ਕਿ ਉਹਦਾ ਰੰਗ ਕਾਲਾ ਗਾ, ਗੋਰਾ ਹੀ ਵੋਟ ਪਾਊਗਾ। ਉਹ ਐਜੂਕੇਟਡ ਬੰਦਾ, ਅਨਐਜੂਕੇਟਡ ਬੰਦਾ ਵੋਟ ਨਹੀਂ ਪਾਊਗਾ। ਗਰੀਬ ਨਹੀਂ ਵੋਟ ਪਾ ਸਕਦਾ, ਸਿਰਫ ਅਮੀਰ ਵੋਟ ਪਾ ਸਕਦਾ ਨਹੀਂ। ਹਰ ਇੱਕ ਨਸਲ, ਧਰਮ, ਜਾਤ, ਰੰਗ, ਸਿੱਖਿਅਕ, ਅਣਸਿੱਖਿਅਕ ਵੋਟ ਪਾ ਸਕਦਾ ਗਾ। ਹਰ ਇੱਕ ਨੂੰ ਅਧਿਕਾਰ ਹੈਗਾ, ਹਰ ਇੱਕ ਇਹ ਸੁਤੰਤਰ ਆ। ਸੋ ਇਸ ਕਰਕੇ ਸਮਾਨਤਾ ਦਾ ਜੋ ਕਿ ਸਮਾਨਤਾ ਦੇ ਵਿਚਾਰ ਨਾਲ ਹੀ ਇਹ ਯੂਨੀਵਰਸਲ ਬਾਲਗ ਸਫਰੇਜ ਆਧਾਰਿਤ ਹੈਗਾ। ਸੋ ਜੋ ਕਿ ਆਮ ਚੋਣਾਂ ਦਾ ਆਧਾਰ ਕੀ ਹੈਗਾ? ਇਹ ਯੂਨੀਵਰਸਲ ਬਾਲਗ ਸਫਰੇਜ ਹੈਗਾ ਗਾ ਵੋਟਾਂ ਦਾ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, 1977 ਦੇ ਵਿੱਚ ਜਨਤਾ ਪਾਰਟੀ ਸਰਕਾਰ ਦੀ ਅਗਵਾਈ ਕਿਹਨੇ ਕੀਤੀ ਸੀਗੀ? ਐਨ ਸੰਜੀਵ ਰੈੱਡੀ ਨੇ, ਐਲ ਕੇ ਅਡਵਾਨੀ ਨੇ, ਮੁਰਾਰਜੀ ਦੇਸਾਈ ਨੇ, ਜਾਂ ਚਰਨ ਸਿੰਘ ਨੇ। ਸੋ 1977 ਦੇ ਵਿੱਚ ਜੋ ਜਨਤਾ ਪਾਰਟੀ ਦੀ ਅਗਵਾਈ ਕੀਤੀ ਸੀਗੀ, ਉਹ ਕੀਤੀ ਸੀਗੀ ਮੁਰਾਰਜੀ ਦੇਸਾਈ ਨੇ। ਮੀਨਜ਼ 1977 ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਬਣੇ ਸੀ ਕਿ ਇਹ ਬਣੇ ਸੀ ਮੁਰਾਰਜੀ ਦੇਸਾਈ।
1976 ਦੇ ਵਿੱਚ ਤੁਸੀਂ ਦੇਖੋ ਅਮੈਂਡਮੈਂਟ ਹੋਈ ਸੀਗੀ, ਆਪਾਂ ਪਿੱਛੇ ਜੇ ਪੜ੍ਹਿਆ ਸੀਗਾ 42ਵੀਂ ਅਮੈਂਡਮੈਂਟ, ਜਿਹਨੂੰ ਮਿੰਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਗਾ। ਬਹੁਤ ਸਾਰੀਆਂ ਅਮੈਂਡਮੈਂਟਾਂ ਹੋਈਆਂ ਸੀ। ਕਿਹਨੇ ਕਰਾਈ ਸੀ? ਉਹ ਇੰਦਰਾ ਗਾਂਧੀ ਨੇ। ਫਿਰ ਉਹ ਅਮੈਂਡਮੈਂਟ 1976 ਤੋਂ ਬਾਅਦ 1977 ਦੇ ਵਿੱਚ ਕੀ ਹੋਇਆ ਸੀਗਾ, ਪਹਿਲਾ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਇਹੀ ਬਣਿਆ ਸੀਗਾ, ਨੀਲਮ ਮੁਰਾਰਜੀ ਦੇਸਾਈ। ਸੌਰੀ, ਜਨਤਾ ਪਾਰਟੀ ਨਾਲ ਰਿਲੇਟਡ ਇਹ ਹੈਗਾ ਸੀਗਾ। ਨੈਕਸਟ, ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈਗੀ? 21 ਸਾਲ, 25 ਸਾਲ, 30 ਸਾਲ ਜਾਂ 35 ਸਾਲ? ਸੋ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਜੋ ਉਮਰ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਹੈਗੀ 25 ਸਾਲ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਜੋ ਕਿ ਰਾਜ ਸਭਾ ਦਾ ਮੈਂਬਰ ਬਣਨ ਲਈ ਉਮਰ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਹੈਗੀ 30 ਸਾਲ। ਰਾਸ਼ਟਰਪਤੀ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈਗੀ? 35 ਸਾਲ। ਸੋ ਉਪ ਰਾਸ਼ਟਰਪਤੀ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈਗੀ? 35 ਸਾਲ। ਪ੍ਰਧਾਨ ਮੰਤਰੀ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈਗੀ? 25 ਸਾਲ। ਇਹ ਸਾਰੀਆਂ ਉਮਰਾਂ ਪਤਾ ਹੋਣੀਆਂ ਚਾਹੀਦੀਆਂ। ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ, ਰਾਜ ਸਭਾ ਦਾ ਮੈਂਬਰ ਬਣਨ ਲਈ 30 ਸਾਲ, ਰਾਸ਼ਟਰਪਤੀ ਬਣਨ ਲਈ 35 ਸਾਲ, ਉਪ ਰਾਸ਼ਟਰਪਤੀ ਬਣਨ ਲਈ 35 ਸਾਲ। ਸੋ ਹੁਣ ਲੋਕ ਸਭਾ ਨੂੰ ਕਿਹੜਾ ਸਦਨ ਕਿਹਾ ਜਾਂਦਾ ਗਾ? ਭਾਰਤੀ ਸੰਸਦ ਦਾ ਹੇਠਲਾ ਸਦਨ ਕਿਹਾ ਜਾਂਦਾ ਗਾ, ਅਤੇ ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਗਾ। ਇਹਨਾਂ ਨਾਲ ਰਿਲੇਟਡ ਆਰਟੀਕਲ ਵੀ ਹੈਗੇ। ਆਰਟੀਕਲ ਕਿਹੜੇ ਕਿਹੜੇ ਹੈਗੇ? ਭਾਰਤੀ ਜਿਹੜੀ ਸੰਸਦ ਹੈਗੀ, ਭਾਰਤੀ ਸੰਸਦ ਦੇ ਨਾਲ ਆਰਟੀਕਲ ਕਿਹੜਾ ਹੈਗਾ? ਆਰਟੀਕਲ 79। ਇਹ ਕਿਹਦੇ ਨਾਲ ਹੈਗਾ? ਸੰਸਦ ਨਾਲ ਰਿਲੇਟਡ। ਅਤੇ ਆਰਟੀਕਲ 80 ਕਿਹਦੇ ਨਾਲ ਰਿਲੇਟਡ ਹੈਗਾ? ਜੋ ਕਿ ਉੱਪਰਲਾ ਸਦਨ ਹੈਗਾ, ਮੀਨਜ਼ ਰਾਜ ਸਭਾ ਨਾਲ। ਸੋ ਆਰਟੀਕਲ 81 ਕਿਹਦੇ ਨਾਲ ਰਿਲੇਟਡ ਹੈਗਾ? ਇਹ ਲੋਕ ਸਭਾ ਦੇ ਨਾਲ ਰਿਲੇਟਡ ਹੈਗਾ। ਇਹ ਵੀ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾ ਸਕਦਾ ਹੈਗਾ ਕਿ ਭਾਰਤੀ ਸੰਸਦ ਨਾਲ ਰਿਲੇਟਡ ਕਿਹੜਾ ਆਰਟੀਕਲ ਆ। ਸੋ ਆਰਟੀਕਲ 79 79 ਨੰਬਰ ਆਰਟੀਕਲ ਰਿਲੇਟਡ ਹੈਗਾ ਗਾ। ਆਰਟੀਕਲ 80 ਕਿਹਦੇ ਨਾਲ ਰਿਲੇਟਡ ਆ? ਰਾਜ ਸਭਾ ਦੇ ਨਾਲ। ਅਤੇ ਆਰਟੀਕਲ 81 ਕਿਹਦੇ ਨਾਲ ਹੈਗਾ? ਲੋਕ ਸਭਾ ਦੇ ਨਾਲ ਰਿਲੇਟਡ ਹੈਗਾ। ਸੋ ਕਿੰਨੀ ਉਮਰ ਚਾਹੀਦੀ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ? 25 ਸਾਲ ਉਮਰ ਚਾਹੀਦੀ ਹੈਗੀ। ਸੋ ਨੈਕਸਟ, ਮਹਾਤਮਾ ਗਾਂਧੀ ਜੀ ਦੀ ਹੱਤਿਆ ਕਦੋਂ ਹੋਈ ਸੀਗੀ? 1947 'ਚ, 48 'ਚ, 49 'ਚ ਜਾਂ 50 'ਚ? ਸੋ ਮਹਾਤਮਾ ਗਾਂਧੀ ਜੀ ਦੀ ਜੋ ਹੱਤਿਆ ਹੋਈ ਸੀ ਉਹ ਹੋਈ ਸੀਗੀ 1948 ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿਹਦੇ ਦੁਆਰਾ ਕੀਤੀ ਗਈ ਸੀਗੀ? ਨੱਥੂ ਰਾਮ ਗੋਡਸੇ ਦੇ ਦੁਆਰਾ ਇਹ ਮਹਾਤਮਾ ਗਾਂਧੀ ਜੀ ਦੀ ਹੱਤਿਆ ਕੀਤੀ ਗਈ ਸੀਗੀ 1948 ਦੇ ਵਿੱਚ। ਨੈਕਸਟ, ਰਾਜ ਦੇ ਮੁੱਖ ਮੰਤਰੀ ਨੂੰ ਕਿਸ ਆਰਟੀਕਲ ਦੇ ਅਧੀਨ ਨਿਯੁਕਤ ਕੀਤਾ ਜਾਂਦਾ ਗਾ? ਸੋ ਕਿਹੜੇ ਆਰਟੀਕਲ ਦੇ ਅਧੀਨ ਨਿਯੁਕਤ ਕੀਤਾ ਜਾਂਦਾ ਗਾ? ਆਰਟੀਕਲ 164, 74, 84 ਜਾਂ 94? ਸੋ ਰਾਜ ਦੇ ਮੁੱਖ ਮੰਤਰੀ ਨੂੰ ਜੋ ਕਿ ਨਿਯੁਕਤ ਕੀਤਾ ਜਾਂਦਾ ਉਹ ਕੀਤਾ ਜਾਂਦਾ ਆਰਟੀਕਲ 164 ਦੇ ਅਨੁਸਾਰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਚੀਜ਼ਾਂ ਜਿਵੇਂ ਐਂ ਯਾਦ ਰੱਖਿਆ ਕਰੋ, ਜਿਵੇਂ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਕਰੰਟ ਦੇ ਵਿੱਚ ਕੌਣ ਹੈਗਾ? ਭਗਵੰਤ ਮਾਨ। ਭਗਵੰਤ ਮਾਨ ਨੂੰ ਕਿਹੜੇ ਆਰਟੀਕਲ ਦੇ ਅਕੋਰਡਿੰਗ ਚੁਣਿਆ ਗਿਆ ਹੋਊਗਾ? ਆਰਟੀਕਲ 164 ਦੇ ਅਨੁਸਾਰ। ਕਿਹਨੇ ਸਹੁੰ ਦਵਾਈ ਸੀਗੀ? ਰਾਜਪਾਲ ਨੇ। ਰਾਜਪਾਲ ਕਿਹੜੇ ਨੇ ਸਹੁੰ ਚੁਕਾਈ ਸੀਗੀ? ਬਨਵਾਰੀ ਲਾਲ ਪੁਰੋਹਿਤ ਨੇ। ਸੋ ਬਨਵਾਰੀ ਲਾਲ ਪੁਰੋਹਿਤ ਕਿਹੜੇ ਆਰਟੀਕਲ ਦੇ ਅਕੋਰਡਿੰਗ ਬਣਿਆ ਹੋਊਗਾ? ਆਰਟੀਕਲ 153 ਦੇ ਅਕੋਰਡਿੰਗ ਬਣਿਆ ਹੋਊਗਾ। ਇਸ ਤਰ੍ਹਾਂ ਆਪਾਂ ਯਾਦ ਵੀ ਰੱਖ ਸਕਦੇ ਹੈਗੇ। ਮੁੱਖ ਮੰਤਰੀ ਕਿਹੜੇ ਅਨੁਸਾਰ ਬਣਿਆ ਗਾ? ਭਗਵੰਤ ਸਿੰਘ ਮਾਨ। ਇਹ ਬਣਿਆ ਆਰਟੀਕਲ 164 ਦੇ ਅਨੁਸਾਰ। ਇਹਨੂੰ ਸਹੁੰ ਕਿਹਨੇ ਚੁਕਾਈ ਆ? ਬਨਵਾਰੀ ਲਾਲ ਪੁਰੋਹਿਤ ਨੇ। ਕੌਣ ਚੁਕਾਉਂਦਾ? ਇੱਥੋਂ ਕੀ ਪਤਾ ਲੱਗਦਾ ਗਾ? ਬਨਵਾਰੀ ਲਾਲ ਪੁਰੋਹਿਤ ਕੌਣ ਹੈਗਾ? ਪੰਜਾਬ ਦਾ ਰਾਜਪਾਲ ਹੈਗਾ। ਸੋ ਇੱਥੋਂ ਕੀ ਪਤਾ ਲੱਗਦਾ ਗਾ? ਮੁੱਖ ਮੰਤਰੀ ਨੂੰ ਸਹੁੰ ਕੌਣ ਚੁਕਾਉਂਦਾ ਗਾ? ਪੰਜਾਬ ਦਾ ਹਰ ਇੱਕ ਸਟੇਟ ਦਾ ਰਾਜਪਾਲ। ਸੋ ਕਿਹੜੇ ਆਰਟੀਕਲ ਦੇ ਨਾਲ ਰਾਜਪਾਲ ਚੁਣਿਆ ਜਾਂਦਾ? ਆਰਟੀਕਲ 153 ਦੇ ਨਾਲ। ਸੋ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੈਗੇ। ਨੈਕਸਟ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸੁਪਰੀਮ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਆ? ਸੁਪਰੀਮ ਕੋਰਟ ਆ ਗਈ ਭਾਰਤ ਦੀ, ਕਿੱਥੇ ਸਥਿਤ ਹੈਗੀ? ਨਵੀਂ ਦਿੱਲੀ ਦੇ ਵਿੱਚ ਸਥਿਤ ਹੈਗੀ। ਸੋ ਕਿਹੜੇ ਆਰਟੀਕਲ ਦੇ ਰਿਲੇਟਡ ਵਿੱਚ ਆਉਂਦੀ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਹੋਵੇਗੀ? ਆਰਟੀਕਲ 120, 24, 26 ਜਾਂ 128? ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ ਹੈਗਾ। ਸੋ ਸੁਪਰੀਮ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਆਰਟੀਕਲ 124। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ ਸੀਗੀ? 26 ਜਨਵਰੀ 1950 ਨੂੰ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀਗੀ।
ਸੋ ਪਹਿਲਾ ਮੁੱਖ ਜੱਜ ਕੌਣ ਸੀਗਾ? ਹਰੀ ਲਾਲ ਜੇ ਕਣੀਆ। ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਗਾ। ਹਰੀ ਲਾਲ ਜੇ ਕਣੀਆ ਸੁਪਰੀਮ ਕੋਰਟ ਦਾ ਪਹਿਲਾ ਮੁੱਖ ਜੱਜ ਹੈਗਾ ਸੀ। ਕਰੰਟ ਦੇ ਵਿੱਚ ਕੌਣ ਹੈਗਾ? ਕਰੰਟ ਦੇ ਵਿੱਚ ਹੈਗਾ ਗਾ DY ਚੰਦਰਚੂੜ। ਕੌਣ? DY ਚੰਦਰਚੂੜ। ਇਹ ਕਰੰਟ ਦੇ ਵਿੱਚ ਸੁਪਰੀਮ ਕੋਰਟ ਦਾ ਮੁੱਖ ਜੱਜ ਹੈਗਾ ਗਾ। ਕਿੰਨਵੇਂ ਨੰਬਰ ਦਾ ਗਾ? 50ਵੇਂ ਨੰਬਰ ਦਾ ਇਹ ਸੁਪਰੀਮ ਕੋਰਟ ਦਾ ਮੁੱਖ ਜੱਜ ਹੈਗਾ ਗਾ। ਇਹ ਵੀ ਕਈ ਵਾਰ ਨੰਬਰ ਵੀ ਪੁੱਛ ਲਿਆ ਜਾਂਦਾ ਗਾ। ਇਹ ਕਿਹੜੇ ਨੰਬਰ ਦਾ ਸੀ? ਪਹਿਲੇ ਨੰਬਰ ਦਾ ਹਰੀ ਲਾਲ ਜੇ ਕਣੀਆ ਪਹਿਲਾ ਮੁੱਖ ਜੱਜ ਸੀ। ਕਰੰਟ ਦੇ ਵਿੱਚ DY ਚੰਦਰਚੂੜ ਜੋ ਕਿ 50 ਨੰਬਰ ਦਾ ਹੈਗਾ ਗਾ। ਨੈਕਸਟ, ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਤੈਅ ਕਰਦੀ ਹੈਗੀ। ਕਿਹਦੇ ਨਾਲ ਤੈਅ ਕਰਦੀ ਹੈ ਕਿ ਮਨੁੱਖੀ ਅਧਿਕਾਰਾਂ ਨਾਲ ਰਿਲੇਟਡ ਆ, ਰਾਜ ਅਤੇ ਯੂਟੀਜ਼ ਨਾਲ, ਭਾਸ਼ਾਵਾਂ ਨਾਲ, ਜਾਂ ਐਂਟੀ ਡਿਫੈਕਸ਼ਨ ਲਾਅ ਨਾਲ। ਐਂਟੀ ਡਿਫੈਕਸ਼ਨ ਲਾਅ ਨਾਲ ਆਪਾਂ ਪਿੱਛੇ ਹੀ ਪੜ੍ਹ ਕੇ ਆਏਂਗੇ ਕਿਹੜੀ ਅਨੁਸੂਚੀ ਨਾਲ ਕਿਵੇਂ ਦੇ ਵਿੱਚ ਹੈਗੀ? 10ਵੀਂ ਦੇ ਵਿੱਚ। ਸੋ ਭਾਸ਼ਾ ਨਾਲ ਰਿਲੇਟਡ ਜੋ ਕਿ ਹੈਗੀ ਅਨੁਸੂਚੀ ਉਹ ਹੈਗੀ 8ਵੀਂ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਸੋ ਕੀ ਹੈਗਾ? 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ। ਜਦੋਂ ਸੰਵਿਧਾਨ ਪਹਿਲਾਂ ਬਣਿਆ ਸੀਗਾ ਉਸ ਸਮੇਂ ਕਿੰਨੀਆਂ ਸੀਗੀਆਂ? 14 ਭਾਸ਼ਾਵਾਂ ਨੂੰ ਪਹਿਲਾਂ ਮਾਨਤਾ ਸੀਗੀ। ਬਾਅਦ ਵਿੱਚ 8 ਹੋਰ ਐਡ ਹੋ ਗਈਆਂ ਸੀਗੀਆਂ ਅਲੱਗ-ਅਲੱਗ ਸਮੇਂ ਦੇ ਅਨੁਸਾਰ। ਉਹ 22 ਭਾਸ਼ਾਵਾਂ ਕਿਹੜੀਆਂ ਹੈਗੀਆਂ? 8ਵੀਂ ਅਨੁਸੂਚੀ ਇਹ ਤੈਅ ਕਰਦੀ ਹੈਗੀ। ਨੈਕਸਟ, ਭਾਰਤੀ ਸੰਵਿਧਾਨ ਦੇ ਆਰਟੀਕਲ 36 ਤੋਂ 51 ਭਾਗ ਚੌਥਾ ਤੈਅ ਕਰਦਾ ਗਾ। ਕੀ ਤੈਅ ਕਰਦਾ ਗਾ? ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਮੁੱਢਲੇ ਅਧਿਕਾਰ, ਸਹਿਕਾਰੀ ਸਭਾਵਾਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਹ ਕੀ ਤੈਅ ਕਰਦਾ ਗਾ? ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਸੋ ਰਾਜ ਦੇ ਜੋ ਕਿ ਨੀਤੀ ਨਿਰਦੇਸ਼ਕ ਸਿਧਾਂਤ ਆਰਟੀਕਲ 36 ਤੋਂ 51 ਤੱਕ ਆਉਂਦੇ ਹੈਗੇ। ਸੰਵਿਧਾਨ ਦੇ ਭਾਗ 4 ਦੇ ਵਿੱਚ ਇਹ ਸਥਿਤ ਹੈਗੇ। ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ। ਨੈਕਸਟ, ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਗਾ? ਸੋ ਕਿੰਨਾ ਹੁੰਦਾ? 4 ਸਾਲ, 5 ਸਾਲ ਜਾਂ 6 ਸਾਲ ਜਾਂ ਕੋਈ ਨਿਰਧਾਰਿਤ ਸਮਾਂ ਨਹੀਂ ਹੈਗਾ ਗਾ। ਸੋ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਗਾ? 5 ਸਾਲ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਨੈਕਸਟ, ਕਿਹੜੇ ਆਰਟੀਕਲ ਦੇ ਅਧੀਨ ਭਾਰਤ ਦੇ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਲਗਾਇਆ ਜਾ ਸਕਦਾ ਗਾ? ਕਿਹੜੇ ਆਰਟੀਕਲ ਦੇ ਅਨੁਸਾਰ ਲਾਇਆ ਜਾ ਸਕਦਾ ਗਾ? 60 ਦੇ ਨਾਲ, 63 ਦੇ ਨਾਲ, 56 ਦੇ ਨਾਲ ਜਾਂ 61 ਦੇ ਨਾਲ। ਸੋ ਆਰਟੀਕਲ 61 ਦੇ ਅਨੁਸਾਰ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਚਲਾਇਆ ਜਾ ਸਕਦਾ ਗਾ। ਸੋ ਇਹ ਕਿਸੇ ਵੀ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਚਲਾਇਆ ਜਾ ਸਕਦਾ ਗਾ। ਪਹਿਲਾਂ ਜੇਕਰ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚ 2/3 ਤਿਹਾਈ ਦੇ ਨਾਲ ਪਾਸ ਹੁੰਦਾ ਗਾ ਫਿਰ ਹੀ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦੇ ਮੁਕੱਦਮੇ ਨਾਲ ਇਹਨੂੰ ਹਟਾਇਆ ਜਾ ਸਕਦਾ ਗਾ। ਪਰ ਹਜੇ ਤੱਕ ਅਜਿਹਾ ਕੋਈ ਵੀ ਰਾਸ਼ਟਰਪਤੀ ਨਹੀਂ ਹੋਇਆ ਜਿਸ ਦੇ ਉੱਪਰ ਮਹਾਦੋਸ਼ ਦੇ ਮੁਕੱਦਮੇ ਨਾਲ ਉਸ ਨੂੰ ਹਟਾਇਆ ਜਾ ਸਕਿਆ ਹੋਵੇ। ਸੋ ਪਹਿਲਾਂ ਰਾਸ਼ਟਰਪਤੀ ਨੂੰ ਇੰਟੀਮੇਸ਼ਨ ਦੇਣਾ ਪੈਂਦਾ ਗਾ ਤੇਰੇ ਉੱਤੇ ਆਹ ਮੁਕੱਦਮਾ ਚੱਲਣਾ ਗਾ, ਆਹ ਦੋਸ਼ ਲੱਗਿਆ ਗਾ। ਸੋ ਕੋਈ ਮਾੜਾ ਮੋਟਾ ਦੋਸ਼ ਤਾਂ ਨਹੀਂ ਹੋਊਗਾ ਜਿਹੜਾ ਉਹਨੂੰ ਹਟਾਇਆ ਜਾ ਸਕਦਾ ਗਾ। ਸੋ ਪਹਿਲਾਂ ਲੋਕ ਸਭਾ ਦੇ ਵਿੱਚ ਉਹਨੂੰ ਬਹੁਮਤ ਨਾਲ ਬਿੱਲ ਪਾਸ ਹੋਊਗਾ, ਫਿਰ ਰਾਜ ਸਭਾ ਦੇ ਵਿੱਚ ਉਹ ਬਹੁਮਤ ਨਾਲ ਬਿੱਲ ਪਾਸ ਹੋਊਗਾ। ਜੇ ਦੋਨਾਂ ਸਦਨਾਂ 'ਚੋਂ ਇੱਕ ਸਦਨ 'ਚ ਬਿੱਲ ਪਾਸ ਨਹੀਂ ਹੁੰਦਾ ਤਾਂ ਕਿ ਰਾਸ਼ਟਰਪਤੀ ਦੇ ਉੱਪਰ ਜੋ ਕਿ ਮਹਾਦੋਸ਼ ਦਾ ਮੁਕੱਦਮਾ ਕੈਂਸਲ ਹੋ ਜਾਊਗਾ। ਸੋ ਆਰਟੀਕਲ 61 ਦੇ ਅਨੁਸਾਰ ਇਹ ਕੀ ਹੈਗਾ? ਮੁਕੱਦਮਾ ਚਲਾਇਆ ਜਾਂਦਾ ਹੈਗਾ। ਸੋ ਆਰਟੀਕਲ 60 ਕੀ ਕਹਿੰਦਾ ਗਾ? ਆਰਟੀਕਲ 60 ਦੇ ਅਨੁਸਾਰ ਰਾਸ਼ਟਰਪਤੀ ਅੱਗੇ ਕੀ ਹੈਗਾ? ਸਹੁੰ ਚੁੱਕਦਾ ਗਾ। ਕੌਣ ਸਹੁੰ ਚੁਕਾਉਂਦਾ ਰਾਸ਼ਟਰਪਤੀ ਨੂੰ? ਭਾਰਤ ਸੁਪਰੀਮ ਕੋਰਟ ਦਾ ਮੁੱਖ ਜੱਜ ਸਹੁੰ ਚੁਕਾਉਂਦਾ ਗਾ। ਆਰਟੀਕਲ 63 ਕੀ ਕਹਿੰਦਾ ਗਾ? ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ। ਉਪ ਰਾਸ਼ਟਰਪਤੀ ਨਾਲ ਰਿਲੇਟਡ ਹੈਗਾ। ਆਰਟੀਕਲ 56 ਕੀ ਕਹਿੰਦਾ ਗਾ? ਕਿ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਗਾ? ਕਿੰਨਾ ਕਾਰਜਕਾਲ ਰਾਸ਼ਟਰਪਤੀ ਦਾ? 5 ਸਾਲ। ਨੈਕਸਟ, ਹਿੰਦ ਸਵਰਾਜ ਕਿਸ ਨੇ ਲਿਖਿਆ ਸੀਗਾ? ਸੋ ਹਿੰਦ ਸਵਰਾਜ ਇੱਕ ਪੱਤਰਿਕਾ ਸੀ। ਇਹ ਕਿਹਨੇ ਲਿਖੀ ਸੀਗੀ? ਵੀਰ ਸਾਵਰਕਰ ਨੇ, MK ਗਾਂਧੀ ਨੇ, MM ਮਾਲਵੀਆ ਨੇ ਜਾਂ ਜਵਾਹਰ ਲਾਲ ਨਹਿਰੂ ਨੇ। ਸੋ ਹਿੰਦ ਸਵਰਾਜ ਜੋ ਪੱਤਰਿਕਾ ਸੀਗੀ ਇਹ ਲਿਖੀ ਸੀਗੀ ਮੋਹਨਦਾਸ ਕਰਮਚੰਦ ਗਾਂਧੀ ਜੀ ਨੇ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਸੋ ਕੀ ਸੀ ਹਿੰਦ ਸਵਰਾਜ? ਹਿੰਦ ਸਵਰਾਜ ਮਹਾਤਮਾ ਗਾਂਧੀ ਜੀ ਨੇ 1908 ਦੇ ਵਿੱਚ
ਜਦੋਂ ਜਹਾਜ਼ ਦੇ ਵਿੱਚ ਲਿਖੀ ਸੀਗੀ, ਇਹ ਲੰਡਨ ਤੋਂ ਦੱਖਣੀ ਅਫਰੀਕਾ ਜਾ ਰਹੇ ਸੀਗੇ। ਸੋ ਉਦੋਂ ਇਹ ਲਿਖਿਆ ਸੀਗਾ। ਪਰ ਜਦੋਂ ਫਿਰ ਦੱਖਣੀ ਅਫਰੀਕਾ ਤੋਂ ਭਾਰਤ ਨੂੰ ਵਾਪਸ ਆਉਂਦੇ ਸੀਗੇ ਤਾਂ ਇਹਨਾਂ ਨੇ ਇਹ ਕੀ ਸੀਗੀ ਪੂਰੀ ਕੀਤਾ ਸੀਗਾ ਹਿੰਦ ਸਵਰਾਜ। ਸੋ 1908 ਦੇ ਵਿੱਚ ਇਹਨਾਂ ਨੇ ਲਿਖਣਾ ਸਟਾਰਟ ਕੀਤਾ ਸੀਗਾ ਜਹਾਜ਼ ਦੇ ਵਿੱਚ, ਲੰਡਨ ਤੋਂ ਇਹ ਸਾਊਥ ਅਫਰੀਕਾ ਜਦੋਂ ਜਾ ਰਹੇ ਸੀਗੇ। ਸੋ ਆਪਣਾ ਕੀ ਹੋ ਜਾਊਗਾ ਸਹੀ ਉੱਤਰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਪ੍ਰਸ਼ਨ ਪੜ੍ਹਨ ਦੇ ਨਾਲੋਂ ਜਿੰਨੀ ਕੁ ਜਾਣਕਾਰੀ ਵਿੱਚ ਤੁਹਾਨੂੰ ਬੋਲ ਕੇ ਦੱਸੀ ਜਾਂਦੀ ਹੈ ਉਹ ਜਾਣਕਾਰੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹਦੇ ਨਾਲ ਤਾਂ ਪ੍ਰਸ਼ਨ ਬਣਨਾ ਹੀ ਬਣਨਾ ਗਾ। ਜੋ ਹੋਰ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈਗੀ ਉਸ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਨਿਕਲ ਕੇ ਆਉਂਦੇ ਹੈਗੇ, ਕਿਉਂਕਿ ਉਹ ਜਾਣਕਾਰੀ ਤੁਹਾਡੇ ਦਿਮਾਗ ਦੇ ਵਿੱਚ ਰਹਿ ਜਾਂਦੀ ਹੈ। ਸੋ ਇਸ ਕਰਕੇ ਦੇਖਣ ਦੇ ਨਾਲ ਪ੍ਰਸ਼ਨ ਨੂੰ ਪੜ੍ਹਨ ਦੇ ਨਾਲ ਨਾਲ ਜੋ ਚੀਜ਼ ਦੱਸ ਦਾਂਗਾ ਉਹ ਚੀਜ਼ ਨੂੰ ਵੀ ਚੰਗੀ ਤਰ੍ਹਾਂ ਕਾਪੀ ਦੇ ਉੱਪਰ ਨੋਟ ਕਰ ਲਿਆ ਕਰੋ। ਜੇਕਰ ਤੁਸੀਂ ਆਪਦੇ ਸੈਲਫ ਨੋਟਸ ਤਿਆਰ ਕਰੋਗੇ ਤਾਂ ਤੁਹਾਡੀ ਹੋਰ ਜਾਣਕਾਰੀ ਦੇ ਵਿੱਚ ਜੋ ਕਿ ਤੁਹਾਡੀ ਯਾਦ ਸ਼ਕਤੀ ਹੈਗੀ ਹੋਰ ਵਾਧਾ ਹੋਊਗਾ, ਕਿਉਂਕਿ ਤੁਸੀਂ ਫਿਰ ਇਹ ਚੀਜ਼ਾਂ ਕਦੇ ਨਹੀਂ ਭੁੱਲ ਸਕਦੇਗੇ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸੰਵਿਧਾਨਿਕ ਸੋਧ ਐਕਟ ਵਸਤੂਆਂ ਅਤੇ ਸੇਵਾਵਾਂ ਮੀਨਜ਼ GST ਦੀ ਵਿਵਸਥਾ ਕਰਦਾ ਗਾ? ਸੰਵਿਧਾਨ ਦਾ 98ਵਾਂ ਸੰਵਿਧਾਨਿਕ ਸੋਧ 2012 ਦੇ ਵਿੱਚ ਹੋਈ ਸੀਗੀ, ਜੋ 99 ਸੋਧ 2014 ਦੇ ਵਿੱਚ, 100ਵੀਂ ਸੋਧ 2015 ਦੇ ਵਿੱਚ ਜਾਂ 101ਵੀਂ ਸੋਧ 2016 ਦੇ ਵਿੱਚ ਹੋਈ ਸੀਗੀ। ਹਾਂਜੀ, GST ਦੀ ਪਹਿਲਾਂ ਫੁੱਲ ਫਾਰਮ ਕੀ ਹੈਗੀ? ਗੁੱਡਸ ਐਂਡ ਸਰਵਿਸਿਸ ਟੈਕਸ। ਹਰ ਇੱਕ ਚੀਜ਼ ਦੇ ਉੱਪਰ GST ਲੱਗਦੀ ਹੈ, ਤੁਹਾਨੂੰ ਪਤਾ ਹੈਗਾ 18% ਤੋਂ ਘੱਟੋ ਘੱਟ ਤਾਂ ਲੱਗਦੀ ਹੈਗੀ। ਕਿਸੇ 'ਤੇ ਕਿੰਨੀ ਲੱਗਦੀ ਹੈ, ਕਿਸੇ 'ਤੇ ਕਿੰਨੀ ਲੱਗਦੀ ਹੈਗੀ, ਲਗਭਗ 18%, ਕਿਸੇ 'ਤੇ 14, ਕਿਸੇ 'ਤੇ ਕਿੰਨੀ, ਕਿਸੇ 'ਤੇ ਕਿੰਨੀ, ਹਰ ਇੱਕ ਚੀਜ਼ ਦੇ ਉੱਪਰ GST ਲੱਗਦੀ ਹੈਗੀ। ਸੋ ਇਹ GST ਕਦੋਂ ਆਈ ਸੀਗੀ, ਕਿਹੜੀ ਅਮੈਂਡਮੈਂਟ ਦੇ ਅਕੋਰਡਿੰਗ ਆਈ ਸੀਗੀ? ਸੋ ਇਹ ਆਈ ਸੀਗੀ 101ਵੀਂ ਅਮੈਂਡਮੈਂਟ 2016 ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਇਹ? ਆਰਟੀਕਲ 279A ਦੇ ਵਿੱਚ ਇਹ GST ਆਉਂਦੀ ਹੈਗੀ ਕਿ ਗੁੱਡਸ ਐਂਡ ਸਰਵਿਸਿਸ ਟੈਕਸ ਆਉਂਦਾ ਗਾ। ਸੋ ਭਾਰਤ 'ਚ ਲਾਗੂ ਕਦੋਂ ਹੋਈ ਸੀਗੀ? 16 'ਚ ਤਾਂ ਇਹ ਅਮੈਂਡਮੈਂਟ ਦੇ ਰਾਹੀਂ ਪਾਸ ਹੋ ਗਈ ਸੰਵਿਧਾਨ ਦੇ ਵਿੱਚ, ਸੰਸਦ ਦੇ ਵਿੱਚ ਸੌਰੀ। ਸੋ ਇਹ ਲਾਗੂ ਕਦੋਂ ਹੋਈ ਸੀਗੀ ਭਾਰਤ ਦੇ ਵਿੱਚ? ਇਹ ਹੋਈ ਸੀਗੀ 1 ਜੁਲਾਈ 2017 ਨੂੰ ਪੂਰੇ ਦੇਸ਼ ਦੇ ਵਿੱਚ ਕੀ ਹੋ ਗਈ ਸੀਗੀ? ਲਾਗੂ ਹੋ ਗਈ ਸੀਗੀ। ਸੋ ਲਾਗੂ ਕਰਨ ਵਾਲਾ ਕਿੰਨਵਾਂ ਦੇਸ਼ ਬਣ ਗਿਆ ਸੀਗਾ ਭਾਰਤ? ਇਹ 161ਵਾਂ ਦੇਸ਼ ਬਣ ਗਿਆ ਸੀ। ਦੈਟ ਮੀਨਜ਼ 160 ਦੇਸ਼ਾਂ ਦੇ ਵਿੱਚ ਪਹਿਲਾਂ ਇਹ ਚੀਜ਼ ਲਾਗੂ ਹੋਈ ਸੀਗੀ। 161ਵਾਂ ਦੇਸ਼ ਭਾਰਤ ਇਹ ਬਣ ਗਿਆ ਸੀਗਾ। ਸੋ GST ਦਾ ਮਾਡਲ ਕਿਹੜੇ ਦੇ ਆਧਾਰਿਤ ਆ, ਕਿਹੜੇ ਦੇਸ਼ ਦੇ ਆਧਾਰਿਤ ਆ? ਭਾਰਤ ਦਾ ਇਹ ਹੈਗਾ ਗਾ ਜਿੱਥੇ ਆਪਣੇ ਬਹੁਤ ਸਾਰੇ ਪੰਜਾਬੀ ਜਾ ਕੇ ਵਸੇ ਹੋਏ ਹੈਗੇ ਅਤੇ ਹੁਣ ਵੀ ਡੇਲੀ ਡੇ ਬਾਏ ਡੇ ਜਾ ਰਹੇ ਹੈਗੇ ਕੈਨੇਡਾ ਦੇ ਮਾਡਲ ਦੇ ਆਧਾਰਿਤ 'ਤੇ। ਸੌਰੀ ਜੇਕਰ ਕੋਈ ਗਲਤ ਵੀ ਬੋਲਿਆ ਜਾਂਦਾ ਗਾ, ਦਿਲੋਂ ਨਹੀਂ ਇਹ ਚੀਜ਼ ਬੋਲੀ ਜਾਂਦੀ ਗੀ। ਕੈਨੇਡਾ ਦੇ ਆਧਾਰ 'ਤੇ ਇਹ ਕੀ ਹੈਗਾ ਮਾਡਲ GST ਦਾ ਭਾਰਤ ਦੇ ਵਿੱਚ ਲਾਗੂ ਕੀਤਾ ਗਿਆ ਹੈਗਾ। ਹੁਣ ਕੁਝ ਕੁ ਚੀਜ਼ਾਂ ਕਰਕੇ ਤਣਾਅ ਵੀ ਬਣਿਆ ਹੋਇਆ ਹੈਗਾ ਭਾਰਤ ਅਤੇ ਕੈਨੇਡਾ ਦੇ ਵਿਚਕਾਰ। ਸੋ 279 ਇਹ ਆਰਟੀਕਲ ਦੇ ਵਿੱਚ ਹੁੰਦਾ। 161ਵਾਂ ਇਹ ਦੇਸ਼ ਬਣਿਆ ਸੀ। 1 ਜੁਲਾਈ 2017 ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਹੋਇਆ ਸੀਗਾ। 2016 ਦੇ ਵਿੱਚ 101ਵੀਂ ਅਮੈਂਡਮੈਂਟ ਦੇ ਰਾਹੀਂ ਇਹ ਸੰਸਦ ਦੇ ਵਿੱਚ ਪਾਸ ਹੋਈ ਸੀਗੀ। ਨੈਕਸਟ, UNO ਹੋਂਦ 'ਚ ਕਦੋਂ ਆਇਆ ਸੀਗਾ? UNO ਮੀਨਜ਼ ਯੂਨਾਈਟਿਡ ਨੇਸ਼ਨਸ ਔਰਗਨਾਈਜੇਸ਼ਨ ਕਦੋਂ ਹੋਂਦ ਦੇ ਵਿੱਚ ਆਈ ਸੀ? 24 ਅਕਤੂਬਰ 1945 ਨੂੰ ਜਾਂ 26 ਅਕਤੂਬਰ ਨੂੰ, 24 ਨਵੰਬਰ 1945 ਜਾਂ 25 ਨਵੰਬਰ 1945 ਨੂੰ। ਸੋ UNO ਜੋ ਹੋਂਦ ਦੇ ਵਿੱਚ ਆਈ ਸੀ ਉਹ ਆਈ ਸੀਗੀ 24 ਅਕਤੂਬਰ 1945 ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਫੁੱਲ ਫਾਰਮ ਕੀ ਹੈਗੀ UNO ਦੇ? ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ। 5 ਇਹਦੇ ਸਥਾਈ ਮੈਂਬਰ ਆ, ਬਾਕੀ ਇਹਦੇ ਅਸਥਾਈ ਮੈਂਬਰ ਹੁੰਦੇ ਹੈਗੇ। ਭਾਰਤ ਸਥਾਈ ਮੈਂਬਰਾਂ ਦੇ ਵਿੱਚ ਆਉਂਦਾ ਗਾ, ਪਰ ਸਥਾਈ ਮੈਂਬਰਾਂ 'ਚ ਇੱਕ ਦੇਸ਼ ਕਰਕੇ ਚਾਈਨਾ ਕਰਕੇ ਨਹੀਂ ਆ ਰਿਹਾ ਹੈਗਾ, ਕਿਉਂਕਿ 5 ਦੇਸ਼ਾਂ ਦੀ ਜੋ ਕਿ ਭਾਰਤ ਵੀ ਬਹੁਤ ਜ਼ਿਆਦਾ ਪਾਵਰ ਆ ਗਈ ਹੁਣ ਇਸ ਟਾਈਮ, ਇੱਕ ਪਾਵਰਫੁੱਲ ਦੇਸ਼ ਬਣ ਚੁੱਕਿਆ ਗਾ। ਸੋ 5 ਦੇਸ਼ ਕਿਹੜੇ ਕਿਹੜੇ ਆ ਇਹ? ਚੀਨ ਹੋ ਗਿਆ, ਫਰਾਂਸ, ਰੂਸੀ ਸੰਘ ਹੋ ਗਿਆ ਜਿਹਨੂੰ ਆਪਾਂ ਬੋਲਦੇ ਨੇ ਜਾਂ ਰੂਸ ਹੀ ਬੋਲਦੇ ਨੇ ਹੈਗੇ, ਯੂਨਾਈਟਿਡ ਕਿੰਗਡਮ ਹੋ ਗਿਆ ਜਿਹਨੂੰ ਆਪਾਂ ਬੋਲਦੇ ਨੇ ਹੈਗੇ UK ਬੋਲਦੇ ਨੇ, ਅਤੇ ਅਮਰੀਕਾ ਹੋ ਗਿਆ। ਇਹ 5 ਦੇਸ਼
ਹੈਗੇ ਚੀਨ, ਫਰਾਂਸ, ਰੂਸ, UK ਅਤੇ ਅਮਰੀਕਾ। ਇਹ 5 ਪੂਰੇ ਸਥਾਈ ਮੈਂਬਰ ਆ। ਜੇਕਰ 5 ਦੇ ਵਿੱਚੋਂ ਇੱਕ ਮੈਂਬਰ ਨੇ ਵੀ ਕਹਿਤਾ ਨਵਾਂ ਮੈਂਬਰ ਬਣਾਉਣਾ ਗਾ, ਇੱਕ ਮੈਂਬਰ ਨੇ ਵੀ ਵੋਟ ਨਹੀਂ ਪਾਈ ਤਾਂ ਉਹ ਮੈਂਬਰ ਨਹੀਂ ਬਣ ਸਕਦਾ। ਭਾਰਤ ਬਹੁਤ ਵਾਰੀ ਇਹਦੇ ਚੀਜ਼ ਦੇ ਵਿੱਚ ਵੀ ਭਾਰਤ ਨੂੰ ਸਥਾਈ ਮੈਂਬਰ ਬਣਾਇਆ ਜਾਵੇ, ਪਰ ਚਾਈਨਾ ਦੇ ਕਰਕੇ ਭਾਰਤ ਸਥਾਈ ਮੈਂਬਰ ਇਹਦਾ ਨਹੀਂ ਬਣਦਾ, ਕਿਉਂਕਿ ਚਾਈਨਾ ਨੂੰ ਵੀ ਪਤਾ ਭਾਰਤ ਇੱਕ ਪੂਰਾ ਪਾਵਰਫੁੱਲ ਦੇਸ਼ ਹੈਗਾ। ਜੇਕਰ ਇਹਦੇ ਵਿੱਚ ਆ ਗਿਆ ਤਾਂ ਬਹੁਤ ਚੀਜ਼ਾਂ ਦਾ ਰਿਜ਼ਲਟ ਹੋਰ ਹੋਣਗੇ। ਸੋ ਇਸ ਕਰਕੇ ਚੀਨ, ਫਰਾਂਸ, ਰੂਸ, UK ਅਤੇ ਅਮਰੀਕਾ ਇਹਦੇ ਸਥਾਈ ਮੈਂਬਰ ਹੈਗੇ। ਨੈਕਸਟ, ਸੰਵਿਧਾਨ ਦੇ ਵਿੱਚ ਬੁਨਿਆਦੀ ਫਰਜ਼ਾਂ ਮੀਨਜ਼ ਫੰਡਾਮੈਂਟਲ ਡਿਊਟੀਜ਼ ਨੂੰ ਸ਼ਾਮਲ ਕਰਨ ਲਈ ਸਿਫਾਰਿਸ਼ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਸੱਚਰ ਕਮੇਟੀ, ਮੰਡਲ ਕਮੇਟੀ, ਸਵਰਨ ਸਿੰਘ ਕਮੇਟੀ ਜਾਂ ਜਸਟਿਸ ਵਰਮਾ ਕਮੇਟੀ। ਸੋ ਇਹ ਜੋ ਫੰਡਾਮੈਂਟਲ ਡਿਊਟੀਜ਼ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ, ਇਹ ਕੀਤੀ ਗਈ ਸੀਗੀ ਸਵਰਨ ਸਿੰਘ ਕਮੇਟੀ ਦੇ ਦੁਆਰਾ। ਆਪਸ਼ਨ C ਇਜ਼ ਦਾ ਰਾਈਟ ਆਨਸਰ। 42ਵੀਂ ਅਮੈਂਡਮੈਂਟ ਦੇ ਰਾਹੀਂ ਇਹ 1976 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਭਾਗ ਚੌਥੇ ਦੇ ਵਿੱਚ IV ਚੌਥੇ A ਦੇ ਵਿੱਚ ਸ਼ਾਮਲ ਕੀਤੇ ਗਏ ਸੀ। ਆਰਟੀਕਲ 51A ਦੇ ਵਿੱਚ ਇਹ ਆਉਂਦੇ ਹੈਗੇ। ਸੋ ਆਪਣਾ ਸਹੀ ਉੱਤਰ ਕੀ ਹੋ ਜੂ? ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ਾਂ ਇਹਨੇ ਕੀਤੀ ਸੀਗੀ। ਨੈਕਸਟ, ਜਦੋਂ ਕੋਈ ਉਸ ਪਾਰਟੀ ਤੋਂ ਟੁੱਟ ਕੇ ਜਿਸ ਦੀ ਨੁਮਾਇੰਦਗੀ ਵਿੱਚ ਉਹ ਵੋਟਾਂ ਤੋਂ ਜਿੱਤ ਕੇ ਵਿਧਾਨ ਪਾਲਿਕਾ ਲਈ ਚੁਣਿਆ ਗਿਆ ਹੋਵੇ ਤਾਂ ਕਿਸੇ ਹੋਰ ਪਾਰਟੀ ਨਾਲ ਜੁੜ ਜਾਵੇ ਤਾਂ ਇਹਨੂੰ ਕੀ ਕਹਿੰਦੇ ਹੈਗੇ? ਦਲ ਤਿਆਗ, ਹਲਫਨਾਮਾ, ਘੋਸ਼ਣਾ ਜਾਂ ਅਪੀਲ। ਸੋ ਇਹਨੂੰ ਆਪਾਂ ਕੀ ਬੋਲਾਂਗੇ? ਦਲ ਤਿਆਗ। ਸਪੋਜ਼ ਕਰੋ ਐਕਸ ਪਾਰਟੀ ਤੋਂ ਬਾਈ ਪਾਰਟੀ 'ਚ ਗਿਆ, ਵੋਟਾਂ 'ਚੋਂ ਇੱਧਰੋਂ ਜਿੱਤ ਗਿਆ ਪਰ ਜਾਣਾ ਉਹਨੇ ਇੱਧਰ ਹੈਗਾ। ਪਹਿਲਾਂ ਉਹਨੂੰ ਕੀ ਹੋਊਗਾ? ਉਹਨੂੰ ਆਪਦੇ ਦਲ ਦਾ ਤਿਆਗ ਦੇਣਾ ਪਊਗਾ, ਫਿਰ ਹੀ ਉਹ ਬਾਈ ਪਾਰਟੀ ਦੇ ਵਿੱਚ ਜਾਊਗਾ। ਕਿਹੜੀ ਅਨੁਸੂਚੀ ਦੇ ਵਿੱਚ ਆਪਾਂ ਪੜ੍ਹਿਆ ਸੀਗਾ? 10ਵੀਂ ਅਨੁਸੂਚੀ ਦੇ ਵਿੱਚ ਇਹ ਆਉਂਦਾ ਗਾ। 12 ਅਨੁਸੂਚੀਆਂ ਦੇ ਵਿੱਚੋਂ ਦਲ ਤਿਆਗ, ਜਿਹਨੂੰ ਆਪਾਂ ਬੋਲਦੇ ਹੈਗੇ ਐਂਟੀ ਡਿਫੈਕਸ਼ਨ ਲਾਅ ਬੋਲਦੇ ਹੈਗੇ। ਨੈਕਸਟ, ਨਿਮਨ ਲਿਖਤ ਵਿੱਚੋਂ ਕਿਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਹੋਇਆਗਾ? ਸੋ ਰਾਸ਼ਟਰੀ ਪਾਰਟੀ ਦਾ ਦਰਜਾ ਇਸ ਸਾਲ ਪ੍ਰਾਪਤ ਹੋਇਆਗਾ। ਕਿਹੜੀ ਪਾਰਟੀ ਨੂੰ ਹੋਇਆਗਾ? ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਬਹੁਜਨ ਸਮਾਜ ਪਾਰਟੀ ਨੂੰ। ਸੋ ਰਾਸ਼ਟਰੀ ਪਾਰਟੀ ਦਾ ਜੋ ਦਰਜਾ ਪ੍ਰਾਪਤ ਹੋਇਆ ਉਹ ਹੋਇਆਗਾ ਆਮ ਆਦਮੀ ਪਾਰਟੀ ਨੂੰ ਪ੍ਰਾਪਤ ਹੋਇਆ। ਨੈਸ਼ਨਲ ਪਾਰਟੀ ਨੂੰ ਇਹਦਾ ਦਰਜਾ ਪ੍ਰਾਪਤ ਹੋਇਆਗਾ। ਸੋ ਕੀ ਹੈਗਾ? ਚੋਣ ਕਮਿਸ਼ਨ ਦੇ ਕੋਲ ਇਹ ਪਾਵਰ ਹੁੰਦੀ ਹੈਗੀ ਜੋ ਕਿਸੇ ਨੂੰ ਰਾਸ਼ਟਰ ਪਾਰਟੀ ਦਾ ਦਰਜਾ ਦੇ ਸਕਦਾ ਗਾ ਅਤੇ ਉਹਨੂੰ ਬਾਹਰ ਵੀ ਕੱਢ ਸਕਦਾ ਗਾ। ਸੋ ਇਹਨੂੰ ਕੀ ਹੈਗਾ? ਆਮ ਆਦਮੀ ਪਾਰਟੀ ਨੂੰ ਤਾਂ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ, ਪਰ NCP ਮੀਨਜ਼ ਰਾਸ਼ਟਰਵਾਦੀ ਕਾਂਗਰਸ ਨੂੰ ਇਹਨੂੰ ਰਾਸ਼ਟਰੀ ਪਾਰਟੀ 'ਚੋਂ ਖੇਤਰੀ ਪਾਰਟੀ ਦਾ ਫਿਰ ਖੇਤਰੀ ਪਾਰਟੀ ਆ ਗਈ। TMC ਤ੍ਰਿਣਮੂਲ ਕਾਂਗਰਸ ਪਾਰਟੀ ਫਿਰ ਖੇਤਰੀ ਪਾਰਟੀ ਆ ਗਈ, ਇਹਨੂੰ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਖੋਲ੍ਹਿਆ ਗਿਆ ਅਤੇ ਭਾਰਤੀ ਕਮਿਊਨਿਸਟ ਪਾਰਟੀ ਤੋਂ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਖੋਲ੍ਹਿਆ ਗਿਆ ਗਾ, ਮੀਨਜ਼ ਵਾਪਸ ਲੈ ਲਿਆ ਗਿਆ ਗਾ। 6 ਪਾਰਟੀਆਂ ਦੇ ਕੋਲ ਹੁਣ ਇਸ ਟਾਈਮ ਆਪਣੀਆਂ ਜੋ ਕਿ 6 ਨੈਸ਼ਨਲ ਪਾਰਟੀਆਂ ਜਿਹਨੂੰ ਰਾਸ਼ਟਰੀ ਪਾਰਟੀਆਂ ਕਿਹਾ ਜਾਂਦਾ ਗਾ। ਸੋ ਕਿਹੜੀਆਂ ਉਹ 6 ਪਾਰਟੀਆਂ ਆਈਆਂ ਤੁਸੀਂ ਦੇਖੋ। ਰਾਸ਼ਟਰੀ ਪਾਰਟੀਆਂ ਜੋ ਕਿ ਇਸ ਟਾਈਮ ਹੈਗੀਆਂ 6 ਪਾਰਟੀਆਂ ਆਈਆਂ। ਕਿਹੜੀਆਂ ਇਨਕਲੂਡਡ ਆਮ ਆਦਮੀ ਪਾਰਟੀ ਕਿਹੜੀ ਆ? ਪਹਿਲੀ ਤਾਂ ਆ ਗਈ ਭਾਰਤੀ ਜਨਤਾ ਪਾਰਟੀ ਜਿਹਨੂੰ BJP ਕਹਿ ਦਿੰਦੇ ਆਪਾਂ, ਭਾਜਪਾ, ਇਹ ਰਾਸ਼ਟਰੀ ਪਾਰਟੀ ਆ ਗਈ। ਭਾਰਤੀ ਰਾਸ਼ਟਰੀ ਕਾਂਗਰਸ ਆ ਗਈ। ਬਹੁਜਨ ਸਮਾਜ ਪਾਰਟੀ ਆ ਗਈ ਜਿਹਨੂੰ ਬਸਪਾ ਕਹਿ ਦਿੰਦੇ ਆ, ਹਾਥੀ ਵਾਲੇ ਮਾਇਆਵਤੀ ਦੀ ਪਾਰਟੀ ਆ। ਭਾਰਤੀ ਕਮਿਊਨਿਸਟ ਪਾਰਟੀ ਆ, ਮਾਰਕਸਵਾਦੀ ਪਾਰਟੀ ਆ ਗਈ ਜਿਹਨੂੰ ਨੈਸ਼ਨਲ ਪੀਪਲਜ਼ ਪਾਰਟੀ ਜਿਹਨੂੰ NPP ਕਿਹਾ ਜਾਂਦਾ ਗਾ। ਆਮ ਆਦਮੀ ਪਾਰਟੀ ਹੈਗੀ ਜਿਹਨੂੰ APP ਕਿਹਾ ਜਾਂਦਾ ਗਾ। ਸੋ ਇਹ 6 ਪਾਰਟੀਆਂ ਹੈਗੀਆਂ ਜਿਹਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਿਆ ਹੋਇਆ ਗਾ। ਇਸ ਸਾਲ ਕਿਹਨੂੰ ਮਿਲੇਗਾ? ਆਮ ਆਦਮੀ ਪਾਰਟੀ ਨੂੰ 2023 ਦੇ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਦੁਆਰਾ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਗਿਆ ਗਾ। ਨੈਕਸਟ, ਨਿਮਨ ਲਿਖਤ ਵਿੱਚੋਂ ਭਾਰਤ ਵਿੱਚ ਰਾਜ ਵਿਧਾਨ ਪਾਲਿਕਾ ਦੇ ਕਿਹੜੇ 2 ਸਦਨ ਹੈਗੇ? ਸੋ ਕਿਹੜੇ ਹੈਗੇ ਰਾਜ ਵਿਧਾਨ ਪਾਲਿਕਾ ਦੇ 2 ਸਦਨ? ਲੋਕ ਵਿਧਾਨ ਪਾਲਿਕਾ ਅਤੇ ਰਾਜ ਵਿਧਾਨ ਪਾਲਿਕਾ। ਬਿਲਕੁਲ ਗਲਤ ਆ। ਲੋਕ ਵਿਧਾਨ ਪਾਲਿਕਾ ਅਤੇ ਲੋਕ ਵਿਧਾਨ ਸਭਾ, ਇਹ ਵੀ ਬਿਲਕੁਲ ਗਲਤ ਆ। ਵਿਧਾਨ ਪਾਲਿਕਾ ਪ੍ਰੀਸ਼ਦ ਅਤੇ ਰਾਜ ਵਿਧਾਨ ਪਾਲਿਕਾ ਬਿਲਕੁਲ ਗਲਤ ਆ। ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ ਬਿਲਕੁਲ ਸਹੀ ਆ। ਸੋ ਆਪਣਾ ਸਹੀ ਉੱਤਰ ਕੀ ਹੋ ਜੂਗਾ? ਆਪਸ਼ਨ D ਇਜ਼ ਦਾ ਰਾਈਟ ਆਨਸਰ। ਰਾਜ ਵਿਧਾਨ ਪਾਲਿਕਾ ਦੇ ਕਿਹੜੇ 2 ਸਦਨ ਹੈਗੇ? ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ। ਜਿਵੇਂ ਸੰਸਦ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਹੈਗੇ, ਉਸੇ ਤਰ੍ਹਾਂ ਜੋ ਕਿ ਸਟੇਟ ਦੀ ਸੰਸਦ ਹੁੰਦੀ ਹੈਗੀ ਪਾਰਲੀਮੈਂਟ, ਉਹਨੂੰ ਕੀ ਕਹਿੰਦੇ ਆ? ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ।
ਇਸੇ ਤਰ੍ਹਾਂ ਜਿਵੇਂ ਸੰਸਦ ਦੇ ਵਿੱਚ ਰਾਜ ਸਭਾ ਪਰਮਾਨੈਂਟ ਹੁੰਦੀ ਆ, ਉਸੇ ਤਰ੍ਹਾਂ ਵਿਧਾਨ ਪ੍ਰੀਸ਼ਦ ਵੀ ਪਰਮਾਨੈਂਟ ਹੁੰਦੀ ਆ। ਇਹਦਾ ਕਾਰਜਕਾਲ ਵੀ 6 ਸਾਲ ਹੁੰਦਾ। ਇਹ ਵੀ 30 ਸਾਲ ਦਾ ਮੈਂਬਰ ਚੁਣਿਆ ਜਾਂਦਾ ਗਾ। ਪਰ ਪੂਰੇ ਦੇਸ਼ ਦੇ ਵਿੱਚ ਸਿਰਫ 6 ਰਾਜਾਂ ਦੇ ਵਿੱਚ ਹੀ ਇਹ ਹੈਗੀ। ਕਿਹੜੇ ਰਾਜ ਹੈਗੇ ਉਹ ਨੋਟ ਵੀ ਤੁਸੀਂ ਕਰ ਸਕਦੇ ਹੋ ਜੇਕਰ ਕਰਨੇ ਹੈਗੇ। ਬਿਹਾਰ ਹੋ ਗਿਆ ਨੰਬਰ 1, ਨੰਬਰ 2 'ਤੇ ਹੋ ਗਿਆ ਕਰਨਾਟਕਾ ਦੇ ਵਿੱਚ ਆ ਵਿਧਾਨ ਪ੍ਰੀਸ਼ਦ, ਨੰਬਰ 3 'ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਆ, ਨੰਬਰ 4 'ਤੇ ਯੂਪੀ ਦੇ ਵਿੱਚ ਆ ਮੀਨਜ਼ ਉੱਤਰ ਪ੍ਰਦੇਸ਼ ਦੇ ਵਿੱਚ ਆ, ਨੰਬਰ 5 'ਤੇ ਮਹਾਰਾਸ਼ਟਰਾ ਦੇ ਵਿੱਚ ਹੈਗੀ ਅਤੇ ਨੰਬਰ 6 'ਤੇ ਤੇਲੰਗਾਨਾ ਦੇ ਵਿੱਚ ਇਹ ਹੈਗੀ। ਸੋ 6 ਰਾਜਾਂ ਦੇ ਵਿੱਚ ਇਹ ਸਥਿਤ ਹੈਗੀ। ਬਿਹਾਰ, ਕਰਨਾਟਕਾ, ਆਂਧਰਾ ਪ੍ਰਦੇਸ਼, ਯੂਪੀ, ਮਹਾਰਾਸ਼ਟਰਾ ਅਤੇ ਤੇਲੰਗਾਨਾ। ਇੱਥੇ 6 ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਹੈਗੀ। ਵਿਧਾਨ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ। ਉਸੇ ਤਰ੍ਹਾਂ ਉਹ 25 ਸਾਲ ਦਾ ਚੁਣਿਆ ਜਾਂਦਾ। MLA ਇਸੇ ਤਰ੍ਹਾਂ ਇਹ ਪਰਮਾਨੈਂਟ ਹੁੰਦੀ ਆ 6 ਸਾਲ ਇਹਦਾ। ਇਹ ਸਥਾਈ ਹੁੰਦੀ ਆ ਅਤੇ ਵਿਧਾਨ ਸਭਾ ਅਸਥਾਈ ਹੁੰਦੀ ਆ। ਵਿਧਾਨ ਪ੍ਰੀਸ਼ਦ ਕਦੇ ਭੰਗ ਨਹੀਂ ਹੁੰਦੀ। ਲੋਕ ਸਭਾ ਅਤੇ ਰਾਜ ਸਭਾ ਨੂੰ ਰਿਲੇਟ ਕਰਕੇ ਹੀ ਤੁਸੀਂ ਪੜ੍ਹ ਸਕਦੇ ਹੋ। ਵਿਧਾਨ ਸਭਾ ਨੂੰ ਇੱਕ ਤਰ੍ਹਾਂ ਦਾ ਰਾਜ ਸਭਾ ਪੜ੍ਹ ਸਕਦੇ ਹੋ ਅਤੇ ਵਿਧਾਨ ਸਭਾ ਨੂੰ ਤੁਸੀਂ ਲੋਕ ਸਭਾ ਦੇ ਤੌਰ 'ਤੇ ਪੜ੍ਹ ਸਕਦੇ ਹੋਗੇ। ਨੈਕਸਟ, ਗ੍ਰਾਮ ਪੰਚਾਇਤ ਚੋਣ ਲੜਨ ਲਈ ਉਮੀਦਵਾਰਾਂ ਦੀ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈਗੀ। ਤੁਸੀਂ ਦੇਖੋ ਪਿੰਡਾਂ ਦੇ ਵਿੱਚ ਮੈਂਬਰ ਜਿਹੜੇ ਚੁਣੇ ਜਾਂਦੇ ਹੈਗੇ ਉਹਨਾਂ ਦੀ ਉਮਰ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈਗੀ। 21 ਸਾਲ, 18 ਸਾਲ, 25 ਸਾਲ ਜਾਂ 30 ਸਾਲ। ਸੋ ਉਮਰ ਹੋਣੀ ਚਾਹੀਦੀ ਹੈਗੀ 21 ਸਾਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਭਾਰਤੀ ਸੰਵਿਧਾਨ ਵਿੱਚ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਕਿਹੜੇ ਦੇਸ਼ ਤੋਂ ਲਈ ਗਈ ਹੈਗੀ। ਸੋ ਕਿਹੜੇ ਦੇਸ਼ ਤੋਂ ਲਈ ਗਈ ਹੈ? ਆਇਰਲੈਂਡ, ਬ੍ਰਿਟੇਨ, ਆਸਟ੍ਰੇਲੀਆ ਜਾਂ ਅਮਰੀਕਾ ਤੋਂ। ਸੋ ਇਹ ਜੋ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਆ ਇਹ ਲਈ ਗਈ ਹੈਗੀ ਆਇਰਲੈਂਡ ਤੋਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਭਾਰਤੀ ਸੰਵਿਧਾਨ ਅਲੱਗ-ਅਲੱਗ ਦੇਸ਼ਾਂ ਤੋਂ ਅਲੱਗ-ਅਲੱਗ ਚੀਜ਼ਾਂ ਅਡੋਪਟ ਕੀਤੀਆਂ ਗਈਆਂ। ਜਿਵੇਂ ਆਇਰਲੈਂਡ ਤੋਂ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਲਈ ਗਈ ਹੈਗੀ। ਬ੍ਰਿਟੇਨ ਤੋਂ ਕੀ ਲਈ ਗਈ ਹੈਗੀ? ਸੰਸਦੀ ਪ੍ਰਣਾਲੀ ਲਈ ਗਈ ਹੈ। ਇੱਕ ਹੈਰੀ ਨਾਗਰਿਕਤਾ ਲਈ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਲਈਆਂ ਗਈਆਂ। ਆਸਟ੍ਰੇਲੀਆ ਤੋਂ ਕੀ ਲਈ ਗਈ ਹੈ? ਪ੍ਰਸਤਾਵਨਾ ਦੀ ਭਾਸ਼ਾ ਲਈ ਗਈ ਹੈ। ਕੇਂਦਰ ਅਤੇ ਰਾਜਾਂ ਦੇ ਵਿਚਕਾਰ ਜੋ ਵੀ ਸ਼ਕਤੀਆਂ ਦੀ ਵੰਡ ਆ ਮੀਨਜ਼ ਉਹ ਲਈ ਗਈ ਆ। ਅਮਰੀਕਾ ਤੋਂ ਕੀ ਲੈ ਗਏ ਕਿ ਜੱਜਾਂ ਦੀ ਆਜ਼ਾਦੀ ਲਈ ਗਈ ਆ। ਹੋਰ ਬਹੁਤ ਸਾਰੀਆਂ ਚੀਜ਼ਾਂ ਲਈ ਗਈਆਂ। ਸਭ ਤੋਂ ਵੱਡੀ ਗੱਲ ਮੌਲਿਕ ਅਧਿਕਾਰ ਲਏ ਗਏ ਹੈਗੇ ਅਮਰੀਕਾ ਤੋਂ ਅਡੋਪਟ ਕੀਤੇ ਗਏ ਹੈਗੇ। ਸੋ ਵੱਖ-ਵੱਖ ਦੇਸ਼ਾਂ ਤੋਂ ਚੀਜ਼ਾਂ ਅਡੋਪਟ ਕੀਤੀਆਂ ਹੋਈਆਂ ਹੈਗੀਆਂ। ਸੋ ਰਾਸ਼ਟਰਪਤੀ ਦੀ ਚੋਣ ਦੀ ਵਿਧੀ ਕੀ ਹੈਗੀ? ਆਇਰਲੈਂਡ ਤੋਂ ਲਈ ਗਈ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਕਿਹੜੇ ਅਨੁਛੇਦ ਦੇ ਤਹਿਤ ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਬਰਾਬਰ ਮੌਕੇ ਦੀ ਗਾਰੰਟੀ ਹੈਗੀ ਆ? ਆਰਟੀਕਲ 14, 16, 17 ਜਾਂ 32। ਸੋ ਕੀ ਕਹਿੰਦਾ ਗਾ ਵੀ ਰੁਜ਼ਗਾਰ ਦੇ ਮੌਕੇ ਬਰਾਬਰ ਦਿੱਤੇ ਜਾਣਗੇ। ਪਿੱਛੇ ਵੀ ਆਪਾਂ ਪੜ੍ਹਿਆ ਸੀਗਾ ਕਿਹੜੇ ਅਕੋਰਡਿੰਗ ਦਿੱਤੇ ਜਾਣਗੇ? ਆਰਟੀਕਲ 16 ਦੇ ਅਕੋਰਡਿੰਗ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਆਰਟੀਕਲ 14 ਕੀ ਕਹਿੰਦਾ ਗਾ? ਕਾਨੂੰਨ ਦੇ ਸਾਹਮਣੇ ਕੀ ਹੈਗੇ ਸਾਰੇ ਬਰਾਬਰ ਆ। ਆਰਟੀਕਲ 17 ਕੀ ਕਹਿੰਦਾ ਗਾ? ਛੂਆ-ਛਾਤ ਦਾ ਖਾਤਮਾ। ਆਰਟੀਕਲ 32 ਕੀ ਕਹਿੰਦਾ ਗਾ? ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੋ ਇਹ ਆਪਣੇ ਮੌਲਿਕ ਅਧਿਕਾਰ। ਨੈਕਸਟ, ਆਰਟੀਕਲ 368 ਦੇ ਤਹਿਤ ਸੰਸਦ ਦੇ ਕੋਲ ਮੌਲਿਕ ਅਧਿਕਾਰਾਂ ਨੂੰ ਰੱਦ ਕਰਨ ਦੇ ਲਈ ਕੋਈ ਵੀ ਅਧਿਕਾਰ ਨਹੀਂ ਹੈਗਾ। ਸੋ ਮੌਲਿਕ ਅਧਿਕਾਰ ਸੰਸਦ ਦੇ ਕੋਲ 368 ਦੇ ਅਕੋਰਡਿੰਗ ਕੀ ਹੈਗਾ? ਅਮੈਂਡਮੈਂਟ ਕਰ ਸਕਦੀ ਹੈਗੀ ਭਾਰਤੀ ਸੰਸਦ, ਜਿਹੜੀ ਕਿ ਦੱਖਣੀ ਅਫਰੀਕਾ ਤੋਂ ਅਡੋਪਟ ਕੀਤੀ ਹੋਈ ਹੈਗੀ ਕਿ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹੈਗੇ। ਪਰ ਮੌਲਿਕ ਅਧਿਕਾਰਾਂ ਨੂੰ ਰੱਦ ਨਹੀਂ ਉਹ ਕਰ ਸਕਦੇਗੇ। ਇਹ ਕਿਉਂ ਨਹੀਂ ਕਰ ਸਕਦੇਗੇ? ਕਿਉਂਕਿ ਇਹ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਅਨਿਖੜਵਾਂ ਅੰਗ ਹੈਗਾ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਸੰਵਿਧਾਨ ਦਾ ਇੱਕ ਬਹੁਤ ਇੰਪੋਰਟੈਂਟ ਅੰਗ ਹੈਗਾ। ਇਸ ਕਰਕੇ ਇਹਨੂੰ ਰੱਦ ਕਦੇ ਵੀ ਸੰਸਦ ਨਹੀਂ ਕਰ ਸਕਦੀ। ਜੇਕਰ ਕੋਈ ਇਹਨੂੰ ਆਪਾਂ ਨੂੰ ਹਾਨੀ ਪਹੁੰਚਾਉਂਦਾ ਤਾਂ ਆਪਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾ ਸਕਦੇ ਹਾਂ। ਆਰਟੀਕਲ 32 ਤੇ 226 ਦੇ ਅਨੁਸਾਰ ਆਰਟੀਕਲ 32 ਨਾਲ ਸੁਪਰੀਮ ਕੋਰਟ, 226 ਨਾਲ ਹਾਈ ਕੋਰਟ। ਨੈਕਸਟ, ਭਾਰਤੀ ਸੰਵਿਧਾਨ ਦੀ ਪਹਿਲੀ ਸੋਧ ਕਦੋਂ ਹੋਈ ਸੀ? ਅਮੈਂਡਮੈਂਟ ਕਦੋਂ ਹੋਈ ਸੀਗੀ? 18 ਜੂਨ 1951 ਨੂੰ, 18 ਜੁਲਾਈ 1951 ਨੂੰ, 18 ਜੁਲਾਈ 1954 ਨੂੰ ਜਾਂ 18 ਜੂਨ 1956 ਨੂੰ। ਸੋ ਪਹਿਲੀ ਅਮੈਂਡਮੈਂਟ ਹੋਈ ਸੀਗੀ 18 ਜੂਨ 1951 ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੀ ਹੋਈ ਸੀ? 9ਵੀਂ
ਜੋ ਕਿ ਅਨੁਸੂਚੀ ਸੀਗੀ ਪਹਿਲੀ ਅਮੈਂਡਮੈਂਟ ਦੇ ਰਾਹੀਂ ਜੋੜੀ ਗਈ ਸੀਗੀ। ਨੈਕਸਟ, ਭਾਰਤੀ ਸੰਸਦ ਦੀ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀਗਾ? ਸੋ ਕੌਣ ਸੀਗਾ? ਇਹ ਸੀਗਾ ਜੀ.ਵੀ. ਮਾਵਲਕਰ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਕਰੰਟ ਦੇ ਵਿੱਚ ਕੌਣ ਹੈਗਾ? ਓਮ ਬਿਰਲਾ। ਨੈਕਸਟ, ਸੰਵਿਧਾਨ ਦੇ ਕਿਸ ਭਾਗ ਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਗਾ? ਸੋ ਕਿਹੜੇ ਭਾਗ ਨੂੰ ਕਿਹਾ ਜਾਂਦਾ? ਦੂਜੇ ਨੂੰ, ਤੀਜੇ ਨੂੰ, ਛੇਵੇਂ ਨੂੰ ਜਾਂ ਸੱਤਵੇਂ ਨੂੰ? ਸੋ ਮੈਗਨਾ ਕਾਰਟਾ ਕਿਹਾ ਜਾਂਦਾ ਗਾ ਭਾਗ ਤੀਜੇ ਨੂੰ, ਕਿਉਂਕਿ ਇਸ ਭਾਗ ਦੇ ਵਿੱਚ ਮੌਲਿਕ ਅਧਿਕਾਰ ਸ਼ਾਮਲ ਹਨ। ਕਿਹੜੇ ਆਰਟੀਕਲ ਤੋਂ ਲੈ ਕੇ? 12 ਤੋਂ ਲੈ ਕੇ 35 ਤੱਕ। ਮੈਗਨਾ ਕਾਰਟਾ ਕਿਉਂ ਕਿਹਾ ਜਾਂਦਾ ਗਾ? ਕਿਉਂਕਿ ਇਹ ਕੀ ਸੀਗਾ? ਅਮਰੀਕਾ ਤੋਂ ਆਪਣੇ ਅਡੋਪਟ ਕੀਤੇ ਹੋਏ ਸੀਗੇ। ਨੰਬਰ 2 'ਤੇ ਇੰਗਲੈਂਡ ਦਾ ਇੱਕ ਰਾਜਾ ਸੀਗਾ, ਰਾਜਾ ਜੌਨ। ਇਹਨੇ ਇੱਕ ਚਾਰਟਰ ਲਿਖਤ ਦੇ ਵਿੱਚ ਦਸਤਾਵੇਜ਼ ਦਿੱਤਾ ਸੀਗਾ। ਸੋ ਇਸ ਚਾਰਟਰ ਨੂੰ ਹੀ ਕੀ ਕਿਹਾ ਜਾਂਦਾ? ਦਸਤਾਵੇਜ਼ ਨੂੰ, ਲਿਖਤ ਦਸਤਾਵੇਜ਼ ਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਗਾ। ਨੈਕਸਟ, ਭਾਰਤੀ ਮੂਲ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਸਨ? ਮੀਨਜ਼ ਜਦੋਂ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਦੋਂ ਕਿੰਨੇ ਸੀ? 5, 6, 7 ਜਾਂ 8? ਸੋ ਉਸ ਸਮੇਂ ਜੋ ਮੌਲਿਕ ਅਧਿਕਾਰ ਸਨ ਉਹ ਸਨ 7। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕਰੰਟ ਦੇ ਵਿੱਚ ਕਿੰਨੇ ਆ? 6। ਉਸ ਸਮੇਂ ਕਿੰਨੇ ਸਨ? 7। ਪਰ ਜੋ ਇੱਕ 7ਵਾਂ ਮੌਲਿਕ ਅਧਿਕਾਰ ਹੈਗਾ, ਜੋ 7ਵਾਂ ਮੌਲਿਕ ਅਧਿਕਾਰ ਹੈਗਾ ਉਹਨੂੰ ਕੀ ਬਣਾਤਾ ਸੀਗਾ? ਕਾਨੂੰਨੀ ਅਧਿਕਾਰ ਬਣਾਤਾ ਸੀਗਾ। ਮੀਨਜ਼ ਸੰਪੱਤੀ ਦੇ ਅਧਿਕਾਰ ਨੂੰ 1978 ਦੇ ਵਿੱਚ 44ਵੀਂ ਅਮੈਂਡਮੈਂਟ ਦੇ ਰਾਹੀਂ ਇਹਨੂੰ ਕਾਨੂੰਨੀ ਅਧਿਕਾਰ ਬਣਾਤਾ ਸੀਗਾ। 300A ਆਰਟੀਕਲ ਦੇ ਵਿੱਚ ਇਹਨੂੰ ਪਾ ਦਿੱਤਾ ਸੀਗਾ। ਕਿੱਥੋਂ ਅਡੋਪਟ ਕੀਤੇ ਹੋਏ ਆ ਮੌਲਿਕ ਅਧਿਕਾਰ? USA ਤੋਂ। ਕਰੰਟ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਆ ਗਏ? 6। ਪਰ ਮੂਲ ਸੰਵਿਧਾਨ ਦੇ ਵਿੱਚ ਕਿੰਨੇ ਸੀ? 7। ਜਲਦਬਾਜ਼ੀ ਦੇ ਵਿੱਚ 6 ਨਹੀਂ ਲਾਉਣੇ, ਕਿਉਂਕਿ ਉਹਨਾਂ ਨੇ ਕੀ ਪੁੱਛਿਆ ਗਾ? ਮੂਲ ਸੰਵਿਧਾਨ। ਕਿਉਂਕਿ ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ। ਇੱਥੇ 1 ਨੰਬਰ ਨਹੀਂ ਗਵਾਉਣਾ। ਜੇਕਰ ਉਹ ਇਹ ਚੀਜ਼ ਪੁੱਛਦਾ ਹੈਗਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਹਨ ਤਾਂ ਕਿੰਨੇ ਆ? 6। ਜੇਕਰ ਉਹ ਇਹ ਚੀਜ਼ ਪੁੱਛਦਾ ਭਾਰਤੀ ਮੂਲ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਸਨ ਤਾਂ ਉਦੋਂ ਕੀ ਲਾਉਣਾ? ਆਨਸਰ 7। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕੌਣ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਸਨ? ਸੋ ਕੌਣ ਸਨ? ਡਾਕਟਰ ਰਾਜਿੰਦਰ ਪ੍ਰਸਾਦ, BD ਜੱਟੀ, ਜਵਾਹਰ ਲਾਲ ਨਹਿਰੂ ਜਾਂ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ? ਸੋ ਪਹਿਲੇ ਜੋ ਉਪ ਰਾਸ਼ਟਰਪਤੀ ਸਨ ਉਹ ਸਨ ਡਾਕਟਰ ਰਾਧਾ ਕ੍ਰਿਸ਼ਨ ਜੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਇਹ ਦੇਸ਼ ਦੇ ਦੂਜੇ ਰਾਸ਼ਟਰਪਤੀ ਵੀ ਹੋਏ ਹੈਗੇ, ਪਹਿਲੇ ਉਪ ਰਾਸ਼ਟਰਪਤੀ। ਨੈਕਸਟ, ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਗਾ? ਕੌਣ ਚੁਕਾਉਂਦਾ ਗਾ? ਮੀਨਜ਼ ਨਰਿੰਦਰ ਮੋਦੀ ਨੂੰ ਕਿਹਨੇ ਸਹੁੰ ਚੁਕਾਈ ਹੋਣੀ ਹੈਗੀ? ਸੋ ਇਹਨੂੰ ਸਹੁੰ ਚੁਕਾਉਂਦਾ ਗਾ ਭਾਰਤ ਦਾ ਰਾਸ਼ਟਰਪਤੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਗਾ? ਭਾਰਤ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਕੌਣ ਚੁਕਾਉਂਦਾ ਹੋਊਗਾ ਸਹੁੰ? ਇਹ ਚੁਕਾਉਂਦਾ ਗਾ ਰਾਸ਼ਟਰਪਤੀ। ਉਪ ਰਾਸ਼ਟਰਪਤੀ ਨੂੰ ਕੌਣ ਸਹੁੰ ਚੁਕਾਉਂਦਾ? ਰਾਸ਼ਟਰਪਤੀ। ਤੇ ਲੋਕ ਸਭਾ ਦੇ ਸਪੀਕਰ ਨੂੰ ਦੱਸੋ ਕੌਣ ਸਹੁੰ ਚੁਕਾਉਂਦਾ ਗਾ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਲੋਕ ਸਭਾ ਦੇ ਸਪੀਕਰ ਨੂੰ ਸਹੁੰ ਕੌਣ ਚੁਕਾਉਂਦਾ ਗਾ। ਮੈਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਗਾ ਕਿ ਲੋਕ ਸਭਾ ਦੇ ਸਪੀਕਰ ਨੂੰ ਸਹੁੰ ਕੌਣ ਚੁਕਾਉਂਦਾ ਜਾਂ ਕੌਣ ਨਹੀਂ ਚੁਕਾਉਂਦਾ ਗਾ। ਨੈਕਸਟ, ਭਾਰਤ ਦਾ ਪਹਿਲਾ ਸਿੱਖ ਰਾਸ਼ਟਰਪਤੀ ਕੌਣ ਸੀ? ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਗਾ। ਇੱਥੋਂ ਪਤਾ ਲੱਗੂਗਾ ਕਿ ਤੁਸੀਂ ਕਿੰਨਾ ਕੁ ਪਤਾ ਕਰਦੇ ਹੋ ਕਿ ਪਹਿਲਾਂ ਆਪਣੇ ਸਿੱਖ ਪੰਜਾਬ ਦਾ ਮਾਣ ਹੋਣ ਦਾ ਹਾਸਲ ਰਾਸ਼ਟਰਪਤੀ ਨੂੰ ਕਿਹੜਾ ਸੀ? ਸਿੱਖ ਰਾਸ਼ਟਰਪਤੀ ਕਿਹੜਾ ਸੀਗਾ? ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ। ਇਹਦਾ PDF ਤੁਹਾਨੂੰ ਟੈਲੀਗ੍ਰਾਮ ਦੇ ਉੱਪਰ ਮਿਲ ਜੂਗਾ, ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਕਮੈਂਟ ਬਾਕਸ ਦੇ ਵਿੱਚ ਵੀ ਇਹਦਾ ਲਿੰਕ ਦਿੱਤਾ ਹੋਇਆ ਹੈਗਾ, ਉੱਥੋਂ ਤੁਸੀਂ ਲਿੰਕ ਜੁਆਇਨ ਕਰਕੇ PDF ਲੈ ਸਕਦੇ ਹੋ। ਅਤੇ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਅਤੇ ਨੈਕਸਟ ਟੌਪਿਕ ਦੇ ਨਾਲ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।